हमारा आज भी आम आदमी पार्टी के साथ बहुत से मुद्दों की लड़ाई है और वो लड़ाई जारी रहेगी। मेरी उस गल का साडे वालों कोई समर्थन नहीं, साडे वालों कोई समर्थन नहीं, साडा कोई इन्हां नाल अदरवाइज कोई तालमेल नहीं। मैं इत्थे क्लीयर करना सीटां नहीं बनदे जी, लोक सभा सीटां बनदे तां नहीं है कि जिस तरह बिल्कुल ਇਹ ਕੋਈ ਕਾਂਗਰਸ ਵਰਸਸ ਕਾਂਗਰਸ ਨਹੀਂ ਹੁੰਦੀ। ਜਿਹੜੀ ਪੰਜਾਬ ਦੀ ਕਾਂਗਰਸ ਆ ਇਹਦਾ ਹਾਲ ਇਹ ਆ, ਤਾਲੋਂ ਖੁੱਤੀ ਡੂਮਣੀ ਗਾਵੇ ਆਲ ਪਤਾਲ। ਨਾ ਤਾਂ ਇਹਨਾਂ ਨੂੰ ਪੰਜਾਬ ਦੀ ਸਿਚੁਏਸ਼ਨ ਦੀ ਸਮਝ ਆ, ਇਹਦੇ ਬਾਰੇ ਕੀ ਸਮੱਸਿਆਵਾਂ ਨੇ, ਕੀ ਹੱਲ ਹੋਊ, ਕਿਸੇ ਮੁੱਦੇ ਤੇ ਸਿਆਸਤ ਕਰਨ ਦੀ ਇਹਨਾਂ ਨੂੰ ਚਾਹਤ ਨਹੀਂ। ਉਸੇ ਰਾਹ ਤੇ ਉੱਤਰ ਕਾਟੋ ਮੈਂ ਚੜਾ, ਉਹ ਤੇ ਇਹ ਤਾਲ ਠੋਕੀ ਜਾਂਦੇ ਨੇ। ਇਹਨਾਂ ਨੂੰ ਇਹ ਸਮਝ ਨਹੀਂ ਵੀ ਇਹ ਗੱਠਜੋੜ ਬਣ ਕਾਹਦੇ ਲਈ ਰਿਹਾ। ਇਹ ਬਣ ਰਿਹਾ ਮੁਲਕ ਦੇ ਵਿੱਚ ਜੋ ਸੰਵਿਧਾਨ ਨੂੰ ਉਲਟਾਇਆ ਜਾ ਰਿਹਾ, ਸੰਵਿਧਾਨਕ ਸੰਸਥਾਵਾਂ ਨੂੰ ਰੋਲਿਆ ਜਾ ਰਿਹਾ। ਜਿੱਥੋਂ ਤੱਕ ਕੇਜਰੀਵਾਲ ਦਾ, ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਆ, ਇਹਨਾਂ ਨੇ ਤਾਂ 10 ਉਂਗਲੀਆਂ ਨਾਲ ਅੰਗੂਠੇ ਲਾਏ ਹੋਏ ਨੇ ਸਾਰਿਆਂ ਤੇ, ਜਿਹੜੇ ਕਾਨੂੰਨ ਤੁਸੀਂ ਗਿਣੇ ਹੋਏ ਨੇ। ਸੋ ਇਸ ਕਰਕੇ ਇਹ ਲੜਾਈ ਜਿਹੜਾ ਮੁਲਕ ਪੱਧਰ ਤੇ ਮੋਰਚਾ ਬਣ ਰਿਹਾ, ਉਹ ਲੋਕ ਸਭਾ ਜੋ ਮੁਲਕ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਤੇ ਸਾਂਝ ਖਾਤਰ ਬਣ ਰਿਹਾ, ਲੋਕ ਸਭਾ ਦੀ ਚੋਣ ਲਈ ਬਣ ਰਿਹਾ। ਜੇ ਪੰਜਾਬ ਦੇ ਮੁੱਦੇ ਅਸੀਂ ਅੱਖ 'ਚ ਅੱਖ ਪਾ ਕੇ ਗੱਲ ਕਰਾਂਗੇ, ਕਿਉਂ ਨਾ ਇਹਨਾਂ ਤੋਂ ਸਵਾਲ ਪੁੱਛਾਂਗੇ, ਬਿਲਕੁਲ ਪੁੱਛਾਂਗੇ। ਉਹ ਦੇਸ਼ ਦੀ ਗੱਲ ਹੈ, ਅਜੇ ਕੋਈ ਅਲਾਈਅੰਸ ਥੋੜੀ ਹੋ ਗਿਆ। ਉਹ ਤਾਂ ਇੱਕ ਆਰਡੀਨੈਂਸ ਤੇ ਅਸੀਂ ਆਪ ਨੂੰ ਸਮਰਥਨ ਦਿੱਤਾ। ਅਸੀਂ ਰੋਕਦਾ ਆਰਡੀਨੈਂਸ ਕਰਦੇ ਕਿਉਂ ਨਹੀਂ ਕਰਦੇ? ਸਾਂਝ ਹੀ ਨਹੀਂ। ਹਰ ਰੋਜ਼ ਤੁਹਾਡੇ ਹਾਈ ਕਮਾਨ ਨੇ ਸਾਂਝ ਪਾਲੀ, ਤੁਸੀਂ ਕਹਿੰਦੇ ਸਾਡੀ ਸਾਂਝ ਕੋਈ ਸਾਂਝ ਨਹੀਂ। ਅਸੀਂ ਆਰਡੀਨੈਂਸ ਤੇ ਸਮਰਥਨ ਦਿੱਤਾ। ਜੇ ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦਿੱਤਾ ਨਹੀਂ ਜਾਊਗਾ, ਅਸੀਂ ਉਹਦੇ ਨਾਲ ਖੜਾਂਗੇ। ਗੱਲ ਇਹ ਹੈ ਵੀ ਜਦੋਂ ਗੱਲ ਹੀ ਤੁਸੀਂ ਆਪ ਗੱਲ ਤੋਰੀ ਹੈ ਵੀ ਭਾਰਤ ਜੋੜੋ ਯਾਤਰਾ, ਵੀ ਅਸੀਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬਿਲਕੁਲ ਖਿਲਾਫ ਹੈ। ਪੰਜਾਬ ਫਿਰ ਤੁਹਾਡੇ ਆਪਦੇ ਲੀਡਰ ਕਿਉਂ ਨਹੀਂ ਇਕੱਠੇ ਹੋ ਰਹੇ? ਕੌਣ ਕਹਿੰਦਾ ਕਿਉਂ ਨਹੀਂ? ਰਾਜਾ ਵੜਿੰਗ ਦਾ ਬਿਆਨ ਕੀ ਹੈ, ਦੁਬਾਰਾ ਸੁਣਾਵਾਂ। ਅਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਨਹੀਂ ਕਰਦੇ। ਅਸੀਂ ਸੈਂਟਰ ਖਿਲਾਫ ਤਾਂ ਰੋਲ ਲੜ ਰਹੇ। ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਕੀਤੀ। ਉੱਥੇ ਰਾਹੁਲ ਗਾਂਧੀ ਕਹਿੰਦੇ ਨਾ ਜਿੰਨੇ ਧਰਨੇ ਮਿਰਗਾ ਸੁਣੋ, ਜਾਂ ਕਾਂਗਰਸ ਕੀ ਸ਼ਰਤ ਰੱਖਦੀ ਕਾਂਗਰਸ ਇੰਨੀ ਕਮਜ਼ੋਰ ਹੋ ਗਈ, ਅਭੀ ਬਹਿੰਗੀਆਂ ਕਿਉਂ ਕਮਜ਼ੋਰ ਹੋ ਗਈ ਕਾਂਗਰਸ? ਮਿੰਤਾਂ ਆਪਨੇ ਕੀਤੀਆਂ, ਕਾਂਗਰਸ ਨਹੀਂ ਉਹਨਾਂ ਦੇ ਘਰੇ ਗਈ। ਕਾਂਗਰਸ ਨਹੀਂ ਆਪ ਕੋਲ ਗਈ। ਤੁਹਾਡੀ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਵੀ ਜਿਹੜਾ ਇਹ ਸ਼ਕਤੀਆਂ ਨੂੰ ਖਤਮ ਕੀਤਾ ਜਾ ਰਿਹਾ, ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ, ਵੀ ਉਸ ਏਜੰਡੇ ਤੇ ਅਸੀਂ ਇਕੱਠੇ ਹੋਏ ਹਾਂ। ਪਹਿਲੀ ਤਾਂ ਤੁਹਾਡੀ ਗੱਲ ਇਹ ਹੈ। ਅਗਲੀ ਤੁਹਾਡੀ ਗੱਲ ਇਹ ਹੈ ਵੀ ਪਰ ਅਸੀਂ ਇਹਨਾਂ ਦੇ ਨਾਲ ਨਹੀਂ। ਦੇਖੋ ਰਾਜ ਉਹੀ ਗੱਲ ਹੈ। ਮਾਲੀ ਸਾਹਿਬ ਨੇ ਚਲੋ ਇੱਕ ਗੱਲ ਬੜੀ ਵਧੀਆ ਕੀਤੀ ਕਿ ਸੈਂਟਰ ਜਿਹੜੀ ਉਹ ਪਾਰਲੀਮੈਂਟ ਇਲੈਕਸ਼ਨ ਤੇ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਉਹ ਪੰਜਾਬ ਦੇ ਮੁੱਦੇ ਆ। ਸਿਰਫ ਪਾਰਲੀਮੈਂਟ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ। 2024 ਲੋਕ ਸਭਾ ਇਲੈਕਸ਼ਨ ਲਈ ਜਿਹੜੇ ਇਕੱਠੇ ਹੋ ਰਹੇ, ਮੈਂ ਉਹਦੇ ਲਈ ਪੁੱਛ ਰਿਹਾ ਕੀ ਤੁਸੀਂ ਪੰਜਾਬ ਕਾਂਗਰਸ ਕਿਸੇ ਕੀਮਤ ਤੇ ਕੋਈ ਗੱਠਜੋੜ ਨਹੀਂ ਕਰੇਗੀ। ਪੰਜਾਬ ਕਾਂਗਰਸ ਤੋਂ ਬਾਹਰ ਹੈ। ਕਿਉਂ ਬਾਹਰ ਹੈ? ਕਿਹੜੀ ਗੱਲੋਂ ਬਾਹਰ ਹੈ? ਕਿਉਂ ਉੱਥੇ ਤਾਂ ਕਾਂਗਰਸ ਕਹਿ ਕੇ ਆਈ ਹੈ ਕਿ ਅਸੀਂ ਰਲ ਕੇ ਇਕੱਠੇ ਲੜਾਂਗੇ। ਦੱਸੋ ਕਿੰਨੀਆਂ ਸੀਟਾਂ 'ਚ ਸ਼ੇਅਰਿੰਗ ਹੋ ਗਈ ਆ? ਮੀਡੀਆ ਕੋਲ ਕੀ ਰਿਪੋਰਟ ਹੈ? ਦੀ ਗੱਲ ਹੋਊਗੀ ਕਾਂਗਰਸ ਖੜੇਗੀ ਤੇ ਪੰਜਾਬ 'ਚ ਡੈਮੋਕ੍ਰੇਸੀ ਨਹੀਂ ਟੁੱਟ ਰਹੀ। ਪੰਜਾਬ 'ਚ ਵਿਜੀਲੈਂਸ ਦਾ ਇੰਡੀਆ ਫਰੰਟ ਇਹੀ ਗੱਲ ਕਹਿ ਰਿਹਾ ਕਿ ਆਓ ਭਾਈ ਇਕੱਠੇ ਹੋ ਕੇ ਲੜੀਏ। ਅੱਜ ਨਵਜੋਤ ਦੀ ਦਿਲ ਤੇ ਹੱਥ ਰੱਖ ਕੇ ਕਹਿ ਦਿਓ, ਪੰਜਾਬ ਦੇ ਲੋਕ ਵੇਖ ਰਹੇ ਆ ਕਿ ਪੰਜਾਬ ਦੇ ਵਿੱਚ ਅੱਜ ਮੀਡੀਆ ਨੂੰ ਆਜ਼ਾਦੀ ਹੈ। ਜਿਹੜਾ ਪੱਤਰਕਾਰ ਸਰਕਾਰ ਉਲਟ ਬੋਲਦਾ ਚੱਕ ਕੇ ਅੰਦਰ ਕਰ ਦਿੰਦੇ ਆ, ਜਿਹੜਾ ਪੋਲੀਟੀਸ਼ੀਅਨ ਸਰਕਾਰ ਉਲਟ ਬੋਲਦਾ ਨੂੰ ਚੱਕ ਕੇ ਅੰਦਰ ਕਰ ਦਿੰਦੇ। ਕੀ ਪੰਜਾਬ 'ਚ ਮੀਡੀਆ ਨੂੰ ਆਜ਼ਾਦੀ ਹੈ ਕਿ ਵਿਜੀਲੈਂਸ ਪੂਰੇ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ? ਤੁਹਾਡੀ ਗੱਲ ਵੱਡੀ ਕਰਦਾ, ਚਲੋ ਠੀਕ ਹੈ, ਤੁਸੀਂ ਕਹਿੰਦੇ ਲੋਕ ਦੇਖ ਰਹੇ ਨੇ, ਤੁਹਾਡੀ ਗੱਲ ਵੱਡੀ ਕਰਦਾ ਵੀ ਤੁਹਾਡੀ ਗੱਲ ਸਹੀ ਹੈ। ਫਿਰ ਮੈਂ ਕਹਿੰਦਾ ਇਹਨਾਂ ਨਾਲ ਕਿਉਂ ਖੜੇ ਹੋ? ਕਿੱਥੇ ਖੜੇ ਆ? ਗੱਲ ਇਹ ਹੈ ਵੀ ਜਿਹੜੀ ਸਾਰੀ ਕਾਂਗਰਸ ਨੂੰ ਹੁਣ ਤੱਕ ਤੁਸੀਂ ਕਾਂਗਰਸ ਇਕੁਅਲ ਟੂ ਕਰਪਸ਼ਨ ਦੱਸਦੇ ਰਹੇ ਹੋ, ਚੋਰ ਦੱਸਦੇ ਰਹੇ ਹੋ, ਉਹਨਾਂ ਦੇ ਨਾਲ ਹੱਥ ਕਿਵੇਂ ਮਿਲਾ ਲਏ? ਦੇਸ਼ ਵਾਸਤੇ ਮਿਲਾਵਾਂਗੇ ਜੀ। ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਦਾ ਮਤਲਬ ਕੀ ਹੁੰਦਾ? ਗੱਠਜੋੜ ਨਹੀਂ ਹੁੰਦਾ ਤਾਂ ਹੋਰ ਕੀ ਹੁੰਦਾ? ਮੈਨੂੰ ਇਹ ਨਹੀਂ ਪਤਾ ਕਿ ਪ੍ਰਤਾਪ ਬਾਜਵਾ ਜੀ ਤੇ ਰਾਜਾ ਵੜਿੰਗ ਜੀ ਕਿਉਂ ਨਹੀਂ ਗਏ ਉੱਥੇ ਰਾਹੁਲ ਦੀ ਥਾਂ ਤੇ ਮਲਕ ਅਰਜਨ ਖੜਗੇ ਦੀ ਥਾਂ ਤੇ। ਇਹੀ ਚਲੇ ਜਾਂਦੇ ਉੱਥੇ ਕਿ ਕਾਮਨ ਕੈਂਪੇਨ ਹੈੱਡਕੁਆਟਰ ਹੋਊਗਾ ਦਿੱਲੀ ਦੇ ਵਿੱਚ, ਕਾਮਨ ਕੈਂਪੇਨ ਹੈੱਡਕੁਆਟਰ। ਹੁਣ ਮੈਨੂੰ ਇਹ ਸਮਝਾਓ ਕਿ ਜਦੋਂ ਸਾਰੀਆਂ ਪਾਰਟੀਆਂ ਦੀ ਕੈਂਪੇਨ ਇੱਕ ਥਾਂ ਤੋਂ ਚੱਲਣੀ ਹੈ, ਇਹ ਮੋਦੀ ਜੀ ਦਾ ਏਜੰਡਾ ਹੈ। ਜਿਹੜੀਆਂ ਕੰਟਰਾਡਿਕਸ਼ਨਸ ਨੂੰ ਉਭਾਰਦੇ ਹੈ ਵੀ ਇਹ ਕਿਵੇਂ ਚੱਲਣਗੇ। ਤੁਸੀਂ ਆਪਦੀਆਂ 38 ਚਲਾਉਣ ਦੀ ਗੱਲ ਕਰੋ, ਤੁਸੀਂ ਸਾਡੇ ਬਾਰੇ ਫਿਕਰ ਨਾ ਕਰੋ। ਬਾਕੀਆਂ ਦੀ ਸਾਂਝ ਬਖਰੇਵੇਂ ਕੀ ਨੇ, ਇਹ ਹਾਲੇ ਤੈਅ ਹੋਣਾ। ਮਗਰ ਪੰਜਾਬ ਵਾਲਿਆਂ ਦਾ ਤਾਂ ਹਾਲ ਇਹ ਆ ਜਿਵੇਂ ਕਹਿੰਦੇ ਨੇ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ। ਇਹ ਤਾਂ ਕਾਰਪੋਰੇਸ਼ਨ ਦੀ ਚੋਣ ਦੀ ਲੜਾਈ ਸੋਚ ਰਹੇ ਨੇ
ਇਹਨਾਂ ਨੂੰ ਗਿੱਟਿਆਂ ਤੋਂ ਅੱਗੇ ਕੁਝ ਦਿਸ ਨਹੀਂ ਰਿਹਾ। ਇਹਨਾਂ ਨੂੰ ਕਰਪਸ਼ਨ ਦੀ ਲੜਾਈ ਦਿਸ ਰਹੀ ਆ। ਜਦੋਂ ਤੁਹਾਡੀਆਂ ਸੂਬਾਈ ਲੜਾਈਆਂ ਹੋਣਗੀਆਂ ਲੜ ਲਿਓ, ਸੂਬਿਆਂ ਦੇ ਪ੍ਰੋਗਰਾਮ ਕੀ ਹੋਣਗੇ? ਕਿਉਂਕਿ ਇਹ ਖੁਦੇ ਹਾਈ ਕਮਾਂਡ ਕਲਚਰ ਦੇ ਸ਼ਿਕਾਰ ਨੇ। ਸਾਡਾ ਜੀ ਕਨਵੀਨਰ ਫੈਸਲੇ ਲੈਂਦਾ। ਇਹਨਾਂ ਨੇ ਫੈਡਰਲਿਜ਼ਮ ਤੋੜਿਆ। ਇਹਨਾਂ ਨੇ ਪਾਰਟੀਆਂ ਦੀ ਬਣਤਰ ਇਹੀ ਜਿਹੀ ਬਣਾ ਲਈ ਕਿ ਰਾਜਾਂ ਦੀਆਂ ਇਕਾਈਆਂ ਨੂੰ ਕੋਈ ਪੁੱਛਦੇ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਔਰ ਅੱਜ ਗੱਲ ਕਰਾਂਗੇ ਜੋ ਭਾਰਤ ਅੰਦਰ ਇੰਡੀਆ ਦਾ ਗਠਨ ਕੀਤਾ ਗਿਆ, ਭਾਵ ਜਿਹੜਾ ਇੱਕ ਨਵਾਂ ਅਲਾਈਅੰਸ ਹੋਣ ਦੇ ਵਿੱਚ ਲਿਆਂਦਾ ਗਿਆ, ਜਿਹਦੇ ਵਿੱਚ 26 ਜਾਂ 26 ਤੋਂ ਵਧੇਰੇ ਪਾਰਟੀਆਂ ਇੱਕ ਪਲੇਟਫਾਰਮ ਤੇ ਆ ਕੇ ਰਾਜ ਕਰਨ ਦੀ ਨੀਤੀ ਘੜ ਰਹੀਆਂ ਨੇ ਕਿ ਕਿਵੇਂ ਜਿਹੜੀ ਐਨਡੀਏ ਨੂੰ ਰਿਮੂਵ ਕਰਕੇ ਜਿਹੜਾ ਯੂਪੀਏ ਵਾਲਾ ਗਠਬੰਧਨ ਸੀ ਉਹਨੂੰ ਜਿਹੜਾ ਨਵਾਂ ਰੂਪ ਦਿੱਤਾ ਗਿਆ, ਨਵਾਂ ਸਵਰੂਪ ਦਿੱਤਾ ਗਿਆ, ਕਈ ਪਾਰਟੀਆਂ 'ਚ ਸ਼ਾਮਲ ਕੀਤੀਆਂ ਗਈਆਂ ਨੇ, ਉਹਨਾਂ ਨੂੰ ਕਿਵੇਂ ਜਿਹੜਾ ਹੈ ਉਹ ਸਿਆਸੀ ਚਬੂਤਰੇ ਦੇ ਉੱਤੇ ਬਿਠਾ ਕੇ ਜਿਹੜਾ ਹੈ ਹਾਕਮ ਵਾਲੀ ਕੁਰਸੀ ਦੇ ਉੱਤੇ ਉਹਨਾਂ ਨੂੰ ਬਿਰਾਜਮਾਨ ਕੀਤਾ ਜਾਵੇ। ਇਹ ਸਭ ਦੇ ਦਰਮਿਆਨ ਜਿੱਥੇ ਹਾਈ ਕਮਾਨ ਨੇ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਆ, ਜੇ ਕੋਈ ਕਿਸੇ ਦੀ ਹਿੰਡ ਸੀ ਉਹ ਵੀ ਪਗਾਤੀ, ਪਰ ਜਿਹੜੀ ਸੂਬਾਈ ਇਕਾਈਆਂ ਨੇ ਉਹਨਾਂ ਦੇ ਮਤਭੇਦ ਹਲੇ ਕਾਫੀ ਜਿਉਂ ਦੀ ਤਿਉਂ ਬਰਕਰਾਰ ਨਜ਼ਰ ਆ ਰਹੇ ਨੇ। ਭਾਵੇਂ ਕਾਂਗਰਸ ਹਾਈ ਕਮਾਨ ਨੇ ਕਹਿ ਦਿੱਤਾ ਹੈ ਕਿ ਸਾਡਾ ਜਿਹੜਾ ਹੈ ਉਹ ਸਮਰਥਨ ਹੈ, ਅਸੀਂ ਤੁਹਾਡੇ ਨਾਲ ਆ, ਪਰ ਇਹ ਲੱਗਦਾ ਹੈ ਕਿ ਪੰਜਾਬ ਵਾਲੀ ਕਾਂਗਰਸ ਨਾਲ ਨਹੀਂ ਹੈ। ਹੁਣ ਪੰਜਾਬ ਦੀ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹੈ ਜਾਂ ਆਪਣੀ ਹਾਈ ਕਮਾਨ ਦੇ ਨਾਲ ਨਹੀਂ, ਇਹ ਵੀ ਸਵਾਲ ਹੈ। ਸੋ ਇਹ ਜਿਹੜਾ ਗੱਠਜੋੜ ਹੋਇਆ, ਇਸ ਗੱਠਜੋੜ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਤੇ ਕਈ ਤਰ੍ਹਾਂ ਦੀ ਚੁਣੌਤੀਆਂ ਨੇ। ਸਾਡੇ ਅਹਿਮ 5 ਸਵਾਲ ਨੇ। ਪਹਿਲਾਂ ਉਹਨਾਂ ਸਵਾਲਾਂ ਦੀ ਗੱਲ ਕਰਾਂਗੇ ਜਿਹੜਾ ਇਹ ਮਹਾਗਠਜੋੜ ਦਾ ਜਿਹੜਾ ਨਾਮ ਦਿੱਤਾ ਗਿਆ, ਜਿਹੜੇ 5 ਵੱਡੇ ਸਵਾਲ ਨੇ। ਜਿਹੜੀ ਸੂਬਾਈ ਇਕਾਈਆਂ ਦਾ ਸੂਬਾ ਸਰਕਾਰਾਂ ਨਾਲ ਤਾਲਮੇਲ ਕਿਵੇਂ ਰਹੇਗਾ? ਮੰਨ ਲਓ ਵੀ ਜਿਵੇਂ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਉਸ ਮਹਾਗਠਜੋੜ ਦਾ ਹਿੱਸਾ ਨੇ, ਪੰਜਾਬ ਦੇ ਵਿੱਚ ਸਰਕਾਰ ਵੀ ਹੈ ਤੇ ਓਪੋਜੀਸ਼ਨ ਵੀ ਹੈ। ਵੈਸਟ ਬੰਗਾਲ ਦੇਖ ਲਓ, ਮਹਾਰਾਸ਼ਟਰ ਦੇਖ ਲਓ, ਕਈ ਸੂਬੇ ਅਜਿਹੇ ਆ ਤੇ ਅੱਗੇ ਫਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਨੇ। ਫਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੌਣ ਕਿਸ ਦਾ ਤੇ ਕਿਸ ਤਰ੍ਹਾਂ ਨਾਲ ਸਾਥ ਦੇਗਾ? ਰਾਜਸਥਾਨ ਕੌਣ ਲੜੇਗਾ, ਕੌਣ ਨਹੀਂ ਲੜੇਗਾ? ਮੱਧ ਪ੍ਰਦੇਸ਼ 'ਚ ਕੀ ਹੋਏਗਾ? ਛੱਤੀਸਗੜ੍ਹ ਦੇ ਵਿੱਚ ਕੌਣ ਜਾਏਗਾ, ਕੌਣ ਨਹੀਂ ਜਾਏਗਾ? ਇਹ ਸਵਾਲ ਜਿਹੜੇ ਬਰਕਰਾਰ ਹੈ। ਇਸ ਤੋਂ ਬਾਅਦ ਸਵਾਲ ਇਹ ਵੀ ਹੈ ਕਿ ਅਨੇਕਤਾ ਦੇ ਵਿੱਚ ਏਕਤਾ ਬਰਕਰਾਰ ਰਹੇਗੀ ਜਾਂ ਨਹੀਂ ਰਹੂਗੀ, ਕਿਉਂਕਿ ਇਹ ਕਿੰਨਾ ਕੁ ਚਿਰ ਰਹੇਗੀ, ਦੀ ਕੰਸਿਸਟੈਂਸੀ ਕਿੰਨੀ ਹੈ, ਇਹ ਵੀ ਚੀਜ਼ ਜਿਹੜੀ ਮੈਟਰ ਕਰਦੀ ਹੈ। ਸੋ ਇਹ ਕਈ ਅਹਿਮ ਸਵਾਲ ਨੇ। ਸਵਾਲ ਇਹ ਵੀ ਹੈ ਕਿ ਜਿਹੜਾ UCC ਵਰਗੇ ਮੁੱਦੇ ਹੈ, ਧਾਰਾ 370 ਹੈ, CAA, NRC, ਇਹਨਾਂ ਮੁੱਦਿਆਂ ਤੇ ਨਾ ਸਾਰੀ ਪਾਰਟੀਆਂ ਦੇ ਵੱਖਰੇਵੇਂ ਸੀ। ਇਹ ਸਾਰੀ ਪਾਰਟੀਆਂ ਦੇ ਇੱਕ ਦੂਜੇ ਨਾਲ ਬੋਲ ਕਬੋਲ ਵੀ ਹੋਇਆ ਤੇ ਹੁਣ ਇਹ ਉਹਨਾਂ ਦੇ ਉੱਤੇ ਸਹਿਮਤੀ ਕਿਵੇਂ ਬਣੇਗੀ? ਕਿ ਪੰਜਾਬ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਚੋਣਾਂ ਇਕੱਠੇ ਲੜਨਗੇ? ਇਹ ਸਭ ਤੋਂ ਵੱਡਾ ਸਵਾਲ ਹੈ। ਇਹਨਾਂ ਸਵਾਲਾਂ ਦੇ ਜਵਾਬ ਲਵਾਂਗੇ, ਪਰ ਜਿਹੜੀਆਂ ਚੁਣੌਤੀਆਂ ਇਸ ਗੱਠਜੋੜ ਦੇ ਅੱਗੇ ਆ ਸਕਦੀਆਂ ਨੇ, ਇੱਕ ਵਾਰੀ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਮੈਂ ਟੀਮ ਨੂੰ ਕਹੂੰਗਾ ਕਿ ਕਾਈਂਡਲੀ ਫੁੱਲ ਸਕਰੀਨ ਜਿਹੜਾ ਹੈ ਉਹਨਾਂ ਚੁਣੌਤੀਆਂ ਨੂੰ ਜ਼ਰੂਰ ਦਿਖਾਇਆ ਜਾਵੇ ਜਿਹੜੀਆਂ ਚੁਣੌਤੀਆਂ ਆ ਸਕਦੀਆਂ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਚਿਹਰਾ ਕੌਣ ਹੋਵੇਗਾ, ਇਹ ਸਭ ਤੋਂ ਵੱਡਾ ਚੁਣੌਤੀ ਹੋ ਸਕਦੀ ਹੈ ਕਿ ਚਿਹਰੇ ਨੂੰ ਲੈ ਕੇ ਜਿਹੜੀ ਹੈ ਉਹ ਗੱਲਬਾਤ ਹੋਏਗੀ। ਇਸ ਤੋਂ ਇਲਾਵਾ ਕਮਾਨ ਕਿਸ ਦੇ ਹੱਥ ਹੋਏਗੀ, ਇਹਨੂੰ ਲੀਡ ਕੌਣ ਕਰੇਗਾ, ਕਨਵੀਨਰ ਕੌਣ ਹੋਏਗਾ, ਇਹਦਾ ਲੀਡਰ ਕੌਣ ਹੋਏਗਾ ਇੰਨੇ ਲੀਡਰਾਂ ਦਾ, ਕਿਉਂਕਿ ਇਹ ਸਾਰੇ ਆਪਣੇ ਆਪ ਦੇ ਵਿੱਚ ਦਾਅਵੇਦਾਰ ਹੈ, ਸਾਰੇ ਆਪਣੇ ਆਪ ਨੂੰ ਅੰਦਰ ਖਾਤੇ PMV ਦੇਖਦੇ ਆ। ਔਰ ਅਨੁਸ਼ਾਸਨ ਬਰਕਰਾਰ ਰਹੇਗਾ? ਜੇ ਰਹੇਗਾ ਤਾਂ ਕਿੰਨਾ ਚਿਰ ਰਹੇਗਾ, ਕਿਵੇਂ ਰਹੇਗਾ? ਬਹੁਤ ਪਾਰਟੀਆਂ ਉਹ ਨੇ ਜਿਹੜੀਆਂ ਕਿ ਕਿਸੇ ਪਹਿਲਾਂ ਇੰਡੀਆ ਦੇ ਵਿੱਚ ਵੀ ਰਹੀਆਂ ਨੇ ਤੇ ਫਿਰ UPA ਦੇ ਵਿੱਚ ਵੀ ਤੇ ਹੁਣ ਇੱਧਰ ਵਾਲੇ ਪਾਸੇ ਵੀ ਆ ਗਈਆਂ। ਕੀ ਹਾਈ ਕਮਾਨ ਦੇ ਕਹਿਣੇ ਦੇ ਵਿੱਚ ਨੇ ਜਿਹੜੀਆਂ ਸੂਬਾਈ ਇਕਾਈਆਂ ਨੇ ਉਹਨਾਂ ਦੀਆਂ, ਚਾਹੇ ਉਹ ਕਾਂਗਰਸ ਹਰਿਆਣੇ ਦੀ ਹੋਵੇ, ਹਿਮਾਚਲ ਦੀ ਹੋਵੇ, ਪੰਜਾਬ ਦੀ ਹੋਵੇ ਜਾਂ ਹੋਰ ਥਾਵਾਂ ਤੇ ਹੋਵੇ। ਸੋ ਇਹ ਚੁਣੌਤੀਆਂ ਨੇ ਕਿ ਜਿਹੜੀ ਸੀਟ ਸ਼ੇਅਰ ਦਾ ਫਾਰਮੂਲਾ ਹੈ, ਇਹ ਜਿਹੜੀ ਸੀਟ ਵੰਡ ਪ੍ਰਣਾਲੀ ਹੈ, ਇਹ ਤੇ ਸਹਿਮਤੀ ਕਿਵੇਂ ਬਣੇਗੀ? ਕਿਉਂਕਿ ਕਈ ਪਾਰਟੀਆਂ ਭਾਵੇਂ ਅੱਜ ਘੱਟ ਸੀਟਾਂ ਤੇ ਨੇ ਪਰ ਆਪਣੇ ਆਪ ਨੂੰ ਉਹ ਵੱਡੇ ਥਾਂ ਤੇ ਦੇਖਦੀਆਂ ਨੇ। ਸੋ ਅਜਿਹੇ ਕਈ ਸਵਾਲ ਹੈ। ਸੋ ਇਹਨਾਂ ਸਵਾਲਾਂ ਨੂੰ ਲੈ ਕੇ ਆਏ ਹੋਏ ਮਹਿਮਾਨਾਂ ਨਾਲ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਅੰਦਰ ਪ੍ਰਤਾਪ ਬਾਜਵਾ ਲੀਡਰ ਆਫ ਓਪੋਜੀਸ਼ਨ, ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਕੀ ਕਹਿ ਰਹੇ ਹੈ ਉਹ ਸੁਣਨਾ ਲਾਜ਼ਮ होगा। आज हमारी मुख्य विरोधी पार्टी है, हमारा रोज उनसे लड़ाई है। आज बहुत से ऐसे मुद्दे हैं, आज रोजाना हमारी सबसे ज्यादा लड़ाई किसकी आप बताइए? आज आम आदमी की पार्टी के साथ लड़ कौन रहा है? सीधम सीधा भगवंत मान मुख्यमंत्री पंजाब हमारे लोगों के साथ वेंडेटा कर रहे हैं। हम सरकार पंजाब के जो इश्यूज हैं, प्रिंसिपल ऑपोजिशन पार्टी है हम लोग,
इसी प्रकार से सरकार से लोगों के मुद्दों की लड़ाई हम लड़ेंगे। हमारा आज भी आम आदमी पार्टी के साथ बहुत से मुद्दों की लड़ाई है और वो लड़ाई जारी रहेगी। That's it. ਮੇਰੀ ਉਸ ਗੱਲ ਦਾ ਸਾਡੇ ਵੱਲੋਂ ਕੋਈ ਸਮਰਥਨ ਨਹੀਂ, ਸਾਡੇ ਵੱਲੋਂ ਕੋਈ ਸਮਰਥਨ ਨਹੀਂ, ਸਾਡਾ ਕੋਈ ਇਹਨਾਂ ਨਾਲ ਅਦਰਵਾਈਜ਼ ਕੋਈ ਤਾਲਮੇਲ ਨਹੀਂ। ਮੈਂ ਇੱਥੇ ਕਲੀਅਰ ਕਰਨਾ ਸਿੱਟਾ ਨਹੀਂ ਚਾਹੁੰਦਾ। ਬਣਦੇ ਜੀ, ਲੋਕ ਸਭਾ ਸਿੱਟਾ ਬਣਦੇ ਤਾਂ ਨਹੀਂ ਹੈਗੇ ਜਿਸ ਤਰ੍ਹਾਂ ਬਿਲਕੁਲ ਅਸੀਂ ਆਪਣੀ ਹੋਂਦ ਰੱਖਾਂਗੇ, ਆਪ ਆਪਣੀ ਹੋਂਦ ਰੱਖੇਗੀ। ਸਾਡਾ ਵੀ ਹੈਵ ਨਥਿੰਗ ਟੂ ਡੂ। ਮੈਂ ਆਪਣੇ ਕਾਡਰ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸਾਡਾ ਮੁੱਖ ਵਿਰੋਧੀ ਕੱਲ ਵੀ ਆਪ ਸੀ, ਅੱਜ ਵੀ ਆਪ ਹੈ ਤੇ ਆਂਦੇ ਕੱਲ ਨੂੰ ਵੀ ਆਪ ਰਹੇਗੀ। ਅਸੀਂ ਇਹਨਾਂ ਨਾਲ ਕੋਈ ਕਿਸੇ ਕਿਸਮ ਦਾ ਸਿਆਸੀ ਤੌਰ ਤੇ ਕੋਈ ਕਿਸੇ ਕਿਸਮ ਦਾ ਸਾਡਾ ਇੱਥੇ ਕੋਈ ਲੈਣ ਦੇਣ ਸੀਟਾਂ ਦਾ ਕਿਤੇ ਨਹੀਂ ਹੋਏਗਾ। ਅਸੀਂ ਇੰਡੀਪੈਂਡੈਂਟ ਲੜਾਂਗੇ, ਇੰਡੀਪੈਂਡੈਂਟ ਲੜਾਂਗੇ। ਆਏ ਹੋਏ ਮਹਿਮਾਨਾਂ ਦਾ ਰਸਮੀ ਤਾਰਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਕਬਾਲ ਕਰਾਂਗਾ। ਸਾਡੇ ਨਾਲ ਸੀਨੀਅਰ ਪੋਲੀਟੀਕਲ ਵਿਸ਼ਲੇਸ਼ਕ ਮਾਲਵਿੰਦਰ ਮਾਲੀ ਸਾਹਿਬ ਨੇ। ਤੁਹਾਡਾ ਜੀਓ ਆਇਆ ਨੂੰ ਇਸ ਚਰਚਾ 'ਚ। ਬੱਬੀ ਬਾਦਲ ਸਾਹਿਬ ਆਮ ਆਦਮੀ ਪਾਰਟੀ ਤੋਂ ਆਪਣੀ ਗੱਲਬਾਤ ਰੱਖਣਗੇ, ਸਵਾਗਤ ਹੈ। ਰੂਬੀ ਗਿੱਲ ਜੀ ਕਾਂਗਰਸ ਤੋਂ ਗੱਲਬਾਤ ਰੱਖਣਗੇ, ਇਸਤਕਬਾਲ ਹੈ ਚਰਚਾ। ਸਭ ਤੋਂ ਪਹਿਲਾਂ ਮਾਲੀ ਸਾਹਿਬ, ਮੈਂ ਨਾ ਇਹ ਦੋ ਲੀਡਰਾਂ ਦੇ ਜਿਹੜੇ ਬਿਆਨ ਨੇ ਇਹਨਾਂ ਨੂੰ ਤੇ ਪਲੱਸ ਜਿਹੜਾ ਇਹ ਗੱਠਜੋੜ ਹੈ ਇਹਦੀ ਕੰਸਿਸਟੈਂਸੀ ਕਿੰਨੇ ਕੁ ਚਿਰ ਦੀ ਹੈ, ਇਸ ਸਾਰੇ ਬਾਰੇ ਜਾਣਨਾ ਚਾਹੁੰਦਾ। ਕਿਉਂਕਿ ਅੱਜ ਜੋ ਪ੍ਰਤਾਪ ਬਾਜਵਾ ਕਹਿ ਰਹੇ, ਅੱਜ ਜੋ ਰਾਜਾ ਵੜਿੰਗ ਕਹਿ ਰਹੇ ਆ, ਅੱਜ ਇਹ ਲੱਗਦਾ ਹੈ ਕਿ ਇਹ ਇਹਨਾਂ ਦੇ ਅੰਦਰ ਦੀ ਆਵਾਜ਼ ਹੈ। ਪਰ ਕੀ ਇਹ ਅੰਦਰ ਦੇ ਵਿੱਚ ਵੀ ਕਿਸੇ ਨੇ ਵਾਸ ਕੀਤਾ ਹੋਇਆ, ਜਾਣ ਕੇ ਇਹਨਾਂ ਨੂੰ ਪਲੇ ਕੀਤਾ ਹੈ ਕਿ ਨਹੀਂ ਇਸ ਤਰੀਕੇ ਦੇ ਨਾਲ ਵੀ ਉਧਰ ਆਪਾਂ ਖੰਡੇ ਵੀ ਖੜਕਾਵਾਂਗੇ ਤੇ ਇਧਰੋਂ ਫੁੱਲ ਵੀ ਵਰਸਾਵਾਂਗੇ, ਉਹ ਵਾਲੀ ਨੀਤੀ ਦੇ ਉੱਤੇ ਚੱਲ ਰਹੇ ਆ? ਜਾਂ ਫਿਰ ਇਹਨਾਂ ਨੂੰ ਲੱਗਦਾ ਕਿ ਸਾਡੀ ਹੋਂਦ ਨੂੰ ਇਸ ਤਰੀਕੇ ਨਾਲ ਖਤਰਾ ਹੋ ਜਾਏਗਾ ਤੇ ਅਸੀਂ ਜਿਹੜਾ ਪਾਰਟੀ ਹਾਈ ਕਮਾਂਡ ਦੇ ਕਹਿਣੇ ਤੋਂ ਬਾਹਰ ਹੋਈ? ਅਕਸਰ ਦੇਖਿਆ ਹੀ ਜਾਂਦਾ ਕਿ ਹਾਈ ਕਮਾਂਡ ਦੇ ਕਹਿਣੇ ਤੋਂ ਪਾਰਟੀਆਂ ਜਿਹੜੀ ਸੂਬਾਈ ਇਕਾਈਆਂ ਧਿਰਾਂ ਉਹ ਬਾਹਰ ਨਹੀਂ ਹੁੰਦੀਆਂ। ਪਰ ਇਹ ਸਾਰਾ ਮੈਟਰ ਕੀ ਹੈ? ਇਹਦੇ ਨਾਲ ਤਾਂ ਇਹ ਸਥਿਤੀ ਜਾਪ ਰਹੀ ਹੈ ਕਿ ਕਾਂਗਰਸ ਵਰਸਸ ਕਾਂਗਰਸ ਹੋ ਗਿਆ। ਇਹ ਕੋਈ ਕਾਂਗਰਸ ਵਰਸਸ ਕਾਂਗਰਸ ਨਹੀਂ ਹੁੰਦੀ। ਜਿਹੜੀ ਪੰਜਾਬ ਦੀ ਕਾਂਗਰਸ ਆ, ਇਹਦਾ ਹਾਲ ਇਹ ਆ, ਤਾਲੋਂ ਖੁੱਤੀ ਡੂਮਣੀ ਗਾਵੇ ਆਲ ਪਤਾਲ। ਨਾ ਤਾਂ ਇਹਨਾਂ ਨੂੰ ਪੰਜਾਬ ਦੀ ਸਿਚੁਏਸ਼ਨ ਦੀ ਸਮਝ ਆ, ਇਹਦੇ ਬਾਰੇ ਕੀ ਸਮੱਸਿਆਵਾਂ ਨੇ, ਕੀ ਹੱਲ ਹੋਊ, ਕਿਸੇ ਮੁੱਦੇ ਤੇ ਸਿਆਸਤ ਕਰਨ ਦੀ ਇਹਨਾਂ ਨੂੰ ਚਾਹਤ ਨਹੀਂ। ਉਸੇ ਰਾਹ ਤੇ ਉੱਤਰ ਕਾਟੋ ਮੈਂ ਚੜਾ, ਉਹ ਤੇ ਇਹ ਤਾਲ ਠੋਕੀ ਜਾਂਦੇ ਨੇ। ਦੂਜੀ ਗੱਲ, ਮੁਲਕ ਦੀ ਹਾਲਤ ਕੀ ਆ, ਉਹਦੇ ਬਾਰੇ ਵੀ ਇਹਨਾਂ ਦੀ ਅਗਿਆਨਤਾ ਜਿਹੜੀ ਉਹ ਸਾਹਮਣੇ ਸਮਝ ਆ ਰਹੀ ਆ। ਤੁਸੀਂ ਇਹ ਦੇਖੋ, ਪਿਛਲੇ 70 ਸਾਲਾਂ 'ਚ ਜਿਹੜਾ ਇੰਡੀਆ ਬਣਾਇਆ ਸੀ ਨਾ ਜੀ, ਜਿਹਦੇ ਬਾਰੇ ਇਹ ਸੀ ਸੰਵਿਧਾਨ 'ਚ ਲਿਖਿਆ ਹੋਇਆ, ਉਹਦੇ ਨਾਲ ਉਦੋਂ ਭਾਰਤ ਜੋੜਤਾ ਸੀ। ਇੰਡੀਆ ਭਾਰਤ ਇਜ਼ ਏ ਯੂਨੀਅਨ ਆਫ ਸਟੇਟਸ, ਜਿਹਦੇ ਵਿੱਚ ਰਾਜਾਂ ਦੇ ਹੱਕ ਵੱਖਰੇ ਸੀ, ਸਾਂਝੇ ਹੱਕ ਵੱਖਰੇ ਸੀ, ਕੇਂਦਰ ਦੇ ਹੱਕ ਵੱਖਰੇ ਸੀ। ਜਿਹਦੇ ਕਰਕੇ ਜਦੋਂ ਤੁਸੀਂ ਮੁਲਕ ਪੱਧਰ ਤੇ ਸਿਆਸਤ ਕਰਨੀ ਆ, ਉਦੋਂ ਮੁਲਕ ਨਾਲ ਸੰਬੰਧਿਤ ਮੁੱਦੇ ਨੇ ਜਿਹੜੇ ਉਹ ਮੇਨ ਹੋਣਗੇ। ਜਦੋਂ ਤੁਸੀਂ ਰਾਜਾਂ ਨਾਲ ਸੰਬੰਧਿਤ ਸਿਆਸਤ ਕਰਨੀ ਆ, ਉਦੋਂ ਰਾਜਾਂ ਦੇ ਮੁੱਦਿਆਂ ਤੇ ਫੋਕਸ ਹੋਊਗਾ। ਪਰ 70 ਸਾਲ 'ਚ ਸਾਡੀ ਸਮਝ 'ਚ ਐਡਾ ਘਚੋਲਾ ਪਾਤਾ, ਉਲਟ ਫੇਰ ਕਰਤਾ ਵੀ ਹਾਈ ਕਮਾਂਡਾਂ ਨੇ ਜਿਹੜੀਆਂ ਉਹ ਤਾਨਾਸ਼ਾਹ ਬਣ ਗਈਆਂ, ਰਾਜਾਂ ਦੀਆਂ ਇਕਾਈਆਂ ਸੀ ਜਿਹੜੀਆਂ ਉਹਨਾਂ ਦੇ ਮਥਾਜ ਬਣ ਗਈਆਂ। ਸੋ ਜਿਹੜਾ ਹਾਈ ਕਮਾਂਡ ਕਲਚਰ ਦੀ ਗੱਲ ਕਦੇ ਕੇਜਰੀਵਾਲ ਕਰਦਾ ਹੁੰਦਾ ਸੀ, ਉਹ ਸਭ ਦਾ ਮਹਾਪੁਰਸ਼ ਹੋ ਨਿਬੜਿਆ ਹਾਈ ਕਮਾਂਡ ਪੱਖੋਂ। ਇਹਨਾਂ ਨੂੰ ਇਹ ਸਮਝ ਨਹੀਂ ਵੀ ਇਹ ਗੱਠਜੋੜ ਬਣ ਕਾਹਦੇ ਲਈ ਰਿਹਾ। ਇਹ ਬਣ ਰਿਹਾ ਮੁਲਕ ਦੇ ਵਿੱਚ ਜੋ ਸੰਵਿਧਾਨ ਨੂੰ ਉਲਟਾਇਆ ਜਾ ਰਿਹਾ, ਸੰਵਿਧਾਨਕ ਸੰਸਥਾਵਾਂ ਨੂੰ ਰੋਲਿਆ ਜਾ ਰਿਹਾ। 3 ਮੂਲ ਮੁੱਦੇ ਸੀ ਜੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਐਨਡੀਏ ਬਣਾਇਆ। ਐਨਡੀਏ ਦੇ ਅੱਜ ਵੀ ਉਹ ਮੂਲ ਮੁੱਦੇ ਪ੍ਰੋਗਰਾਮ ਨਹੀਂ। ਪਹਿਲਾ ਮੁੱਦਾ ਕੀ ਸੀ? ਅਸੀਂ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਉਣਾ। ਅਯੁੱਧਿਆ 'ਚ ਰਾਮ ਮੰਦਿਰ ਕੱਲਾ ਨਹੀਂ ਢਾਹ ਕੇ ਬਣਾਉਣਾ, ਬਣਾ ਲਈ ਉਹਨਾਂ ਨੇ। ਫਿਰ ਕਹਿੰਦੇ ਸੀ ਜੰਮੂ ਕਸ਼ਮੀਰ ਦੀ ਧਾਰਾ ਤੋੜਾਂਗੇ। ਧਾਰਾ ਤੋੜਨ ਦੀ ਗੱਲ ਸੀ ਨਾ, ਧਾਰਾ ਵੀ ਤੋੜਤੀ, ਜੰਮੂ ਕਸ਼ਮੀਰ ਵੀ ਤੋੜਤਾ। ਮੁੜ ਕੇ ਹੁਣ ਇੱਕ ਸਾਰ ਸਿਵਲ ਕੋਡ ਲੈ ਕੇ ਆਂਦਾ। ਨਹੀਂ ਮਾਲੀ ਸਾਹਿਬ, ਅੱਜ ਵੀ ਇਹ ਆਹੀ ਗੱਲ ਮੈਂ ਥੋੜੀ ਜੀ ਦਰਸ਼ਕਾਂ ਤੱਕ ਅਸੀਂ ਪਹੁੰਚਾਣੀ ਵੀ ਚਾਹੁੰਦੇ ਹਾਂ, ਸਮਝਣੀ ਵੀ ਚਾਹੁੰਦੇ ਹਾਂ ਵੀ ਗੱਲ ਇਹ ਆ ਵੀ ਜਦੋਂ ਧਾਰਾ 370 ਤੇ ਸੀਏ ਤੇ ਐਨਆਰਸੀ ਤੇ ਯੂਸੀਸੀ ਤੇ ਇਹਨਾਂ ਸਾਰੀ ਪਾਰਟੀਆਂ ਦੀ ਜਿਹੜੀ ਕਿ ਇੱਕ ਵਿਚਾਰਧਾਰਾ ਦੇ ਇਕੱਠੀਆਂ ਹੋਈਆਂ ਨੇ, ਇਹਨਾਂ ਸਾਰੀਆਂ ਦੀ ਧਾਰਾ ਵੱਖੋ ਵੱਖਰੀ ਸੀਗੀ। ਇਹ ਜਿਹੜੇ ਅੱਜ ਫੈਡਰਲ ਸਟਰਕਚਰ ਦੀ ਬਾਤ ਕਰ ਰਹੇ ਆ, ਜਦੋਂ ਫੈਡਰਲ ਸਟਰਕਚਰ ਨੂੰ ਢਾਹ ਲਾਈ ਜਾ ਰਹੀ ਸੀ ਉਦੋਂ ਕਹਿ ਰਹੇ ਸੀ ਨਹੀਂ ਇਹ ਮੁਲਕ ਦੀ ਗੱਲ ਹੈ। ਨਹੀਂ, ਜੇ ਤੁਸੀਂ ਪਾਰਲੀਮੈਂਟ ਦੇ ਬਹਿਸਾਂ ਦੇਖੋ, VOTING ਦੇਖੋ, ਇਹਨਾਂ ਸਾਰਿਆਂ ਮਸਲਿਆਂ ਦੇ ਵਿੱਚ ਇਹ ਸਾਰੇ ਇਕਸਾਰ ਨਹੀਂ ਸੀ। ਪਰ ਇੱਕ ਧਿਰ ਹੈਗੀ ਸੀ, ਇੱਕ ਸੀ ਮੋਦੀ ਸਰਕਾਰ ਤੇ ਉਹਦੇ ਹਮਾਇਤੀ, ਇੱਕ ਧਿਰ ਉਹ ਸੀ ਜਿਹੜੇ ਉਹਦੇ ਵਿਰੋਧੀ ਵੀ ਸੀ ਤੇ ਉਹਦੇ ਆਲੋਚਕ ਵੀ ਸੀ। ਜਿੱਥੋਂ ਤੱਕ ਕੇਜਰੀਵਾਲ ਦਾ, ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਆ, ਇਹਨਾਂ ਨੇ ਤਾਂ 10 ਉਂਗਲੀਆਂ ਨਾਲ ਅੰਗੂਠੇ ਲਾਏ ਹੋਏ ਨੇ ਸਾਰਿਆਂ ਤੇ, ਜਿਹੜੇ ਕਾਨੂੰਨ ਤੁਸੀਂ ਗਿਣੇ ਹੋਏ ਨੇ। ਸੋ ਇਸ ਕਰਕੇ ਇਹ ਲੜਾਈ ਜਿਹੜਾ ਮੁਲਕ ਪੱਧਰ ਤੇ ਮੋਰਚਾ ਬਣ ਰਿਹਾ,
ਉਹ ਲੋਕ ਸਭਾ ਜੋ ਮੁਲਕ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਤੇ ਸਾਂਝ ਖਾਤਰ ਬਣ ਰਿਹਾ, ਲੋਕ ਸਭਾ ਦੀ ਚੋਣ ਲਈ ਬਣ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਰਾਜਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਸਿਆਸੀ ਗੱਠਜੋੜ ਇਕੱਠਾ ਹੋ ਜੂ, ਉਹ ਇੱਕ ਦੂਜੇ ਨਾਲ ਸਰਗਰਮੀਆਂ ਕਰ ਲੈਣਗੀਆਂ, ਉਹ ਇਕੱਠੀਆਂ ਹੋ ਜਾਣਗੀਆਂ। ਪਰ ਕਿਉਂਕਿ ਹੁਣ ਤੱਕ ਜਿੱਥੇ ਤੱਕ ਸਾਨੂੰ ਧੱਕ ਕੇ ਲੈ ਗਏ, ਇਦੋਂ ਬਿਨਾਂ ਸਾਨੂੰ ਗੱਲ ਸਮਝ ਨਹੀਂ ਆਉਂਦੀ। ਚੁਟਕਲੇ ਬਣਨ ਲੱਗ ਗਏ ਵੀ ਪ੍ਰਤਾਪ ਬਾਜਵਾ ਤੇ ਭਗਵੰਤ ਮਾਨ ਹੁਣ ਇਕੱਠੇ ਡਿਨਰ ਕਰਿਆ ਕਰਨਗੇ। ਇਹ ਅਸਲ 'ਚ ਸਾਡੀ ਵਿਗੜੀ ਹੋਈ ਸਮਝ ਆ ਸਿਸਟਮ ਬਾਰੇ ਜੀ। ਪੱਥਰ ਚੱਟ ਕੇ ਮੱਛੀ ਮੁੜੀਆ ਜੀ। ਤੇ ਜਿਹੜਾ ਇਹ ਇੰਡੀਆ ਲਿਆਂਦਾ ਨਾ ਜੀ ਅੱਜ, ਇਹ ਉਹ ਇੰਡੀਆ ਜਿਹਨੂੰ ਮਿਟਾਉਣ ਲਈ ਮੋਦੀ ਪੂਰਾ ਜ਼ੋਰ ਲਾ ਰਿਹਾ। ਪੁਰਾਣਾ ਇਤਿਹਾਸ ਮਿਟਾਇਆ ਜਾ ਰਿਹਾ, ਨਵੇਂ ਨਾਇਕ ਉਭਾਰੇ ਜਾ ਰਹੇ ਨੇ। ਜਿਹੜਾ ਸੰਸਦ ਦਾ ਉਦਘਾਟਨ ਕੀਤਾ, ਯਾਦ ਕਰੋ ਉਹ ਦਿਨ ਕਿਹੜਾ ਸੀ? ਜਿੱਦਣ ਨਹਿਰੂ ਦਾ ਸੰਸਕਾਰ ਹੋਇਆ ਸੀ ਪੰਡਿਤ ਜੀ ਦਾ, ਤੇ ਸਾਵਰਕਰ ਦਾ ਜਨਮ ਦਿਨ ਹੋਇਆ ਸੀ। ਤੇ ਜੇ ਅੱਜ ਇਹਨਾਂ ਨੇ ਜੋ ਇੰਡੀਆ ਦਾ ਸੰਕਲਪ ਲਿਆਂਦਾ, ਜੋ ਉਹਦੀ ਵਿਆਖਿਆ ਕੀਤੀ ਆ, ਇੰਡੀਅਨ ਨੈਸ਼ਨਲ ਡੈਮੋਕ੍ਰੈਟਿਕ ਇਨਕਲੂਸਿਵ ਅਲਾਇੰਸ, ਆਪਣੇ ਆਪ ਤੇ ਇਹ ਬਹੁਤ ਵੱਡੀ ਤਬਦੀਲੀ ਦਾ ਸੰਕੇਤ ਆ। ਜੇ ਸ਼ਬਦ ਦੇ ਅਸਲੀ ਅਰਥਾਂ ਦੇ ਵਿੱਚ ਇਹ ਗੱਠਜੋੜ ਅੱਗੇ ਵਧੂਗਾ। ਸੋ ਸਵਾਲ ਸਿਰਫ ਇਹ ਆ, ਇੱਕ ਦੇ ਖਿਲਾਫ ਇੱਕ ਬੰਦਾ ਖੜਾ ਕਰਨਾ, ਜਿੰਨੀਆਂ ਵੱਧ ਤੋਂ ਵੱਧ ਸੀਟਾਂ ਤੇ ਹੋ ਸਕਦਾ, ਤੇ 300 ਤੇ ਹੋ ਜੇ, 400 ਤੇ ਹੋ ਜੇ। ਇਹ ਪੰਜਾਬ ਕਾਂਗਰਸ ਨੂੰ ਤਾਂ ਸਮਝ ਨਹੀਂ ਆ ਰਹੀ ਇਹਦੀ, ਤੇ ਨਾ ਇਹਦੀ ਸਮਝ ਆ ਰਹੀ ਹੈ ਕੇਜਰੀਵਾਲ ਨੂੰ। ਹੁਣ ਕੇਜਰੀਵਾਲ ਨੇ ਆਰਡੀਨੈਂਸ ਦਾ ਏਜੰਡਾ ਬਣਾਇਆ ਜੀ। ਜਦੋਂ ਇੱਕ ਗੱਠ ਜੋੜੇ ਮੋਦੀ ਦੇ ਉਲਟ ਹੋ ਰਿਹਾ, ਉਹਦੀ ਤਾਨਾਸ਼ਾਹੀ ਦੇ ਖਿਲਾਫ ਹੋ ਰਿਹਾ, ਉਹਨਾਂ ਨੇ ਆਰਡੀਨੈਂਸ ਦਾ ਸਮਰਥਨ ਕੋਈ ਪਾਰਟੀ ਕਰੇ ਨਹੀਂ ਸਕਦੀ ਸੀ। ਇਹਨੇ ਉੱਥੇ ਟਿੰਡ ਚ ਕਾਨਾ ਪਾਇਆ ਪਹਿਲੀ ਮੀਟਿੰਗ 'ਚ ਪੱਟ ਨੇ। ਜਦੋਂ ਗੱਲ ਨਾ ਬਣੀ, ਮੁੜ ਕੇ ਇਹਨੇ ਸਾਰਿਆਂ ਦਾ ਸਮਰਥਨ ਕੀਤਾ ਹੋਇਆ, ਖੇਤੀ ਬਿੱਲਾਂ ਦਾ ਵੀ ਸਮਰਥਨ ਕੀਤਾ ਹੋਇਆ ਇਹਨੇ ਯੂਜੀਸੀ ਦਾ ਪ੍ਰਿੰਸੀਪਲ ਹੀ ਸਮਰਥਨ ਕਰਤਾ ਜੀ। ਤੇ ਆਮ ਆਦਮੀ ਪਾਰਟੀ ਬੈਠੀ ਉਸ ਮੀਟਿੰਗ 'ਚ ਜਿੱਥੇ ਮੈਜੋਰਟੀ ਉਹ ਸਾਰੀਆਂ ਗੱਲਾਂ ਦੇ ਖਿਲਾਫ ਆ, ਲਗਭਗ ਖਿਲਾਫ ਆ। ਜੇ ਕਿਸੇ ਇੱਕ ਅੱਧੇ ਦੇ ਮਤਭੇਦ ਨੇ, ਉਹਨਾਂ ਦੀ ਸਾਂਝ ਬਹੁਤ ਵੱਡੀ ਬਣਦੀ ਆ। ਕੇਜਰੀਵਾਲ ਦਾ ਏਜੰਡਾ ਇੰਡੀਆ 'ਚ ਵਿਚਾਰਿਆ ਜਾ ਰਿਹਾ, ਬੈਠਾ ਹੋ ਉੱਥੇ ਆ। ਸੋ ਜਿਹੜੀ ਪੰਜਾਬ ਕਾਂਗਰਸ ਗੱਲ ਕਹਿ ਰਹੀ ਆ, ਇਹ ਕਰਦੇ ਸੀ ਜਿਵੇਂ ਕੇਜਰੀਵਾਲ ਬਲੈਕਮੇਲ ਕਰਦਾ ਨਾ, ਉਸੇ ਤਰ੍ਹਾਂ ਪੰਜਾਬ ਕਾਂਗਰਸ ਬਲੈਕਮੇਲ ਕਰਨ ਨੂੰ ਫਿਰਦੀ ਸੀ ਕਿ ਸਾਨੂੰ ਖਹਿੜਾ ਛੱਡੋ। ਕਿਉਂ ਖਹਿੜਾ ਛੱਡਿਆ ਜਾਵੇ ਜੀ ਤੁਹਾਡਾ? ਤੁਸੀਂ ਕਾਨੂੰਨ ਆਪਦਾ ਰਸਤਾ ਅਖਤਿਆਰ ਕਰਦਾ, ਤੁਸੀਂ ਲੁੱਟ ਮਾਰੀ ਨਹੀਂ ਪੰਜਾਬ 'ਚ। ਆ ਪੰਜਾਬ 'ਚ ਜਿਹੜੀ ਤਬਾਹੀ ਆ ਰਹੀ ਆ ਹੜ੍ਹਾਂ ਦੀ, ਇਹ ਕਿਹੜੇ ਵਿਕਾਸ ਮਾਡਲ ਕਰਕੇ ਹੋਈ? ਕਿਵੇਂ ਸਾਰਾ ਕੁਝ ਹੋਇਆ? ਇਹ ਠੀਕ ਆ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ, ਇਹਨੇ ਅਫਸਰਸ਼ਾਹੀ ਦੇ ਅੱਗੇ ਗੋਡੇ ਟੇਕ ਤੇ ਇਹਨਾਂ ਦੇ ਗਲ ਗੁੱਠਾ ਦੇਤਾ ਉਹਨਾਂ ਨੇ ਵੀ ਜੇ ਸਾਡੇ ਵੱਲ ਮੂੰਹ ਕੀਤਾ ਫਿਰ ਕੰਮ ਨਹੀਂ ਚੱਲਣਾ ਸਰਕਾਰ ਦਾ। ਸਕੈਂਡਲਾਂ ਦੀ ਜਾਂਚ ਬੰਦ ਕਰਤੀ ਇਹਨਾਂ ਨੇ ਹੁਣ ਆਮਦਨ ਤੋਂ ਵੱਧ ਸਰੋਤਾਂ ਦੀ ਜਾਂਚ ਫੜ ਲਈ। ਬਿਲਕੁਲ ਫੜੋ ਜੀ, ਹੋਣੀ ਚਾਹੀਦੀ ਆ ਜੀ। ਤੇ ਅਫਸਰਾਂ ਨੇ ਨਹੀਂ ਬਣਾਈ, ਉਧਰਲੇ ਪਾਸੇ ਕਿਉਂ ਨਹੀਂ ਤੁਰਦੇ? ਕੋਈ ਸਕੈਂਡਲ ਸਿਆਸਤਦਾਨ, ਅਫਸਰਸ਼ਾਹ ਤੇ ਮਾਇਆਧਾਰੀ ਦੇ ਗੱਠਜੋੜ ਤੋਂ ਬਿਨਾਂ ਸਿਰੇ ਨਹੀਂ ਚੜ ਸਕਦਾ। ਤੇ ਮੋਹਾਲੀ ਦੇ ਆਲੇ ਦੁਆਲੇ ਇਹ ਸਕੈਂਡਲਾਂ ਦੀ ਭਰਮਾਰ ਆ। ਸੋ ਇਹਨਾਂ ਦੀ ਸਿਆਸੀ ਲੜਾਈ ਜੀ ਸਦ ਕੇ ਲੜਨ, ਪਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਮੁਲਕ ਦੇ ਵਿੱਚ ਹਾਲਤ ਬਦਲਣ ਖਾਤਰ ਸਿਆਸੀ ਗੱਠਜੋੜ ਆ। ਇਹ ਇੱਕਮਿਕਤਾ ਤਾਂ ਹਾਲੇ ਉੱਤੇ ਨਹੀਂ ਹੋਈ। ਇਹ ਇੱਥੇ ਐਵੇਂ ਘਬਰਾਈ ਜਾਂਦੇ ਨੇ, ਅਸੀਂ ਐਂ ਨਹੀਂ ਕਰਾਂਗੇ, ਅਸੀਂ ਐਂ ਨਹੀਂ ਕਰਾਂਗੇ, ਕਿਉਂਕਿ ਸਿਆਸੀ ਸੂਝ ਨਹੀਂ ਸਹੀ, ਇਹ ਹਾਰ ਜਾਂਦੇ ਨੇ। ਗੱਲ ਇਹਨਾਂ ਦੀ ਗਲਤ ਸਾਬਤ ਹੋ ਜਾਂਦੀ ਹੈ। ਠੀਕ ਹੈ। ਇੱਥੇ ਮੈਂ ਗਿੱਲ ਸਾਹਿਬ ਨੂੰ ਪੁੱਛਣਾ ਚਾਹੂੰਗਾ, ਗੱਲ ਇਹ ਹੈ ਵੀ ਇਹ ਸਮਝ ਕਿਉਂ ਨਹੀਂ, ਜਿਹੜੀ ਗੱਲ ਸਮਝ ਦੀ ਮਾਲੀ ਸਾਹਿਬ ਕਹਿ ਰਹੇ ਆ, ਤੁਹਾਡੇ ਲੀਡਰਾਂ ਨੂੰ ਕਿਉਂ ਨਹੀਂ, ਜਿਨ੍ਹਾਂ ਨੂੰ ਤੁਹਾਡੀ ਪਾਰਟੀ ਨੇ ਲੀਡਰ ਆਫ ਓਪੋਜੀਸ਼ਨ ਬਣਾਇਆ, ਪਾਰਟੀ ਪ੍ਰਧਾਨ ਬਣਾਇਆ, ਕਿ ਇੱਕ ਆਪ ਰਵੱਈਏ ਹੈ ਕਿ ਵੜਿੰਗ ਸਾਹਿਬ ਨੇ ਹਰੇਕ ਜਗ੍ਹਾ ਤੜਿੰਗੀ ਰਹਿਣਾ? ਮਾਲੀ ਸਾਹਿਬ ਨੂੰ ਮੈਂ ਜਵਾਬ ਬਾਅਦ ਚੋਂ ਦਿੰਦਾ। ਪਹਿਲਾਂ ਤਾਂ ਮੈਂ ਜੋ ਸਾਡੀ ਇੱਕ ਦੇਖੋ, ਅੱਜ ਦੇਸ਼ ਦੇ ਵਿੱਚ ਚਾਹੇ ਕਿਸਾਨੀ ਅੰਦੋਲਨ ਚੱਲਿਆ, ਚਾਹੇ ਅੱਜ ਕੋਲ ਮਾਈਨਸ ਨੇ, ਚਾਹੇ 에ਅਰਲਾਈਨਸ ਨੇ, ਚਾਹੇ ਕਸ਼ਮੀਰ ਦੇ ਵਿੱਚ ਸੇਬ ਵੀ ਹੈ, ਉੱਥੇ ਵੀ ਅੱਜ ਅਡਾਨੀ ਹੋਣਾ ਦੀ ਫੋਟੋ ਲੱਗਦੀ ਹੈ ਕਿ ਕਿਵੇਂ ਉਹਨਾਂ ਦੀ ਪ੍ਰਾਪਰਟੀ 2014 ਤੋਂ ਬਾਅਦ ਕਿਸ ਉਸ ਲੈਵਲ ਤੇ ਪਹੁੰਚੀ, ਕਿਵੇਂ ਅੱਜ ਮੀਡੀਆ ਕੰਟਰੋਲ 'ਚ, ਕਿਵੇਂ ਕੋਈ ਸਟੇਟ 'ਚ ਇਲੈਕਸ਼ਨ ਹੁੰਦਾ ਤੇ ਈਡੀ CBI ਉੱਥੋਂ ਆਪੋਜੀਸ਼ਨ ਦੇ ਲੀਡਰਾਂ ਨੂੰ ਚੱਕ ਲੈਂਦੀ ਹੈ, ਕਿਵੇਂ ਮਹਾਰਾਸ਼ਟਰ 'ਚ ਸਰਕਾਰ ਤੋੜੀ ਜਾਂਦੀ ਹੈ, ਮੱਧ ਪ੍ਰਦੇਸ਼ 'ਚ ਤੋੜੀ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਕਰਨਾਟਕਾ 'ਚ ਤੋੜੀ ਜਾਂਦੀ ਹੈ। ਹਰ ਜਗ੍ਹਾ ਦੇ ਉੱਤੇ ਈਡੀ CBI ਸਰਕਾਰਾਂ ਦੀਆਂ ਏਜੰਸੀਆਂ ਦੀ। ਜੋ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਤੇ 2G ਦੇ ਜਿਹੜੀਆਂ ਇਨਕੁਆਇਰੀਆਂ ਸੀ ਉਦੋਂ ਉਸ ਸਮੇਂ ਦੇ ਪ੍ਰਾਈਮ ਮਿਨਿਸਟਰਾਂ ਤੇ ਵੀ ਚੱਲਦੀਆਂ ਰਹੀਆਂ ਕਿ ਉਸ ਤਰੀਕੇ ਦੇ ਨਾਲ ਚੱਲਦਾ ਰਹੇ। ਦੇਖੋ ਕਾਂਗਰਸ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੀ ਹੈ। ਜਿੱਥੇ ਦੇਸ਼ ਦਾ ਮਸਲਾ ਹੈ, ਸਾਡਾ ਇੱਕ ਮੁੱਖ ਮੁੱਦਾ ਇਹਨਾਂ ਨਾਲ ਸੀ। ਦੇਖੋ ਪੰਜਾਬ ਦੇ ਵਿੱਚ ਤੁਸੀਂ ਸਾਡੇ ਕਾਂਗਰਸ ਦੇ ਲੀਡਰਾਂ ਦੇ ਉੱਤੇ ਕਾਰਵਾਈਆਂ ਕਰਦੇ ਹੋ,
ਸਾਨੂੰ ਤੁਸੀਂ ਕਹਿੰਦੇ ਹੋ ਵੀ ਤੁਸੀਂ ਚੋਰ ਹੋ, ਫਿਰ ਤੁਸੀਂ ਮਹਿਕਮੇ ਦੇ ਸੈਕਟਰੀ ਤੇ ਕਾਰਵਾਈ ਕਿਉਂ ਨਹੀਂ ਕਰਦੇ? ਜਦੋਂ ਮੰਤਰੀ ਤੇ ਕਾਰਵਾਈ ਹੁੰਦੀ ਹੈ, ਮੰਤਰੀ ਕੋਲ ਤਾਂ ਫਾਈਲ ਐਂਡ ਤੇ ਆਉਂਦੀ ਹੈ, ਪਹਿਲਾਂ ਡਾਇਰੈਕਟਰ MD ਤੇ ਮਹਿਕਮਾ ਸੈਕਟਰੀ ਕੋਲ ਜਾਂਦੀ ਹੈ। IAS IPS ਅਫਸਰਾਂ ਦੇ ਸਭ ਤੋਂ ਜ਼ਿਆਦਾ ਸਿਸਮਾਂ ਦੇ ਵਿੱਚ ਫਾਰਮ ਨੇ, ਸਭ ਤੋਂ ਜ਼ਿਆਦੀਆਂ ਪ੍ਰਾਪਰਟੀਆਂ ਅੱਜ ਪਿਛਲੇ 50 ਸਾਲਾਂ ਤੋਂ ਚਲਾਈ ਅਫਸਰਸ਼ਾਹੀ ਰਹੀ ਹੈ ਸਟੇਟ ਨੂੰ। ਜਿਹੜਾ ਵਿਚਾਰਾ ਨਹੀਂ ਇੰਨਾ ਕੋਈ ਪੜ੍ਹਿਆ ਲਿਖਿਆ ਲੀਡਰ ਹੁੰਦਾ, ਉਹਨੂੰ ਤਾਂ ਅਫਸਰ ਹੀ ਚਲਾਈ ਜਾਂਦੇ, ਸਰ ਐਸੇ ਨਹੀਂ ਹੋ ਸਕਦਾ, ਐਸੇ ਹੋਗਾ। ਔਰ ਦੂਜੀ ਗੱਲ, ਤੁਸੀਂ ਹਾੜੇ ਕੱਢਦੇ ਰਹੇ। ਅਸੀਂ ਇਹ ਨਹੀਂ ਕਹਿੰਦੇ, ਜਿੱਥੇ ਦੇਸ਼ ਦੀ ਗੱਲ ਹੈ, ਵੱਡੀਆਂ ਓਪੋਜੀਸ਼ਨਾਂ ਸੀ, 26 ਪਾਰਟੀਆਂ ਸੀ, ਉਹ ਸਾਰਿਆਂ ਨੇ ਇੱਕ, ਚਲੋ ਅਰਵਿੰਦ ਕੇਜਰੀਵਾਲ ਹਰ ਸਟੇਟ 'ਚ ਗਏ, ਪੰਜਾਬ ਦੇ ਚੌਪਰਾਂ ਨੂੰ ਯੂਜ਼ ਕੀਤਾ, ਭਗਵੰਤ ਮਾਨ ਜੀ ਸਾਰੇ ਦੇਸ਼ ਦਾ ਸੈਰ ਸਪਾਟਾ ਕੀਤਾ ਵੀ ਆਰਡੀਨੈਂਸ ਤੇ ਸਾਡਾ ਆਰਡੀਨੈਂਸ ਤੇ ਸਮਰਥਨ ਦਿੱਤਾ। ਜੇ 17 ਦੇ ਵਿੱਚੋਂ 63 MLA ਉਹਨਾਂ ਦੇ ਨੇ ਦਿੱਲੀ 'ਚ। ਜੇ ਤੁਸੀਂ ਇਹ ਗੱਲ ਕਹਿ ਰਹੇ ਹੋ, ਮਤਲਬ ਤੁਸੀਂ ਇਹ ਸਾਰੀਆਂ ਚੀਜ਼ਾਂ, 에ਅਰਲਾਈਨਸ, ਕੋਲ ਮਾਈਨਸ, ਰੇਲਵੇ, ਸਾਰੀ ਚੀਜ਼ਾਂ ਤੁਹਾਨੂੰ ਪਤਾ, ਤੁਹਾਡਾ ਦਰਦ ਪਤਾ, ਤੁਸੀਂ ਪਾਰਟੀ ਦੇ ਬੁਲਾ ਰਹੇ ਹੋ, ਤੁਹਾਡੇ ਲੀਡਰਾਂ ਨੂੰ ਨਹੀਂ ਪਤਾ। ਲੀਡਰ ਕਿਉਂ ਨਹੀਂ? ਜਦੋਂ ਵੀ ਸਹਿਮਤੀ ਇਸ ਗੱਲ ਤੇ ਬਣ ਰਹੀ ਹੈ, ਜਿਹੜੀ ਮੁਲਕ ਦੀ ਲੁੱਟ ਹੈ, ਉਹ ਲੁੱਟ ਨੂੰ ਜਿਹੜਾ ਚੌਂ ਪਾਸਿਓਂ ਬਚਾਉਣ ਖਾਤਰ ਇੱਕ ਸਹਿਮਤੀ ਇਕੱਠੇ ਹੋਏ ਆ। ਇਹ ਕਹਿੰਦੇ ਅਸੀਂ ਤਾਂ ਇਹਨਾਂ ਕੇ ਗੋਡੇ ਨਹੀਂ ਟੇਕਾਂਗੇ, ਅਸੀਂ ਤਾਂ ਇਹਨਾਂ ਨੂੰ ਟਿੱਚ ਨਹੀਂ ਜਾਣਦੇ, ਇਹ ਤਾਂ ਐ ਨੇ, ਇਹ ਤਾਂ ਐ ਨੇ। ਇਹ ਮਤਲਬ ਹੁਣ ਇੱਕ ਇਹੋ ਜਿਹੀ ਗੱਲ ਹੈ, ਤਾਂ ਉਹ ਗੱਲ ਹੈ ਵੀ ਵਿਆਹ ਧਰ ਲਿਆ ਤੇ ਫਿਰ ਕਹਿ ਦੋ ਵੀ ਤਲਾਕ ਦੀ ਤਰੀਕ ਕਿਹੜੀ ਆ। ਨਵਜੋਤ ਜੀ ਪਲੀਜ਼ ਮੈਨੂੰ 2 ਮਿੰਟ ਐਕਸਪਲੇਨ ਕਰ ਦਿਓ, ਮੈਂ ਸਾਰੀ ਗੱਲਾਂ ਦਾ ਜਵਾਬ ਦਊਂ। ਦੇਖੋ, ਜੇ 17 ਦੇ ਵਿੱਚੋਂ ਇੱਕ ਵਾਰ 67 MLA ਉਹਨਾਂ ਦੇ ਆਏ, ਐਤਕੀ ਪਤਾ ਨਹੀਂ 62 ਕੇ 63 MLA ਆਏ, ਦਿੱਲੀ 'ਚ ਲੋਕਾਂ ਨੇ ਸਰਕਾਰ ਚੁਣੀ, ਚਲੋ ਸਾਨੂੰ ਨਕਾਰਤਾ। ਜਦੋਂ ਪਹਿਲਾਂ ਆਇਆ ਉਦੋਂ ਸਾਡਾ ਸਮਰਥਨ ਮੰਗਿਆ, ਕਾਂਗਰਸ ਨੇ ਵੀ ਆਪ ਨੂੰ ਸਮਰਥਨ ਦਿੱਤਾ। ਚਲੋ ਗੱਲ ਸੀ ਵੀ ਕਿ ਦੁਬਾਰਾ ਇਲੈਕਸ਼ਨ ਹੋਣਗੇ, ਉਹ ਲੋਕਾਂ ਦਾ ਨੁਕਸਾਨ ਹੈ, ਪਬਲਿਕ ਤੇ ਪੈਸੇ ਦਾ ਨੁਕਸਾਨ ਹੈ। ਜੇ 63 MLA ਦੀ ਚੁਣੀ ਸਰਕਾਰ ਨੂੰ ਕੰਮ ਕਰਨ ਦਿੱਤਾ ਨਹੀਂ ਜਾ ਰਿਹਾ, ਉੱਥੇ LG ਇੰਟਰਫੇਰੈਂਸ ਕਰ ਰਿਹਾ ਹੈ, ਉਹ ਸਰਕਾਰਾਂ ਦਾ ਹੱਕ ਹੈ ਵੀ ਇਹ ਥੋੜੀ ਹੈ ਵੀ ਉੱਥੇ ਸੈਂਟਰ ਗਵਰਨਮੈਂਟ ਜੋ ਮਰਜ਼ੀ ਫੈਸਲੇ, ਅਸੀਂ ਵੀ ਕਹਿੰਦੇ ਹਾਂ ਜਿੱਥੇ ਪੰਜਾਬ ਦਾ ਹੱਕ ਹੈ, ਪੰਜਾਬ ਦੀ ਵਿਧਾਨ ਸਭਾ ਦਾ ਹੱਕ ਹੈ, ਚੰਡੀਗੜ੍ਹ ਦੇ ਮੁੱਦੇ ਦਾ ਹੱਕ ਹੈ, ਉੱਥੇ ਸਟੇਟ ਸਰਕਾਰ ਭਗਵੰਤ ਮਾਨ ਜੀ ਮੋਦੀ ਦੇ ਘਰ ਦੇ ਬਾਹਰ ਧਰਨਾ ਲਾਉਣ, ਅਸੀਂ ਨਾਲ ਬੈਠਾਂਗੇ, ਉਹ ਪੰਜਾਬ ਦੀ ਗੱਲ ਹੈ। ਪਰ ਕਾਂਗਰਸ ਜਿਹੜਾ ਮੁਲਕ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ ਹੈ, ਜਿਹੜੀਆਂ ਸ਼ਕਤੀਆਂ ਨੂੰ ਖਤਮ ਕੀਤਾ ਜਾਂ ਕੇਂਦਰੀਕਰਨ ਕੀਤਾ ਜਾ ਰਿਹਾ ਹੈ, ਵੀ ਉਹਦੇ ਖਿਲਾਫ ਹੋ। ਬਿਲਕੁਲ। ਅੱਛਾ ਜੀ, ਇਹੀ ਗੱਲ ਕਹਿ ਰਹੇ ਹੋ ਬਿਲਕੁਲ ਉਹਦੇ ਖਿਲਾਫ ਨਹੀਂ। ਫਿਰ ਇਹ ਗੱਲ ਪ੍ਰਤਾਪ ਬਾਜਵਾ ਜੀ ਨੂੰ, ਰਾਜਾ ਵੜਿੰਗ ਜੀ ਨੂੰ ਕਿਉਂ ਨਹੀਂ ਸਮਝ ਆ ਰਹੀ? ਮੈਂ ਜਵਾਬ ਦੇ ਰਿਹਾ ਨੂੰ ਜੀ, ਜੇ ਤੁਸੀਂ ਸੁਣੋਗੇ ਮੇਰੀ ਬੇਨਤੀ ਹੈ। ਦੇਖੋ, ਅੱਜ ਪੰਜਾਬ ਦੇ ਮੁੱਦੇ ਦੀ ਗੱਲ ਹੈ, ਇਹ ਪੰਜਾਬ ਦੇ ਵਿੱਚ 92 MLA ਇਹਨਾਂ ਨੂੰ ਫਤਵਾ ਮਿਲਿਆ, ਇਹ ਕਰਕੇ ਆਏ। ਅੱਜ ਨੌਜਵਾਨਾਂ ਦੇ ਮੁੱਦੇ ਕਿੱਥੇ ਆ? ਲਾਅ ਐਂਡ ਆਰਡਰ ਦੇ ਮੁੱਦੇ ਕੀ ਹੈ? ਫਲੱਡ ਦੇ ਵਿੱਚ ਸਾਰਾ ਪੰਜਾਬ ਰੁੜੀ ਜਾਂਦਾ ਹੈ, ਹਰ ਰੋਜ਼ ਕਰਪਟ ਮੰਤਰੀ ਕਿਸੇ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ, ਕੋਈ ਕਰਪਸ਼ਨ ਦੇ ਵਿੱਚ ਫਸੀ ਜਾਂਦਾ ਹੈ। ਜੇ ਪੰਜਾਬ ਦੇ ਮੁੱਦੇ ਅਸੀਂ ਅੱਖ 'ਚ ਅੱਖ ਪਾ ਕੇ ਗੱਲ ਕਰਾਂਗੇ, ਕਿਉਂ ਨਾ ਇਹਨਾਂ ਤੋਂ ਸਵਾਲ ਪੁੱਛਾਂਗੇ? ਬਿਲਕੁਲ ਪੁੱਛਾਂਗੇ। ਉਹ ਦੇਸ਼ ਦੀ ਗੱਲ ਹੈ, ਅਜੇ ਕੋਈ ਅਲਾਈਅੰਸ ਥੋੜੀ ਹੋ ਗਿਆ, ਉਹ ਤਾਂ ਇੱਕ ਆਰਡੀਨੈਂਸ ਤੇ ਅਸੀਂ ਆਪ ਨੂੰ ਸਮਰਥਨ ਦਿੱਤਾ। ਅਸੀਂ ਰੋਕਦਾ ਆਰਡੀਨੈਂਸ ਕਰਦੇ ਕਿਉਂ ਨਹੀਂ ਕਰਦੇ? ਸਾਂਝ ਹੀ ਨਹੀਂ। ਹਰ ਰੋਜ਼ ਤੁਹਾਡੇ ਹਾਈ ਕਮਾਨ ਨੇ ਸਾਂਝ ਪਾਲੀ, ਤੁਸੀਂ ਕਹਿੰਦੇ ਸਾਡੀ ਸਾਂਝ ਕੋਈ ਸਾਂਝ ਨਹੀਂ। ਅਸੀਂ ਆਰਡੀਨੈਂਸ ਤੇ ਸਮਰਥਨ ਦਿੱਤਾ। ਜੇ ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦਿੱਤਾ ਨਹੀਂ ਜਾਊਗਾ, ਅਸੀਂ ਉਹਦੇ ਨਾਲ ਖੜਾਂਗੇ, ਸਾਰਾ ਦੇਸ਼ ਖੜਾ। ਪਰ ਇੱਕ ਮਿੰਟ ਬੇਨਤੀ, ਜਿੱਥੇ ਪੰਜਾਬ ਦੀ ਗੱਲ ਹੈ, ਮੈਂ ਮੇਰੀ ਦੇਖੋ, ਤੁਸੀਂ ਮੇਰੀ ਗੱਲ ਪੂਰੀ ਨਹੀਂ ਹੁੰਦੀ ਨਵਜੋਤ ਜੀ, ਪਲੀਜ਼ 1 ਮਿੰਟ ਰਿਕੁਐਸਟ ਹੈ ਕਿ ਜਿੱਥੇ ਪੰਜਾਬ ਦੀ ਗੱਲ ਹੈ, ਜਿੱਥੇ ਅਜੇ ਅਸੀਂ ਕੋਈ ਗੱਠ ਜੋੜਦਾ ਕੀ ਹੈ? ਅਕਾਲੀ BJP ਦਾ ਕਰ, ਅਸੀਂ ਗੱਠ ਜੋੜਦਾ ਤਾਂ ਅਸੀਂ ਕੋਈ ਕੀਤਾ ਹੀ ਨਹੀਂ। ਬਿਲਕੁਲ, ਅਸੀਂ ਉਹ 38 ਪਾਰਟੀਆਂ ਨੇ NDA ਦੀਆਂ। ਜੇਕਰ ਕਿਸੇ ਚੁਣੀ ਸਰਕਾਰ ਨੂੰ ਕੰਮ ਕਰਨ ਦਿੱਤਾ ਨਹੀਂ ਜਾ ਰਿਹਾ, ਉਹ ਸੈਂਟਰਲ ਲੀਡਰਸ਼ਿਪ ਦਾ ਫੈਸਲਾ। ਪਰ ਜਿੱਥੇ ਪੰਜਾਬ ਦੀ ਗੱਲ ਹੈ, ਪੰਜਾਬ ਦੇ ਮੁੱਦੇ, ਚੁਣੀ ਹੋਈ ਸਰਕਾਰ ਹੈ, ਲੋਕਾਂ ਸਾਨੂੰ ਆਪੋਜੀਸ਼ਨ ਦਾ ਰੋਲ ਦਾ ਕਰਨਾ ਬਿਲਕੁਲ ਹੋਣੀ ਹੈ। ਅਜੇ ਮੀਡੀਆ ਇਹਦੇ ਵਿੱਚ, ਮੀਡੀਆ ਦੇ ਸਾਹਮਣੇ ਤਾਂ ਕੋਈ ਗੱਠਜੋੜ ਹੋਇਆ ਨਹੀਂ, ਨਾ ਤਾਂ ਕੋਈ ਇਹਦੀ ਲਿਖਤ ਪੜਤ ਹੋ ਗਈ ਹੈ ਵੀ ਇਹ ਗੱਠਜੋੜ ਹੋ ਗਿਆ। ਅਸੀਂ ਆਰਡੀਨੈਂਸ ਤੇ ਸਮਰਥਨ ਦਿੱਤਾ, ਨਾ ਕਿ ਗੱਠਜੋੜ ਤੇ। ਇਹ ਅਫਵਾਹ ਉਡਾਈ ਜਾ ਰਹੀ ਹੈ, ਇਹ ਬਿਲਕੁਲ ਗਲਤ ਹੈ, ਲੋਕਾਂ ਦੇ ਵਿੱਚ ਪ੍ਰੋਫੈਸ਼ਨ ਬਣਾਈ ਜਾ ਰਹੀ ਹੈ। ਲਿਖਤ ਪੜਤ ਦਾ ਕੋਈ ਹੁੰਦੀ ਨਹੀਂ। ਬਥੇਰੇ ਮੁੱਖ ਮੰਤਰੀ, ਬਥੇਰੇ ਸਿਆਸਤਦਾਨ, ਵੱਡੇ ਮੌਸਮ ਵਿਗਿਆਨੀ ਸਾਬਤ ਹੋਇਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿੱਧਰ ਨੂੰ ਚੱਲ ਰਿਹਾ ਆਪਣਾ ਤੋਰੀ। ਅੱਛਾ, ਹੁਣ ਮਾਲੀ ਸਾਹਿਬ ਨੂੰ ਜਵਾਬ ਦੇਣਾ ਚਾਹੁੰਦਾ। ਇਹਨਾਂ ਨੂੰ ਕਾਂਗਰਸ ਤੇ ਬੜੀ ਹੋ ਰਹੀ ਹੈ। ਮਾਲੀ ਸਾਹਿਬ, ਮੇਰੀ ਬੇਨਤੀ ਹੈ, ਮੈਂ ਪਰਸਨਲੀ ਨਹੀਂ ਕਰਨਾ ਚਾਹੁੰਦਾ ਕਿ ਆਪਾਂ ਵੀ ਬੜੇ, ਤੁਸੀਂ ਪੁਰਾਣੇ ਸਿਆਸਤਦਾਨ ਹੋ ਜਾਂ ਹਰ ਵੱਖ-ਵੱਖ ਤਰੀਕੇ ਨਾਲ ਵੱਡੇ ਲੀਡਰਾਂ ਦੇ ਐਡਵਾਈਜ਼ਰ ਰਹੇ ਹੋ, ਫਿਰ ਕੀ ਲੜਾਈ ਆਪਾਂ ਲੜ ਲਈ? ਜਿਨ੍ਹਾਂ ਦੇ ਐਡਵਾਈਜ਼ਰ ਰਹੇ ਹੋ ਅੱਜ ਤੱਕ, ਉਹਨਾਂ ਨੇ ਕੀ, ਚਲੋ ਕੋਈ ਚੰਗੇ ਲੀਡਰ ਵੀ ਰਹੇ ਹੋਣਗੇ, ਉਹਨਾਂ ਦੀ ਵੀ ਤੁਸੀਂ ਕੀਤੀ ਹੋਊਗੀ, ਪਰ ਇਹ ਆਪਾਂ ਇੱਕ ਪਰਸਨਲੀ ਨਾ ਕਰੀਏ। ਅਸੀਂ ਵੀ ਇਹ ਨਹੀਂ ਵੀ ਅਸੀਂ ਇੱਕ ਕਾਂਗਰਸ ਨੂੰ, ਮੈਂ ਤੁਹਾਡੀਆਂ ਰੋਜ਼ ਦੇਖਦਾ ਰਹਿਣਾ ਵੀ ਇੰਟਰਵਿਊ ਦੇਖਦਾ ਰਹਿਣਾ ਵੀ ਅਸੀਂ ਇੱਕ ਪਾਸੇ ਇੱਕ ਲਾਈਨ ਨੂੰ ਤੁਰ ਪਈਏ ਵੀ ਬਸ ਉਹਨਾਂ ਨੂੰ ਕਰੀ ਜੀ। ਤੁਸੀਂ ਗੱਲ ਨਹੀਂ ਫੋਲੋ ਕਰ ਰਹੇ। ਜੀ ਮੈਂ ਉਹਨਾਂ ਦੀ ਗੱਲ ਨੂੰ ਐ ਲਾ ਲਓ ਵੀ ਚਲੋ ਟੋ ਕਰ ਰਹੇ ਹਾਂ ਮਾਲੀ ਸਾਹਿਬ ਦੀ ਗੱਲ ਨੂੰ। ਗੱਲ ਇਹ ਹੈ ਵੀ ਜਦੋਂ ਗੱਲ ਹੀ ਤੁਸੀਂ ਆਪ ਗੱਲ ਤੋਰੀ ਹੈ ਵੀ ਭਾਰਤ ਜੋੜੋ ਯਾਤਰਾ, ਵੀ ਅਸੀਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ, ਬਿਲਕੁਲ ਖਿਲਾਫ। ਪੰਜਾਬ ਫਿਰ ਤੁਹਾਡੇ ਆਪਦੇ ਲੀਡਰ ਕਿਉਂ ਨਹੀਂ ਹੋ ਰਹੇ? ਕੌਣ ਕਹਿੰਦਾ ਕਿਉਂ ਨਹੀਂ? ਰਾਜਾ ਵੜਿੰਗ ਦਾ ਬਿਆਨ ਕੀ ਹੈ, ਦੁਬਾਰਾ ਸੁਣਾਵਾਂ। ਅਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਨਹੀਂ ਕਰਦੇ, ਅਸੀਂ ਸੈਂਟਰ ਖਿਲਾਫ ਤਾਂ ਰੋਲ ਲੜ ਰਹੇ। ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਕੀਤੀ, ਉੱਥੇ ਰਾਹੁਲ ਗਾਂਧੀ ਕਹਿੰਦੇ ਨਾ ਜਿੰਨੇ ਧਰਨੇ, ਮੇਰੀ ਗੱਲ ਸੁਣੋ, ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ NSA ਲਾਇਆ ਆਮ ਆਦਮੀ ਪਾਰਟੀ ਨੇ BJP ਨਾਲ ਰਲ ਕੇ। ਅਸੀਂ ਜਿੰਨੇ ਐਜੀਟੇਸ਼ਨ
ਪੰਜਾਬ ਕਾਂਗਰਸ ਨੇ ਸੈਂਟਰ ਦੇ ਉਲਟ ਕੀਤੇ। ਮੈਨੂੰ ਦੱਸੋ ਕਿਹੜੀ ਪਾਰਟੀ ਨੇ ਕੀਤੀ? ਤਾਂ ਪਟਿਆਲੇ ਅਜੇ 4 ਦਿਨ ਨਹੀਂ ਹੋਏ ਧਰਨਾ ਲਾਇਆ। ਅੱਛਾ ਰੋਜ਼ ਲੜਾਈ ਲੜ ਰਹੇ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਕਾਂਗਰਸ ਮੁੱਦਾ ਨਹੀਂ ਚੱਕ ਰਹੀ। ਇਹਦਾ ਮਤਲਬ ਇਹ ਹੈ ਤੁਹਾਡੀ ਪਾਰਟੀ ਦੇ ਵਿੱਚ ਤਾਨਾਸ਼ਾਹੀ ਚੱਲਦੀ ਹੈ। ਕਿਉਂ ਤਾਨਾਸ਼ਾਹੀ ਚੱਲ ਰਹੀ ਹੈ? ਇਹਦਾ ਮਤਲਬ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ। ਕਿਉਂ ਨਹੀਂ ਪਤਾ? ਪਤਾ ਹੈ ਰਾਹੁਲ ਗਾਂਧੀ ਜੀ ਨੂੰ। ਰਾਹੁਲ ਗਾਂਧੀ ਨੇ ਸਮਝੌਤਾ ਕਿਉਂ ਕੀਤਾ? ਕਾਹਦਾ ਸਮਝੌਤਾ ਹੋ ਗਿਆ? ਵਾਹ ਕਾਹਦਾ ਸਮਝੌਤਾ? ਆਮ ਆਦਮੀ ਪਾਰਟੀ ਨੇ ਸ਼ਰਤ ਰੱਖੀ ਵੀ ਆਰਡੀਨੈਂਸ ਅਸੀਂ ਤਾਂ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ। ਤਾਂ ਨਾਲ ਆਵਾਂਗੇ। ਕੀ ਕਾਂਗਰਸ ਨਹੀਂ ਸ਼ਰਤ ਰੱਖਦੀ? ਜਾਂ ਕਾਂਗਰਸ ਕੀ ਸ਼ਰਤ ਰੱਖਦੀ? ਕਾਂਗਰਸ ਇੰਨੀ ਕਮਜ਼ੋਰ ਹੋ ਗਈ ਹੈ ਵੀ ਬੈਂਗੀਆਂ ਕਿਉਂ ਕਮਜ਼ੋਰ ਹੋ ਗਈ ਕਾਂਗਰਸ? ਮਿੰਤਾਂ ਆਪਨੇ ਕੀਤੀਆਂ, ਕਾਂਗਰਸ ਨਹੀਂ ਉਹਨਾਂ ਦੇ ਘਰੇ ਗਈ। ਜਵਾਬ ਦਿਓ। ਕਾਂਗਰਸ ਨਹੀਂ ਆਪ ਕੋਲ ਗਈ ਕੀਤੀਆਂ। ਨਾਲੇ ਹੁਣ ਜਲਾਲ ਦਾ ਕਾਂਗਰਸ ਨਹੀਂ ਗਈ। ਕਹਿੰਦੇ ਤੁਹਾਡੇ ਨਾਲ ਤਾਂ ਕੋਈ ਸਾਂਝ ਨਹੀਂ ਸਾਡੀ। ਕੋਈ ਸਾਂਝ ਨਹੀਂ। ਇਲੈਕਸ਼ਨ ਦੀ ਕੋਈ ਸਾਂਝ ਨਹੀਂ। ਆਰਡੀਨੈਂਸ ਤੇ ਸਮਰਥਨ ਦਿੱਤਾ। ਇਲੈਕਸ਼ਨ ਦੀ ਕੋਈ ਸਾਂਝ ਨਹੀਂ। ਇਲੈਕਸ਼ਨ ਕਾਂਗਰਸ ਪਾਰਟੀ ਆਦੇ ਦਮ ਤੇ ਲੜੇਗੀ। 13 ਦੀਆਂ 13 ਸੀਟਾਂ ਦੇ ਪੰਜਾਬ 'ਚ ਲੜੇਗੀ। ਜਿੱਥੇ ਚਲੋ ਠੀਕ ਹੈ ਆਰਡੀਨੈਂਸ ਦੇ ਵਿੱਚ ਅਸੀਂ ਸਮਰਥਨ ਕਰਦੇ ਹਾਂ ਜੇ ਚੁਣੀ ਸਰਕਾਰ ਨੂੰ ਕੰਮ ਕਰਨ ਦਿੱਤਾ ਨਹੀਂ ਜਾ ਰਿਹਾ। ਗਿੱਲ ਸਾਹਿਬ ਗੱਲ ਇਹ ਆ ਜੇ ਪਤੰਗ ਚੜਾਉਣਾ ਹੈ ਤਲਾਮਾਂ ਪਾਉਣੀਆਂ ਪੈਣਗੀਆਂ, ਡੋਰ ਹੋਊਗੀ, ਹਵਾ ਫੂਕਾਂ ਮਾਰ ਕੇ ਪਤੰਗ ਨਹੀਂ ਚੜਨੇ ਹੈਗੇ। ਨਹੀਂ ਫੂਕਾਂ ਮਾਰ ਕੇ ਨਹੀਂ ਚੜਨੇ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਕਾਂਗਰਸ ਨੇ ਸੈਂਟਰ ਖਰਾਬ ਕਿਉਂ ਨਹੀਂ ਲੜਾਈ? ਜਿੰਨੇ ਮੁੱਦੇ ਅਸੀਂ ਚੱਕਦੇ ਸੀ ਤਾਂ ਰੋਜ਼ ਲੜਦੇ ਆ। ਚਲੋ ਲੜਾਈ ਰੱਖਦੇ ਆ ਕਿਉਂ ਨਹੀਂ? ਹਾਂਜੀ ਬੱਬੀ ਜੀ। ਹਾਂਜੀ ਨਵਜੋਤ ਜੀ ਮੇਰੀ ਬੇਨਤੀ ਹੈ ਵੀ ਹੁਣ ਉਨਾ ਕੁ ਟਾਈਮ ਮੈਨੂੰ ਦੇ ਦਿਓ ਜਿੰਨਾ ਕੁ ਅੱਧਾ ਟਾਈਮ ਮਾਲੀ ਜੀ ਤੋਂ ਅੱਧਾ ਹੀ ਹੋ ਜੇ ਤੇ ਰੂਪੀ ਗਿੱਲ ਜੀ ਜਿੰਨਾ ਹੋ ਜੇ। ਜਦੋਂ ਤੱਕ ਤੁਸੀਂ ਚੁੱਪ ਨਹੀਂ ਕਰਦੇ ਮੈਂ ਵਿੱਚ ਨਹੀਂ ਬੋਲਦਾ। ਲਓ ਜੀ ਤੁਸੀਂ ਆਪਣੀ ਗੱਲ ਰੱਖ ਲਿਓ। ਰੈਪੀਟੀਸ਼ਨ ਨਾ ਹੋਵੇ ਬਸ। ਨਹੀਂ ਰੈਪੀਟੇਸ਼ਨ ਕਰਦੇ। ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਕਾਂਗਰਸ ਦੇ ਪ੍ਰਵਕਤਾ ਨੂੰ ਆਪਣਾ ਸਟੈਂਡ ਆਪਦੇ ਮਨ 'ਚ ਸਾਫ਼ ਕਰ ਲੈਣਾ ਚਾਹੀਦਾ ਹੈ ਵੀ ਸਾਡੀ ਵਿਰੋਧਤਾ ਕਰਨੀ ਹੈ ਕਿ ਸਾਡੇ ਨਾਲ ਅਲਾਈਅੰਸ ਕਰਨੀ ਹੈ। ਮੈਨੂੰ ਐਕੋ ਆ ਰਹੀ ਹੈ, ਥੋੜੀ ਆਵਾਜ਼ ਘਟਾਇਓ। ਮੈਂ ਇਹ ਬੇਨਤੀ ਕਰਦਾ ਕਿ ਵੈਸੇ ਤਾਂ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਮੈਂ ਤਾਂ ਸੋਹਣਾ ਵੀ ਨਹੀਂ ਲੱਗਦਾ ਇਹਨਾਂ ਤੇ ਕਮੈਂਟ ਕਰਦੇ ਹੋਏ, ਲੇਕਿਨ ਮੈਂ ਇਹ ਪੁੱਛਣਾ ਚਾਹੁੰਦਾ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਦਾ ਮਤਲਬ ਕੀ ਹੁੰਦਾ? ਗੱਠਜੋੜ ਨਹੀਂ ਹੁੰਦਾ ਤਾਂ ਹੋਰ ਕੀ ਹੁੰਦਾ? ਮੈਨੂੰ ਇਹ ਨਹੀਂ ਪਤਾ ਕਿ ਪ੍ਰਤਾਪ ਬਾਜਵਾ ਜੀ ਤੇ ਰਾਜਾ ਵੜਿੰਗ ਜੀ ਕਿਉਂ ਨਹੀਂ ਗਏ ਉੱਥੇ? ਰਾਹੁਲ ਦੀ ਥਾਂ ਤੇ ਮਲਕ ਅਰਜਨ ਖੜਗੇ ਦੀ ਥਾਂ ਤੇ ਇਹੀ ਚਲੇ ਜਾਂਦੇ ਉੱਥੇ। ਜਦੋਂ ਇੱਕ ਫੌਜ ਦਾ ਕਮਾਂਡਰ ਇਨ ਚੀਫ ਕੋਈ ਫੈਸਲਾ ਕਰ ਦਿੰਦਾ ਹੈ ਉਸ ਤੋਂ ਬਾਅਦ ਇਹ ਥੋੜਾ ਹੁੰਦਾ ਵੀ ਬ੍ਰਿਗੇਡ ਕਵੇ ਵੀ ਸਾਡਾ ਸਟੈਂਡ ਅਲੱਗ ਹੈ ਜੀ, ਕੋਈ ਕੋਰ ਕਵੇ, ਕੋਈ ਬਟਾਲੀਅਨ ਕਹੇ ਸਾਡਾ ਸਟੈਂਡ ਅਲੱਗ ਹੈ ਜੀ। ਸਾਡੀ ਪਾਰਟੀ ਤਾਂ ਇੱਕ ਡਿਸਪਲਿਨਡ ਪਾਰਟੀ ਹੈ। ਸਾਡੇ ਜਿਹੜੇ ਫੈਸਲੇ ਆ ਸਾਡੀ ਪੀਏਸੀ ਲੈਂਦੀ ਹੈ, ਸਾਡੇ ਫੈਸਲੇ ਸਾਡੇ ਕਨਵੀਨਰ ਲੈਂਦੇ ਆ ਔਰ ਸਾਡੇ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਦੋਵੇਂ ਉੱਥੇ ਸੀ। ਉੱਥੇ 3 ਗੱਲਾਂ ਤੇ ਸਪਸ਼ਟਤਾ ਬਣੀ। ਪਹਿਲੀ ਗੱਲ ਉਹਨਾਂ ਨੇ ਜਿਹੜੀ ਕਹੀ ਜੀ ਉਹ ਇਹ ਕਹੀ ਕਿ ਇੰਡੀਆ ਨਾਮ ਹੋਊਗਾ ਅਲਾਈਅੰਸ ਦਾ। ਨੰਬਰ 2 ਤੇ 11 ਮੈਂਬਰੀ ਸਟੀਅਰਿੰਗ ਕਮੇਟੀ ਬਣੂਗੀ। ਸੌਰੀ ਮੈਂ ਆਪਣੀ ਗੱਲ ਤੇ ਖੜਾ ਰਿਹਾ ਵੀ ਇਹ ਕਿਹਨੇ ਗੱਲ ਕਹੀ ਕਿ ਇੰਡੀਆ ਰਹੇਗਾ? ਨਾਮ ਕਿਹਨੇ ਸੁਝਾਇਆ? ਇਹ ਜੀ 26 ਮੈਂਬਰੀ ਜਿਹੜੀ ਮੀਟਿੰਗ ਸੀਗੀ ਪਾਰਟੀਆਂ ਦੀ, ਉਹਦੇ ਵਿੱਚ 3 ਫੈਸਲੇ ਹੋਏ ਮੇਜਰ ਕਿ ਇੱਕ ਤਾਂ ਕੋਲੇਸ਼ਨ ਦਾ ਨਾਮ ਇੰਡੀਆ ਹੋਏਗਾ, ਦੂਸਰਾ ਫੈਸਲਾ ਹੋਇਆ ਕਿ 11 ਮੈਂਬਰੀ ਸਟੀਅਰਿੰਗ ਕਮੇਟੀ ਹੋਊਗੀ, ਤੀਸਰਾ ਫੈਸਲਾ ਇਹ ਹੋਇਆ ਕਿ ਕਾਮਨ ਕੈਂਪੇਨ ਹੈੱਡਕੁਆਟਰ ਹੋਊਗਾ ਦਿੱਲੀ ਦੇ ਵਿੱਚ, ਕਾਮਨ ਕੈਂਪੇਨ ਹੈੱਡਕੁਆਟਰ। ਹੁਣ ਮੈਨੂੰ ਇਹ ਸਮਝਾਓ ਕਿ ਜਦੋਂ ਸਾਰੀਆਂ ਪਾਰਟੀਆਂ ਦੀ ਕੈਂਪੇਨ ਇੱਕ ਥਾਂ ਤੋਂ ਚੱਲਣੀ ਹੈ, ਫਿਰ ਉਸ ਤੋਂ ਬਾਅਦ ਸੀਟ ਸ਼ੇਅਰਿੰਗ ਤੇ ਅਜੇ ਗੱਲ ਨਹੀਂ ਹੋਈ। ਮੈਂ ਇਹ ਗੱਲ ਮੰਨਦਾ ਵੀ ਸੀਟ ਸ਼ੇਅਰਿੰਗ ਤੇ ਅਜੇ ਗੱਲ ਨਹੀਂ ਹੋਈ। ਫਿਰ ਮੈਨੂੰ ਇਹ ਵੀ ਨਹੀਂ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇਸ਼ ਨੂੰ ਬਚਾਉਣਾ ਹੈ, ਅੱਜ ਇੰਸਟੀਟਿਊਸ਼ਨਸ ਨੂੰ ਬਚਾਉਣਾ ਹੈ, ਤਾਂ ਫਿਰ ਕਾਂਗਰਸ ਦੇ ਪੰਜਾਬ ਇਕਾਈ ਨੂੰ ਵੱਡਾ ਦਿਲ ਕਰਨਾ ਪੈਣਾ ਹੈ। ਸਾਨੂੰ ਲੋੜ ਨਹੀਂ, ਸਾਡੇ ਤਾਂ ਵੈਸੇ ਹੀ 5 ਗੁਣਾ ਐਮਐਲਏ ਹੈ, ਕਾਂਗਰਸ ਦੇ 18 ਹੈ ਤੇ ਸਾਡੇ 92 ਹੈ। ਇਹ ਤਾਂ ਸਾਨੂੰ ਕਹਿਣਾ ਚਾਹੀਦਾ ਹੈ ਕਿ ਪੰਜਾਬ ਦੇ ਅੰਦਰ ਸਾਨੂੰ ਕਹਿਣਾ ਚਾਹੀਦਾ ਸੀ ਵੀ ਅਸੀਂ ਨਹੀਂ ਮੰਨਦੇ, ਲੇਕਿਨ ਅਸੀਂ ਤਾਂ ਕਹਿ ਰਹੇ ਹਾਂ ਵੀ ਦੇਸ਼ ਨੂੰ ਬਚਾਉਣਾ ਹੈ। ਦੇਸ਼ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਕਰਨ ਦੀ ਲੋੜ ਹੈ। ਅਸੀਂ ਉਹਦੇ ਤੇ ਹਾਜ਼ਰ ਹਾਂ, ਅਸੀਂ ਹਰ ਪਾਸਿਓਂ ਕਰਨ ਨੂੰ ਤਿਆਰ ਹਾਂ। ਹੁਣ ਮੈਨੂੰ ਇਹ ਸਮਝਾਓ ਕਿ ਸਾਡੀ ਜਿਹੜੀ ਪਾਰਟੀ ਹੈ ਇਹ 3 ਇਹਦੇ ਮੁੱਖ ਸਟੈਂਡ ਹੈ। ਦੇਖੋ ਪਹਿਲੀ ਗੱਲ ਤਾਂ ਇਹ ਹੈ, ਇਹ ਕਹਿੰਦੇ ਜੀ ਸਾਡੇ ਉੱਤੇ ਕੇਸ ਪਾਤੇ ਜੀ, ਸਾਡਾ ਵਿਜੀਲੈਂਸ। ਜਦੋਂ ਅਸੀਂ ਆਪਦੀ ਪਾਰਟੀ ਦੇ ਭ੍ਰਿਸ਼ਟਾਚਾਰੀ ਨਹੀਂ ਛੱਡੇ, ਮੈਂ ਮਾਲੀ ਜੀ ਨੂੰ ਵੀ ਦੱਸਣਾ ਚਾਹੁੰਦਾ ਹੈ ਵੀ ਜਦੋਂ ਅਸੀਂ ਆਪਦੇ ਮੰਤਰੀ ਨੂੰ ਅੰਦਰ ਕਰ ਸਕਦੇ ਹਾਂ, ਆਪਦੇ ਐਮਐਲਏ ਨੂੰ ਅੰਦਰ ਕਰ ਸਕਦੇ ਹਾਂ, ਫਿਰ ਅਸੀਂ ਕਿਸੇ ਹੋਰ ਨੂੰ ਕਿਵੇਂ ਛੱਡ ਦਾਂਗੇ ਜੀ? ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਐਕਸ਼ਨ ਇਹ ਸਾਡਾ ਮੇਨ ਪਲੈਂਕ ਹੈ।
ਦੂਜਾ ਸਾਡਾ ਪਲੈਂਕ ਹੈ ਦੇਸ਼ ਸਭ ਤੋਂ ਵੱਡਾ ਹੈ, ਦੇਸ਼ ਭਗਤੀ ਸਭ ਤੋਂ ਨੋਬਲ ਇਮੋਸ਼ਨ ਹੈ, ਤੇ ਤੀਸਰਾ ਸਾਡਾ ਜਿਹੜਾ ਪਲੈਂਕ ਹੈ ਪੜ੍ਹੇ ਲਿਖਿਆਂ ਵਾਂਗੂ ਸਰਕਾਰ ਚਲਾਉਣੀ ਹੈ, ਅਨਪੜ੍ਹਾਂ ਵਾਂਗੂ ਸਰਕਾਰ ਨਹੀਂ ਚਲਾਉਣੀ, ਗੁੱਡ ਗਵਰਨੈਂਸ। ਇਹ ਤਿੰਨ ਸਾਡੇ ਮੇਜਰ ਪਲੈਂਕ ਹੈ। ਔਰ ਤੁਸੀਂ ਦੇਖੋ ਵੀ ਜਿਹੜਾ ਅਸੀਂ ਹੁਣ ਜਿਵੇਂ ਇਹ ਗੱਲਾਂ ਕਰਦੇ ਆ, ਇਹ ਵੇਟ ਕਰਦੇ ਆ ਵੀ ਕਦੋਂ ਇਹ ਜੂਤ ਪਤਾਨ ਸ਼ੁਰੂ ਹੋਵੇ, ਇਹ 26 ਪਾਰਟੀਆਂ ਕਦੋਂ ਇੱਕ ਦੂਜੇ ਦੀਆਂ ਪੱਗਾਂ ਫੜ ਲੈਣ। ਇਹ ਮੋਦੀ ਜੀ ਦਾ ਏਜੰਡਾ ਹੈ, ਜਿਹੜੀਆਂ ਕੰਟਰਾਡਿਕਸ਼ਨਸ ਨੂੰ ਉਭਾਰਦੇ ਆ ਵੀ ਇਹ ਕਿਵੇਂ ਚੱਲਣਗੇ। ਤੁਸੀਂ ਆਪਦੀਆਂ 38 ਚਲਾਉਣ ਦੀ ਗੱਲ ਕਰੋ, ਤੁਸੀਂ ਸਾਡੇ ਬਾਰੇ ਫਿਕਰ ਨਾ ਕਰੋ। ਸਾਡਾ ਤਾਂ ਜਿਹੜਾ 26 ਪਾਰਟੀਆਂ ਦਾ ਹੋਇਆ, ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਯੂ ਕਾਂਟ ਹੈਵ ਯੋਰ ਕੇਕ ਐਂਡ ਈਟ ਇਟ ਟੂ। ਓਕੇ, ਜਾਂ ਤਾਂ ਕੇਕ ਤੁਹਾਡਾ ਰਹੂਗਾ ਜਾਂ ਤੁਸੀਂ ਖਾ ਜਾਓਗੇ। ਇਹ ਦੋਵੇਂ ਕੰਮ ਨਹੀਂ ਚੱਲਦੇ ਹੁੰਦੇ। ਵੀ ਸਾਡਾ ਗੱਠਜੋੜ ਨਹੀਂ ਹੋਇਆ, ਅਸੀਂ ਆਰਡੀਨੈਂਸ ਨੂੰ ਸਮਰਥਨ ਦਿੱਤਾ ਹੈ। ਇਹ ਅਲਾਈਅੰਸ ਦਾ ਮਤਲਬ ਫਿਰ ਰਾਹੁਲ ਗਾਂਧੀ ਜੀ ਨੂੰ ਤੇ ਖੜਗੇ ਸਾਹਿਬ ਗੱਲ ਕਹੀ ਹੈ ਵੀ ਅਸੀਂ ਜਦੋਂ ਆਪਣੇ ਨੂੰ ਨਹੀਂ ਬਖਸ਼ਿਆ, ਅਸੀਂ ਦੂਜਿਆਂ ਨੂੰ ਤਾਂ ਕੀ ਬਖਸ਼ਾਂਗੇ। ਗੱਲ ਇਹ ਹੈ ਵੀ ਜਿਹੜੀ ਸਾਰੀ ਕਾਂਗਰਸ ਨੂੰ ਹੁਣ ਤੱਕ ਤੁਸੀਂ ਕਾਂਗਰਸ ਇਕੁਅਲ ਟੂ ਕਰਪਸ਼ਨ ਦੱਸਦੇ ਰਹੇ ਹੋ, ਚੋਰ ਦੱਸਦੇ ਰਹੇ ਹੋ, ਉਹਨਾਂ ਦੇ ਨਾਲ ਹੱਥ ਕਿਵੇਂ ਮਿਲਾ ਲੇ? ਦੇਸ਼ ਵਾਸਤੇ ਮਿਲਾਵਾਂਗੇ ਜੀ। ਜਦੋਂ ਜੇ ਨਵਜੋਤ ਜੀ ਸਾਡੇ ਜਿਹੜੇ ਅਸੀਂ ਦੋ ਦੇਸ਼ ਵਾਸਤੇ ਸਾਡੀ ਮਤਲਬ ਆਪਦੀ ਹੋਂਦ ਅੱਗੇ ਬਰਕਰਾਰ ਰੱਖਣ ਵਾਸਤੇ ਨਹੀਂ ਨਵਜੋਤ ਜੀ, ਤੁਸੀਂ ਦੇਖੋ ਹਰ ਥਾਂ ਤੇ ਫੋਟੋ ਲੱਗਦੀ ਹੁੰਦੀ ਸੀ ਮੁੱਖ ਮੰਤਰੀ ਦੀ ਤੇ ਗਵਰਨਰ ਦੀ। ਸਾਡੇ ਲੱਗਦੀ ਹੈ ਭਗਤ ਸਿੰਘ ਦੀ ਤੇ BR ਅੰਬੇਦਕਰ ਦੀ। ਜਿਹੜੇ BR ਅੰਬੇਦਕਰ ਦਾ ਸੰਵਿਧਾਨ ਹੀ ਖਤਰੇ 'ਚ ਪਾਤਾ ਤੁਸੀਂ ਚੱਕ ਕੇ ਆਰਡੀਨੈਂਸਾਂ ਰਾਹੀਂ ਮਾਰਸ਼ਲ ਲਾਅ ਵੱਲ ਤੁਰੇ ਜਾਂਦੇ ਹੋ। ਭਾਵੇਂ ਸਾਰੇ ਸਿਆਸੀ ਪੰਡਤ ਸਿਆਸੀ ਮਾਰੇ ਗੱਲ ਕਹਿੰਦੇ ਆ ਕਿ ਕੇਂਦਰ ਤੇ ਸੂਬਿਆਂ ਦੇ ਮੁੱਦੇ ਵੱਖੋ ਵੱਖਰੇ ਹੁੰਦੇ ਆ, ਦੋਵਾਂ ਦੀ ਇਲੈਕਸ਼ਨ ਵੱਖੋ ਵੱਖਰੀ ਹੁੰਦੀ ਹੈ। ਪਰ ਮੈਂ ਇੱਕ ਗੱਲ ਕਹਿਣਾ ਹੁੰਨਾ, ਪੁੱਛਦਾ ਹੁੰਨਾ ਕਿ ਵੋਟਾਂ ਤਾਂ ਉਹਨਾਂ ਲੋਕਾਂ ਤੋਂ ਹੀ ਲੈਣੀਆਂ ਨੇ ਨਾ ਜਿਨ੍ਹਾਂ ਤੋਂ ਪਹਿਲਾਂ ਤੁਸੀਂ ਦੂਜੇ ਨੂੰ ਭੰਡ ਕੇ ਲਿਆ। ਅੱਜ ਉਹਨੂੰ ਤੁਸੀਂ ਨਾਲ ਗਲੇ ਦੇ ਵਿੱਚ ਹਾਰ ਪਾ ਕੇ ਲੈ ਕੇ ਜਾਓਗੇ ਵੀ ਭਾਈ ਹੁਣ ਅਸੀਂ ਇਕੱਠੇ ਆ, ਹੁਣ ਅਸੀਂ ਸਗੇ ਭਰਾ ਆ, ਹੁਣ ਤਾਂ ਸਾਡੀ ਕੋਈ ਦੁਸ਼ਮਣੀ ਨਹੀਂ, ਹੁਣ ਤਾਂ ਅਸੀਂ ਇਕੱਠੇ ਚੱਲਾਂਗੇ। ਤੇ ਉਹ ਕਿਤੇ ਵੋਟ ਕਿਤੇ ਹੋਰ ਪਾਸੇ ਨਾ ਭੁਗਤ ਜੇ। ਨਵਜੋਤ ਜੀ, ਮੈਂ ਇਹ ਗੱਲ ਪੁੱਛਦਾ ਤੁਹਾਨੂੰ ਵੀ ਜਦੋਂ ਇੰਦਰਾ ਗਾਂਧੀ ਦੇ ਖਿਲਾਫ ਜਨਤਾ ਪਾਰਟੀ ਬਣ ਸਕਦੀ ਹੈ, ਕਿੱਥੇ ਜੈ ਪ੍ਰਕਾਸ਼ ਨਾਰਾਇਣ ਸੀ, ਕਿੱਥੇ BJP ਜਨਸੰਘ ਉਦੋਂ ਹੁੰਦਾ ਸੀ, ਕਿੱਥੇ ਜਨਤਾ ਪਾਰਟੀ, ਕਿੰਨੀਆਂ ਪਾਰਟੀਆਂ ਰਲ ਕੇ ਉਦੋਂ ਇਕੱਠੀਆਂ ਹੋਈਆਂ। ਕਿਉਂ ਕਰਕੇ ਉਦੋਂ ਡੈਮੋਕ੍ਰੇਸੀ ਖਤਰੇ ਵਿੱਚ ਆ ਗਈ ਸੀ। ਜਦੋਂ ਹੁਣ ਦੇਸ਼ ਖਤਰੇ 'ਚ ਆ ਗਿਆ ਤਾਂ ਫਿਰ ਅਸੀਂ ਲੋਕਾਂ ਦੀ ਨਾ ਸੋਚਾਂਗੇ। ਅਸੀਂ ਲੋਕਾਂ ਨੂੰ ਕੱਲ ਨੂੰ ਇਹਨਾਂ ਨੂੰ ਕੀ ਪਤਾ BJP ਆਰਡੀਨੈਂਸ ਲੈ ਆਵੇ ਵੀ ਪੜ੍ਹਿਆ ਲਿਖਿਆ ਹੀ ਵੋਟ ਪਾਊਗਾ, ਅਨਪੜ੍ਹ ਵੋਟ ਹੀ ਨਹੀਂ ਪਾ ਸਕਦਾ। ਠੀਕ ਹੈ, ਮੈਂ ਇੱਕ ਚੰਗੇ ਸਾਰੂ ਜਵਾਬ ਦੀ ਆਸ ਦੇ ਨਾਲ ਮਾਲੀ ਸਾਹਿਬ ਤੋਂ ਜਵਾਬ ਪੁੱਛਦਾ। ਮਾਲੀ ਸਾਹਿਬ, ਗੱਲ ਇਹ ਹੈ ਵੀ ਇਹ ਸਾਰੀਆਂ ਪਾਰਟੀਆਂ 'ਚ ਸਿਧਾਂਤ ਦੀ ਗੱਲ ਕਰ ਰਹੀਆਂ ਨੇ, ਪਰ ਇੱਕ ਦੂਸਰੇ ਦੇ ਇਤਿਹਾਸ ਨੂੰ ਉਹਨਾਂ ਦੀ ਕੱਪੜ ਛਾਣ ਕਰਦੇ ਹੋਏ ਦੱਸ ਰਹੇ ਨੇ ਕਿ ਉਹਦੇ ਵੇਲੇ ਇਹ ਹੋਇਆ, ਉਹਦੇ ਵੇਲੇ ਇਹ ਹੋਇਆ, ਉਹਦੇ ਵੇਲੇ ਇਹ ਹੋਇਆ। ਫਿਰ ਸਿਧਾਂਤ ਗਿਆ ਕਿੱਥੇ? ਵੈਸੇ ਕਿਹਾ ਜਾਂਦਾ ਕਿ ਰਾਜਨੀਤੀ ਹੁੰਦੀ ਸਿਧਾਂਤ ਦੀ ਹੈ। ਜੇ ਕਾਂਗਰਸ ਦੀ ਸਰਕਾਰ ਦੇ ਵਿੱਚ ਡੈਮੋਕ੍ਰੇਸੀ ਖਤਰੇ ਦੇ ਵਿੱਚ ਪਈ, ਜੇ ਪੰਜਾਬ ਦੇ ਵਿੱਚ ਕਾਂਗਰਸ ਨੇ ਲੁੱਟਿਆ, ਜੇ ਸੈਂਟਰ ਦੇ ਵਿੱਚ ਕਾਂਗਰਸ ਨੇ ਲੁੱਟਿਆ, ਜੇ ਤੋਤੇ ਦਾ ਪਿੰਜਰਾ ਨਾਮ ਬਣਿਆ, ਜੇ 2G ਦੀ ਗੱਲ ਆਈ, 3G ਦੀ ਗੱਲ ਆਈ ਜਾਂ ਗੱਲਾਂ ਆਈਆਂ, ਅੱਜ ਫਿਰ ਉਹ ਸਿਧਾਂਤ ਕਿੱਥੇ ਗਏ? ਦੇਖੋ ਜੀ, ਗੱਲ ਇਹ ਆ, ਮੈਂ ਤਾਂ ਉਸੇ ਮਸਲੇ ਤੇ ਕੇਂਦਰਿਤ ਕਰਦਾ ਵੀ ਅਸਲ ਦੇ ਵਿੱਚ ਅਸੀਂ ਆਪੇ ਭੁੱਲ ਬੈਠੇ ਵੀ ਸਾਡੇ ਦੇਸ਼ ਦੀ ਬਣਤਰ ਕੀ ਆ, ਇਹ ਦੇਸ਼ ਦਾ ਰਾਜਕੀ ਢਾਂਚਾ ਕੀ ਆ, ਇਹ 'ਚ ਰਾਜਾਂ ਦੀ ਹੈਸੀਅਤ ਕੀ ਆ, ਇਹ ਇੱਕ ਗੁਲਦਸਤਾ ਕਿਵੇਂ ਆ। ਅਸੀਂ ਕਦੇ ਏਕਤਾ ਅਖੰਡਤਾ ਦੇ ਨਾਂ ਤੇ, ਕਦੇ ਹਿੰਦੂ ਰਾਸ਼ਟਰ ਦੇ ਨਾਂ ਤੇ, ਇਹ ਜਿਹੜਾ ਗੁਲਦਸਤਾ ਇਹਨੂੰ ਅੱਜ ਭਗਵੀ ਚਟਨੀ ਬਣਾਉਣ ਲਈ ਪੂਰਾ ਜ਼ੋਰ ਲੱਗਿਆ ਹੋਇਆ। ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਟੈਕਸ, ਤੇ ਇਹਨੇ ਸੰਸਥਾਵਾਂ ਖੋਰਤੀਆਂ। ਫਾਸ਼ੀਵਾਦ ਮੁਲਕ 'ਚ ਉੱਭਰ ਰਿਹਾ। ਜਦੋਂ ਉਹਦੇ ਖਿਲਾਫ ਲੜਨਾ, ਅਲਾਇੰਸ ਕਰਨਾ, ਉਹ ਇੱਕ ਵੱਖਰਾ ਪ੍ਰਸੰਗ ਆ ਜਿਹਨੂੰ ਮੇਰੇ ਦੋਸਤ ਨਹੀਂ ਸਮਝ ਰਹੇ। ਇੱਕ ਰਾਜਾਂ ਦੀ ਸਿਆਸਤ ਦੀ ਲੜਾਈ ਆ, ਉਹਦਾ ਵੱਖਰਾ ਪ੍ਰਸੰਗ ਆ। ਇਹ ਜਿਹੜਾ ਅਲਾਇੰਸ ਬਣਿਆ, ਇਹਦਾ ਇੱਕ ਪ੍ਰੋਗਰਾਮ ਵੀ ਬਣਨਾ, ਹਮੇਸ਼ਾ ਹੀ ਬਣਦਾ ਰਿਹਾ, ਜਿਹਨੂੰ ਕਾਮਨ ਮਿਨੀਮਮ ਪ੍ਰੋਗਰਾਮ ਕਹਿੰਦੇ ਨੇ। ਉਸ ਕਾਮਨ ਮਿਨੀਮਮ ਪ੍ਰੋਗਰਾਮ ਦੇ ਆਧਾਰ ਤੇ ਕੰਪੇਨ ਚੱਲਣੀ ਆ। ਉਹ ਕਿੰਨਾ ਕੁ ਕਾਮਨ ਬਣਦਾ, ਕੇਜਰੀਵਾਲ ਦਾ ਉਹ ਕਾਮਨ ਦੇ ਵਿੱਚ ਕਿੰਨਾ ਕੁ ਆਉਂਦਾ, ਬਾਕੀਆਂ ਦੀ ਸਾਂਝ ਬਖਰੇਵੇਂ ਕੀ ਨੇ, ਇਹ ਹਾਲੇ ਤੈਅ ਹੋਣਾ। ਮਤਲਬ ਪੰਜਾਬ ਵਾਲਿਆਂ ਦਾ ਤਾਂ ਹਾਲ ਇਹ ਆ ਜਿਵੇਂ ਕਹਿੰਦੇ ਨੇ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ। ਇਹ ਤਾਂ ਕਾਰਪੋਰੇਸ਼ਨ ਦੀ ਚੋਣ ਦੀ ਲੜਾਈ ਸੋਚ ਰਹੇ ਨੇ। ਇਹਨਾਂ ਨੂੰ ਗਿੱਟਿਆਂ ਤੋਂ ਅੱਗੇ ਕੁਝ ਦਿਸ ਨਹੀਂ ਰਿਹਾ। ਇਹਨਾਂ ਨੂੰ ਕਰਪਸ਼ਨ ਦੀ ਲੜਾਈ ਦਿਸ ਰਹੀ ਆ। ਕੋਈ ਕਹਿੰਦਾ ਅਸੀਂ ਆਪਦੇ ਨਹੀਂ। ਮੈਂ ਉਸ ਮਸਲੇ 'ਚ ਨਹੀਂ ਆਉਣਾ ਚਾਹੁੰਦਾ
ਵੀ ਕਹੇ ਜੀ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜ ਰਹੀ ਆ ਆਮ ਆਦਮੀ ਪਾਰਟੀ। ਉਹ ਮਸਲਿਆਂ 'ਚ ਕੋਈ ਨਹੀਂ, ਨਾ ਮੈਂ ਕੋਈ ਇਹ ਚਾਹੁੰਦਾ ਮੈਂ ਨਵਜੋਤ ਸਿੰਘ ਸਿੱਧੂ ਦਾ ਸਲਾਹ ਕਰ ਰਿਹਾ, ਮੈਂ ਅਸਤੀਫਾ ਦੇਤਾ, ਉਹਦੇ ਮੁੱਦੇ ਕੀ ਨੇ? ਵਿਅਕਤੀਗਤ ਰੌਲਾ ਨਹੀਂ ਹੈ, ਅਸੀਂ ਇੱਕ ਏਜੰਡੇ ਤੇ ਆ, ਅਲਾਇੰਸ ਬਣ ਰਿਹਾ। ਉਹ ਅਲਾਇੰਸ ਦੀਆਂ ਕੀ ਸੰਭਾਵਨਾਵਾਂ ਨੇ, ਉਹਦੀਆਂ ਗਾਹਾਂ ਅਰਥ ਸੰਭਾਵਨਾਵਾਂ ਕੀ ਨੇ? ਇਹਨੇ ਅੱਗੇ ਵਧਣਾ, ਇੱਕ ਦੇ ਖਿਲਾਫ ਇੱਕ ਕੈਂਡੀਡੇਟ ਚੁਣਿਆ ਜਾਣਾ, ਮਿਨੀਮਮ ਪ੍ਰੋਗਰਾਮ ਹੋਣਾ, ਉਦੋਂ ਆਹ ਗੱਲ ਹੋਣੀ ਆ, ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ, ਅਵਗਣ ਛੋੜਨੇ ਪੈਣਗੇ। ਤੇ ਉਦੋਂ ਬਾਅਦ ਜਦੋਂ ਤੁਹਾਡੀਆਂ ਸਵਾਈ ਲੜਾਈਆਂ ਹੋਣਗੀਆਂ ਲੜ ਲਿਓ, ਸੂਬਿਆਂ ਦੇ ਪ੍ਰੋਗਰਾਮ ਕੀ ਹੋਣਗੇ? ਕਿਉਂਕਿ ਇਹ ਖੁਦੇ ਹਾਈ ਕਮਾਂਡ ਕਲਚਰ ਦੇ ਸ਼ਿਕਾਰ ਨੇ। ਸਾਡਾ ਜੀ ਕਨਵੀਨਰ ਫੈਸਲੇ ਲੈਂਦਾ, ਇਹਨਾਂ ਨੇ ਫੈਡਰਲਿਜ਼ਮ ਤੋੜਿਆ, ਇਹਨਾਂ ਨੇ ਪਾਰਟੀਆਂ ਦੀ ਬਣਤਰ ਇਹੀ ਜਿਹੀ ਬਣਾ ਲਈ ਕਿ ਰਾਜਾਂ ਦੀਆਂ ਇਕਾਈਆਂ ਨੂੰ ਕੋਈ ਪੁੱਛਦੇ ਨਹੀਂ। ਇੱਕ ਗੱਲ ਯਾਦ ਰੱਖੋ ਜੀ, ਭਾਰਤ ਇੱਕ ਇਹੋ ਜਿਹਾ ਸਿਸਟਮ ਆ, ਜਿਉਂ ਫੈਡਰਲਿਜ਼ਮ ਖਤਮ ਹੋਊ ਤਿਉਂ ਜਮਹੂਰੀਅਤ ਖਤਮ ਹੋਣੀ ਆ। ਕਾਂਗਰਸ ਨੇ ਵੀ ਇਹੀ ਕੀਤਾ ਸੀ ਨਾ ਜੀ, ਤਾਂ ਹੀ ਐਮਰਜੈਂਸੀ ਲੱਗੀ। ਮੁੜ ਕੇ ਗਾਹਾਂ ਕੀ ਵਾਪਰਿਆ? ਉਹੀ ਕਾਂਗਰਸ ਸਰਕਾਰਾਂ ਤੋੜਦੀ ਹੁੰਦੀ ਸੀ, ਮੁੜ ਕੇ ਖੇਤਰੀਵਾਦ ਉੱਭਰਿਆ, ਉਹਨਾਂ ਨੂੰ ਕੁਝ ਪ੍ਰੋਟੈਕਸ਼ਨ ਮਿਲੀ। ਹੁਣ ਇਹਨਾਂ ਨੇ ਨਵਾਂ ਲਿਆਂਦਾ ਡਬਲ ਇੰਜਣ ਦੀ ਸਰਕਾਰ, ਐਂਟੀ ਡਿਫੈਕਸ਼ਨ ਲਾ ਲਿਆਂਦਾ ਸੀ, ਇਹ ਅਸਤੀਫੇ ਦਵਾ ਕੇ ਸਰਕਾਰਾਂ ਇਹਨਾਂ ਨੇ ਕਿੰਨੀਆਂ ਤੋੜੀਆਂ, ਕਿੰਨੀਆਂ ਘੱਟ ਗਿਣਤੀ 'ਚ ਮੁੜ ਕੇ ਬਣਾ ਲੀਆਂ। ਸੋ ਇਸ ਕਰਕੇ ਜਿਹੜਾ ਫਾਸ਼ੀਵਾਦ ਆ, ਇਹਦੇ ਖਿਲਾਫ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ, ਲੜਨਾ ਪੈਣਾ। 9 ਵੀ ਠੀਕ ਆ, 9 ਦੇ ਅਨੁਸਾਰ ਪ੍ਰੋਗਰਾਮ ਤੈਅ ਹੋਊ, ਮਿਨੀਮਮ ਪ੍ਰੋਗਰਾਮ ਤੈਅ ਹੋਊ। ਇਹ ਤਾਂ ਉਹੀ ਮੌਜਾਂ ਲਾਈ ਫਿਰਦੇ ਨੇ ਵੀ ਅਸੀਂ ਨਹੀਂ ਹਟਦੇ ਜੀ, ਅਸੀਂ ਤਾਂ ਲੜਾਂਗੇ, ਅਸੀਂ ਤਾਂ ਇਹ ਕਰਾਂਗੇ। ਠੀਕ ਹੈ, ਇਹ ਗੱਲ ਤੁਹਾਡੀ ਠੀਕ ਹੈ ਵੀ ਅੱਜ ਸਥਿਤੀ ਦੇ ਮੁਤਾਬਕ ਵੀ ਜਿਵੇਂ ਇਕੱਠੇ ਹੋਇਆ ਉਸ ਉਦੇਸ਼ ਨਾਲ ਅੱਗੇ ਵਧਣਾ ਚਾਹੀਦਾ ਹੈ, ਪਰ ਉਹ ਦੇਸ਼ ਕਾਮਯਾਬ ਕਿੰਨਾ ਕੁ ਚਿਰ ਰਹੂਗਾ, ਕਿੰਨਾ ਕੁ ਚਿਰ ਇਹਦੀ ਬਣਤਰ ਠੀਕ ਰਹੂਗੀ? ਕਿਉਂਕਿ ਇਹਦੇ ਵਿੱਚ ਨਤੀਸ਼ ਕੁਮਾਰ ਵੀ ਨੇ, ਨਤੀਸ਼ ਕੁਮਾਰ ਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ। ਇਹਦੇ ਵਿੱਚ ਯਾਦਵ ਪਰਿਵਾਰ ਵੀ, ਅਖਿਲੇਸ਼ ਯਾਦਵ ਹੋਰੀ, ਇਹਦੇ ਵਿੱਚ ਠਾਕਰੇ ਹੋਰੀ ਵੀ ਨੇ। ਸੋ ਮਤਲਬ ਕਹਿਣ ਤੋਂ ਭਾਵ ਇਹ ਸਾਰਿਆਂ ਦੀ ਜਿਹੜੀ ਟੇਕ ਹੈ ਤੇ ਸਾਰਿਆਂ ਦੀ ਹੁਣ ਤੱਕ ਜਿਹੜੀ ਸਿਆਸੀ ਸਮਝ ਰਹੀ ਹੈ, ਪਹੁੰਚ ਰਹੀ ਹੈ ਕੁਰਸੀ ਵਾਸਤੇ, ਵੀ ਉਹ ਕਿਵੇਂ ਇਹਦੇ ਵਿੱਚ ਬਰਕਰਾਰ ਰਹਿਣਗੇ? ਆਵਾਜ਼ ਘਟ ਗਈ ਜੀ ਮੇਰੇ। ਨਵਜੋਤ ਜੀ ਮੈਂ ਜਵਾਬ ਦੇਵਾਂ? ਹਾਂਜੀ ਤੁਸੀਂ ਦੇ ਦਿਓ। ਦੇਖੋ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਕੰਟਰਾਡਿਕਸ਼ਨਸ ਬਹੁਤ ਹੈ ਤੇ ਤੁਹਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਇਕੱਠੇ ਨਹੀਂ ਚੱਲ ਸਕਦੇ। ਮੈਂ ਇਹ ਬੇਨਤੀ ਕਰਦਾ ਕਿ ਆਪਣੇ ਹਮੇਸ਼ਾ ਹੀ ਪੰਚ ਪ੍ਰਧਾਨੀ ਦਾ ਇੱਕ ਰਿਹਾ ਸੰਕਲਪ, 11 ਮੈਂਬਰੀ ਸਟੀਅਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਅੱਗੇ ਮੁੰਬਈ ਵਿੱਚ ਜਿਹੜਾ ਸੈਸ਼ਨ ਹੋ ਰਿਹਾ ਹੈ ਉਹਦੇ ਵਿੱਚ 11 ਮੈਂਬਰ ਚੂਜ਼ ਹੋ ਜਾਣੇ ਆ ਜਿਨ੍ਹਾਂ ਨੇ ਸਟੀਅਰਿੰਗ ਕਮੇਟੀ ਜਿਹੜੀ ਹੋਣੀ ਹੈ। ਸੋ ਮੇਰਾ ਬੇਨਤੀ ਇਹ ਹੈ ਕਿ ਦੇਖੋ ਇਹ ਰਲ ਮਿਲ ਕੇ। ਹਾਂਜੀ, ਮੈਨੂੰ ਇੱਕ ਸਵਾਲ ਦਾ ਜਵਾਬ ਚਾਹੀਦਾ, ਕੀ ਆਮ ਆਦਮੀ ਪਾਰਟੀ ਕਾਂਗਰਸ ਸੀਟ ਸ਼ੇਅਰ ਦਾ ਫਾਰਮੂਲਾ ਪੰਜਾਬ 'ਚ ਅਪਣਾਉਣਗੇ ਜਾਂ ਨਹੀਂ? ਦੇਖੋ ਇਹ ਸੀਟ ਸ਼ੇਅਰਿੰਗ ਤੇ ਮੁੰਬਈ ਦੇ ਵਿੱਚ ਗੱਲ ਹੋਣੀ ਹੈ। ਸਾਡੇ ਜਿਹੜੀ ਹਾਈ ਕਮਾਂਡ ਹੈ, ਹੁਣ ਜੇ ਕਹਿੰਦੇ ਹਾਈ ਕਮਾਂਡ ਕਲਚਰ ਮਾੜਾ ਹੈ, ਮੈਨੂੰ ਦੱਸੋ ਕਿਹੜੀ ਪਾਰਟੀ 'ਚ ਹਾਈ ਕਮਾਂਡ ਕਲਚਰ ਹੈ ਨਹੀਂ? ਮੈਂ ਮਾਲੀ ਜੀ ਨੂੰ ਪੁੱਛਣਾ ਚਾਹੁੰਦਾ ਹੈ, ਜਦੋਂ ਟੌੜਾ ਸਾਹਿਬ ਨਾਲ ਸੀ ਉਦੋਂ 30-40 ਟਿਕਟਾਂ ਟੌੜਾ ਸਾਹਿਬ ਦਿਵਾਉਂਦੇ ਹੁੰਦੇ ਸੀ, 60-65 ਟਿਕਟਾਂ ਬਾਦਲ ਸਾਹਿਬ ਦਿਵਾਉਂਦੇ ਹੁੰਦੇ ਸੀ, ਉਹ ਹਾਈ ਕਮਾਂਡ ਹੈ ਨਹੀਂ ਸੀ। ਹੁਣ ਇਹ ਗੱਲ ਦੱਸੋ, ਜੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਇਕੱਠੇ ਬਹਿ ਕੇ ਸਾਰੇ ਇਸ ਤਰੀਕੇ ਦੇ ਨਾਲ ਮਿਲੇ ਨੇ, ਸਾਰੇ ਇੱਕ ਮੁੱਦੇ ਤੇ ਇਕੱਠੇ ਹੋਏ ਆ, ਜਿਹੜੀ ਗੱਲ ਮਾਲੀ ਸਾਹਿਬ ਨੇ ਵੀ ਕਹੀ ਹੈ, ਬਾਕੀ ਸਾਰੇ ਤੁਹਾਡੀ ਪਾਰਟੀ ਦੇ ਲੀਡਰ ਵੀ ਗੱਲ ਕਹਿ ਰਹੇ ਆ, ਵੀ ਕਹਿਣ ਤੋਂ ਭਾਵ ਵੀ ਜਿਵੇਂ ਹੁਣ ਉੱਤੇ ਅਲਾਇੰਸ ਹੋਇਆ, ਇਹ ਅਲਾਇੰਸ ਪੰਜਾਬ ਦੇ ਵਿੱਚ ਬਰਕਰਾਰ ਰਹੇਗਾ ਜਾਂ ਨਹੀਂ? ਮੈਂ ਤਾਂ ਇਹ ਪੁੱਛਦਾ ਤੁਹਾਡੇ ਤੋਂ। ਦੇਖੋ ਮੈਂ ਤਾਂ ਇੱਕੋ ਗੱਲ ਜਾਣਦਾ ਹਾਂ ਕਿ ਜਿਹੜੀ ਮੁੰਬਈ ਦੇ ਵਿੱਚ ਮੀਟਿੰਗ ਹੋਣੀ ਹੈ ਉਹਦੇ 'ਚ ਸੀਟ ਸ਼ੇਅਰਿੰਗ ਡਿਸਕਸ ਹੋਣੀ ਹੈ। ਹੁਣ ਜਦੋਂ ਸੀਟ ਸ਼ੇਅਰਿੰਗ ਡਿਸਕਸ ਹੋਈ, ਜਿਵੇਂ ਮਾਲੀ ਜੀ ਸਹੀ ਕਹਿ ਰਹੇ ਹੈ ਕਿ ਇੱਕ ਦੇ ਸਾਹਮਣੇ ਇੱਕ ਬੰਦਾ ਚੋਣ ਲੜਨ ਦੇ ਮੰਤਵ ਨਾਲ, ਤੇ ਉਹ ਹੋਰ ਮੇਰੇ ਹਿਸਾਬ ਨਾਲ ਤਾਂ ਵੱਡਾ ਦਿਲ ਸੋਚਣਾ ਪਊਗਾ। ਤੁਸੀਂ ਹਰ ਥਾਂ ਤੇ ਪੋਲੀਟੀਕਲੀ ਇਹ ਨਹੀਂ ਗੋਲ ਮਟੋਲ ਗੱਲ ਕਰ ਸਕਦੇ। ਸੀਟ ਸ਼ੇਅਰਿੰਗ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਕਿਹੜੀ ਸੀਟ ਤੋਂ ਕਿਹੜੀ ਪਾਰਟੀ ਖੜੀ ਹੋਊਗੀ। ਚਲੋ ਹਾਲੇ ਤਾਂ ਗੱਲਾਂ ਜਾਨੀ ਕਿ ਬਹੁਤ ਨੇ। ਰੂਬੀ ਜੀ ਗੱਲ ਇਹ ਆ ਵੀ ਤੁਸੀਂ ਹੁਣ ਇਕੱਠੇ ਲੜਨ ਦੇ ਮੂਡ 'ਚ ਹੋ ਜਾਂ ਨਹੀਂ? ਕਾਂਗਰਸ ਇਕੱਲਿਆਂ ਚੋਣ ਲੜੇਗੀ, ਬਿਲਕੁਲ ਗੱਠਜੋੜ ਨਹੀਂ ਹੋਊਗਾ। ਆਰਡੀਨੈਂਸ ਦਾ ਮੁੱਦਾ ਮੈਂ ਇੱਕ ਹੀ ਬੇਨਤੀ ਹੈ ਕਿ ਮੇਰੇ ਵਿੱਚ ਨਾ ਬੋਲਿਓ, ਮੈਂ ਸਿਰਫ 1.5 ਮਿੰਟ ਲੈਣਾ, ਉਦੋਂ ਬਾਅਦ ਜੋ ਵੀ ਤੁਹਾਡਾ ਸਵਾਲ ਹੋਗਾ ਮੈਂ ਜਵਾਬ ਦਊਂਗਾ। ਰਾਜ ਸਭਾ ਦੇ ਵਿੱਚ ਕਾਂਗਰਸ ਦੇ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ
ਦੂਜੀਆਂ ਪਾਰਟੀਆਂ ਨਾਲੋਂ ਜ਼ਿਆਦੀ ਹੈ। ਉਸ ਆਰਡੀਨੈਂਸ ਨੂੰ ਜਿਹੜਾ ਪਾਰਲੀਮੈਂਟ ਤੋਂ ਬਾਅਦ ਰਾਜ ਸਭਾ ਦੇ ਵਿੱਚ ਆਉਣਾ ਹੈ ਉਹਨੂੰ ਚੈਲੰਜ ਕੀਤਾ ਜਾ ਸਕਦਾ ਹੈ। ਜਦੋਂ ਰਾਹੁਲ ਗਾਂਧੀ ਜੀ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਉਦੋਂ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਬੋਲੇ, ਕਿਉਂਕਿ ਉਹ ਦੇਸ਼ ਦਾ ਮੁੱਦਾ ਇੱਕ ਚੁਣੇ ਹੋਏ MP ਦੀ ਮੈਂਬਰਸ਼ਿਪ ਨੂੰ ਰੱਦ ਕਰਨਾ ਕਿਸ ਤਰੀਕੇ ਨਾਲ ਇੱਕ ਉਹ ਫੈਕਟਰ ਕਿ ਅੱਜ ਸਾਰੇ 38 ਪਾਰਟੀਆਂ ਨੇ NDA ਦੇ ਵਿੱਚ ਵੀ ਕਿਸ ਤਰੀਕੇ ਨਾਲ ਅਕਾਲੀ BJP ਵੀ ਇਕੱਠੇ ਰਹੀ, ਵੀ ਉਹ ਵੀ ਅੱਡ ਅੱਡ ਫਿਰ ਇਕੱਠੇ ਹੋਣ ਦੀ ਤਿਆਰੀ ਕਰ ਰਹੇ, ਨਿਤੀਸ਼ ਕੁਮਾਰ ਉਧਰ ਵੀ ਰਹੇ ਆ। ਇਹ ਪੋਲੀਟੀਕਲ ਸਿਸਟਮ ਹੈ। ਦੇਖੋ ਅੱਜ ਜੇ ਦੇਸ਼ ਦੇ ਉੱਤੇ ਭੀੜ ਹੈ, ਅੱਜ ਜੇ ਡੈਮੋਕ੍ਰੇਸੀ ED CBI ਕਿਸ ਤਰੀਕੇ ਨਾਲ ਸਾਰਾ ਇੱਕ ਕੋਆਪਰੇਟਿਵ ਘਰਾਣਿਆਂ ਨੂੰ ਸਿਸਟਮ ਦਿੱਤਾ ਜਾ ਰਿਹਾ, ਜੇ ਉਹਦੇ ਖਿਲਾਫ ਲੜਾਈ ਲੜਨ ਦੀ ਗੱਲ ਹੈ, ਇਕੱਠੇ ਹੋਣਾ ਪਵੇ, ਉਹ ਕੋਈ ਮਾੜੀ ਗੱਲ ਨਹੀਂ। ਪਰ ਅਜੇ ਫਿਲਹਾਲ ਆਮ ਆਦਮੀ ਪਾਰਟੀ ਨੂੰ ਅਸੀਂ ਆਰਡੀਨੈਂਸ ਦੇ ਸਮਰਥਨ ਦਿੱਤਾ ਹੈ, ਉਹ ਅੱਗੇ ਦੀ ਗੱਲ ਹੈ ਵੀ ਕੀ ਫੈਸਲਾ ਹੋਣਾ। ਜਿਸ 1 ਸਾਲ ਪਿਆ ਉਦੋਂ ਪਹਿਲਾਂ ਅਸੀਂ ਕੋਈ ਜੱਜਮੈਂਟ ਜਾਂ ਕੋਈ ਮੀਡੀਆ ਦੀਆਂ ਸੁਰਖੀਆਂ ਕਰਨੀਆਂ ਉਹ ਅਸੀਂ ਨਹੀਂ ਕਰ ਸਕਦੇ। ਦੂਜੀ ਪੰਜਾਬ ਦੀ ਗੱਲ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਦਿੱਲੀ ਕਲਚਰ ਦੀ ਗੱਲ ਕਰਦੇ, ਅਰਵਿੰਦ ਕੇਜਰੀਵਾਲ ਜੀ ਪ੍ਰੈਜ਼ੀਡੈਂਟ, ਅਰਵਿੰਦ ਕੇਜਰੀਵਾਲ ਜੀ CM ਹੈ, ਰਾਘਵ ਚੱਡਾ ਜੀ ਪੰਜਾਬ 'ਚ ਇੰਟਰਫੇਰੈਂਸ ਨਹੀਂ ਕਰਦੇ। ਕਪੂਰਥਲਾ ਹਾਊਸਾਂ ਦੇ ਵਿੱਚ ਚੰਡੀਗੜ੍ਹ ਕਲੱਬਾਂ 'ਚ ਪਾਰਟੀਆਂ ਚੱਲਦੀਆਂ ਪਈਆਂ। ਪੰਜਾਬ ਦਾ ਲਾਅ ਐਂਡ ਆਰਡਰ ਕੀ ਹੈ? ਪੰਜਾਬ ਕਿੱਦਾਂ ਰੁੜੀ ਜਾਂਦਾ? ਅੱਜ VIP ਕਲਚਰ ਨਹੀਂ ਕਿ ਅੱਜ ਸਟੇਟ ਦੇ ਵਿੱਚ ਕਿਸ ਤਰੀਕੇ ਨਾਲ ਅੱਜ ਇਹਨਾਂ ਦੇ ਜੇ MLA ਕਹਿੰਦੇ ਪਏ ਆ ਤੇ ਫਿਰ ਇਹੋ ਜਿਹੇ ਕਰਪਸ਼ਨ ਫਿਰ ਹੈ ਤਾਂ ਸਾਰਾ ਕੁਝ ਹੋਈ ਹੈ। 1.5 ਮਿੰਟ ਹੋ ਗਿਆ, ਹੁਣ ਮੇਰੀ ਗੱਲ ਸੁਣ ਲਓ ਜੀ ਵੀ ਇਹ ਤਾਂ ਗੱਲਾਂ ਤੁਹਾਡੇ ਲੀਡਰਾਂ ਨੂੰ ਪਤਾ ਹੋਣੀਆਂ ਚਾਹੀਦੀਆਂ। ਪਤਾ ਹੈ ਲੀਡਰਾਂ ਨੂੰ ਇਸ ਟਾਈਮ ਤੇ ਖੜੇ ਕਿਉਂ ਆ? ਕੌਣ ਮਿਲੇ? ਦੋਵੇਂ ਪਾਸੇ ਗੱਲ ਕਰ ਰਹੇ ਨੇ। ਕੋਈ ਦੋਵੇਂ ਪਾਸੇ ਨਹੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਪ੍ਰੋਗਰਾਮ ਦੇ ਵਿੱਚ ਇਹ ਦੋਵੇਂ ਬੈਠਕਾਂ ਦੇ ਵਿੱਚ ਨਹੀਂ ਬੈਠੀ ਜਿਹੜੀਆਂ ਹੁਣ ਹੋਈਆਂ ਨੇ ਜੀ। ਇੱਕ ਜਵਾਬ, ਦਿੱਲੀ ਦੇ ਵਿੱਚ ਉਹਨਾਂ ਦੀ ਚੁਣੀ ਹੋਈ ਸਰਕਾਰ ਹੈ। ਜੇ ਚੁਣੀ ਸਰਕਾਰ ਨੂੰ ਕੰਮ ਕਰਨ ਦਿੱਤਾ ਨਹੀਂ ਜਾਊਗਾ, ਜੇ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਮਸਲਿਆਂ 'ਚ ਕੋਈ ਇੰਟਰਫੇਰੈਂਸ ਕਰੇਗੀ, ਜੇ ਕੋਈ ਪੰਜਾਬ ਨੂੰ ਢਾਲ ਲਾਉਣ ਦੀ ਗੱਲ ਉਹੀ ਗੱਲ ਤਾਂ BBMB ਗੱਲ ਕਹਿ ਰਹੇ ਹਾਂ ਰੂਬੀ ਜੀ। ਗੱਲ ਇਹ ਨਾਲੇ ਤੁਸੀਂ ਕਹਿੰਦੇ ਹੋ ਕਿ ਅਸੀਂ ਚੋਣਾਂ ਨਹੀਂ ਇਕੱਠੇ ਲੜਾਂਗੇ, ਅਸੀਂ ਚੋਣਾਂ ਅੱਡ ਲੜਾਂਗੇ। ਸਰ ਮੈਨੂੰ ਜਵਾਬ ਦੇਣ ਦਿਓ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਸੀ, ਸਿਟਕੋ ਇਸ਼ੂ ਸੀਗਾ। ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਬੋਲੀ, ਪੰਜਾਬ ਕਾਂਗਰਸ ਬੋਲੀ ਵੀ ਤੁਹਾਡੀ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਵੀ ਜਿਹੜਾ ਇਹ ਸ਼ਕਤੀਆਂ ਨੂੰ ਖਤਮ ਕੀਤਾ ਜਾ ਰਿਹਾ, ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ, ਵੀ ਉਸ ਏਜੰਡੇ ਤੇ ਅਸੀਂ ਇਕੱਠੇ ਹੋਏ ਹਾਂ। ਪਹਿਲੀ ਤਾਂ ਤੁਹਾਡੀ ਗੱਲ ਇਹ ਹੈ। ਅਗਲੀ ਤੁਹਾਡੀ ਗੱਲ ਇਹ ਹੈ ਵੀ ਪਰ ਅਸੀਂ ਇਹਨਾਂ ਦੇ ਨਾਲ ਨਹੀਂ। ਦੇਖੋ ਰਾਜ ਉਹੀ ਗੱਲ ਹੈ। ਮਾਲੀ ਸਾਹਿਬ ਨੇ ਚਲੋ ਇੱਕ ਗੱਲ ਬੜੀ ਵਧੀਆ ਕੀਤੀ ਕਿ ਸੈਂਟਰ ਜਿਹੜੀ ਉਹ ਪਾਰਲੀਮੈਂਟ ਇਲੈਕਸ਼ਨ ਤੇ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਉਹ ਪੰਜਾਬ ਦੇ ਮੁੱਦੇ ਆ। ਸਿਰਫ ਪਾਰਲੀਮੈਂਟ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ। 2024 ਲੋਕ ਸਭਾ ਇਲੈਕਸ਼ਨ ਲਈ ਜਿਹੜੇ ਇਕੱਠੇ ਹੋ ਰਹੇ, ਮੈਂ ਉਹਦੇ ਲਈ ਪੁੱਛ ਰਿਹਾ ਕੀ ਤੁਸੀਂ ਇਕੱਠੇ ਲੜ ਰਹੇ ਹੋ ਜਾਂ ਨਹੀਂ? ਕਾਂਗਰਸ ਕਿਸੇ ਕੀਮਤ ਤੇ ਕੋਈ ਗੱਠਜੋੜ ਨਹੀਂ ਕਰੇਗੀ। ਆਰਡੀਨੈਂਸ ਤੇ ਸਮਰਥਨ ਦਿੱਤਾ, ਰਾਜ ਸਭਾ ਮੈਂਬਰਾਂ ਦਾ ਸਮਰਥਨ। ਪੰਜਾਬ ਕਾਂਗਰਸ ਤੋਂ ਬਾਹਰ ਹੈ। ਕਿਉਂ ਬਾਹਰ ਹੈ? ਕਿਹੜੀ ਗੱਲੋਂ ਬਾਹਰ ਹੈ? ਕਿਉਂ? ਉੱਥੇ ਤਾਂ ਕਾਂਗਰਸ ਕਹਿ ਕੇ ਆਈ ਹੈ ਕਿ ਅਸੀਂ ਰਲ ਕੇ ਇਕੱਠੇ ਲੜਾਂਗੇ। ਦੱਸੋ ਕਿੰਨੀਆਂ ਸੀਟਾਂ 'ਚ ਸ਼ੇਅਰਿੰਗ ਹੋ ਗਈ ਆ? ਮੀਡੀਆ ਕੋਲ ਕੀ ਰਿਪੋਰਟ ਹੈ? ਇੱਕ ਮੀਟਿੰਗ ਦੇ ਨਾਲ ਸੀਟਾਂ ਦੀ ਸ਼ੇਅਰਿੰਗ ਵੀ ਹੋ ਗਈ। ਇਹ ਗਲਤ ਗੱਲ ਹੈ। ਆਮ ਆਦਮੀ ਪਾਰਟੀ ਨੇ ਸ਼ਰਤ ਰੱਖੀ ਸੀ। ਆਮ ਆਦਮੀ ਪਾਰਟੀ ਬਣਾਉਣਗੇ ਸੀਗੇ, ਉੱਥੇ ਮਿਲਣਗੇ। ਇਸੇ ਗੱਲ ਤੇ ਕਹੀ ਉੱਥੇ ਆ ਕੇ ਬਿਆਨ ਦਿੱਤੇ, ਉੱਥੇ ਆ ਕੇ ਖੜਗੇ ਸਾਹਿਬ ਨੇ ਬਿਆਨ ਦਿੱਤਾ ਕਿ ਕਾਂਗਰਸ ਦਾ PM ਦਾ ਫੇਸ ਹੋਏਗੀ ਨਹੀਂ, ਪਰ ਅਸੀਂ ਮਿਲ ਕੇ ਲੜਾਂਗੇ। ਦੇਖੋ ਮਿਲ ਕੇ ਲੜਨਾ ਹਰ ਲੀਡਰ ਨੇ ਬਿਆਨ ਦਿੱਤਾ। ਦੇਖੋ ਮੈਂ ਤੁਹਾਡੀ ਇਹ ਮੀਡੀਆ ਸਪੈਕੂਲੇਸ਼ਨਸ ਨਹੀਂ, ਹੋਰ ਤੁਸੀਂ ਗੱਲਾਂ ਨੂੰ ਕਹਿ ਸਕਦੇ ਹੋ ਵੀ ਠੀਕ ਹੈ ਮੀਡੀਆ ਸਪੈਕੂਲੇਸ਼ਨਸ ਹੁੰਦੀਆਂ ਨੇ, ਪਰ ਇਹਦਾ ਸਾਰਿਆਂ ਨੇ ਔਨ ਰਿਕਾਰਡ ਬਿਆਨ ਦਿੱਤੇ ਨੇ, ਸਟੇਟਮੈਂਟ ਦਿੱਤੇ ਨੇ। ਤੁਸੀਂ ਪੰਜਾਬ 'ਚ ਕਿਵੇਂ ਕਹਿ ਸਕਦੇ ਹੋ ਵੀ ਸੀਟਾਂ ਦੀ ਸ਼ੇਅਰਿੰਗ ਹੋ ਗਈ? ਜਿਹੜੀ ਆਮ ਆਦਮੀ ਪਾਰਟੀ ਹਰ ਰੋਜ਼ ਸਾਡੇ ਤੇ ਸਵਾਲ ਚੱਕ, ਅਸੀਂ ਤਾਂ ਨਹੀਂ ਗਏ ਆਮ ਆਦਮੀ ਪਾਰਟੀ ਕੋਲ ਸਾਡੇ ਨਾਲ ਗੱਠਜੋੜ ਕਰੋ। ਆਮ ਆਦਮੀ ਪਾਰਟੀ ਨੇ 26 ਪਾਰਟੀਆਂ ਦੇ ਸਾਹਮਣੇ ਸ਼ਰਤ ਰੱਖੀ ਕਿ ਕਾਂਗਰਸ ਆਰਡੀਨੈਂਸ ਤੇ ਸਟੈਂਡ ਸਪਸ਼ਟ ਕਰੇ। ਆਰਡੀਨੈਂਸ ਤੇ ਕਰਤਾ, ਗੱਠਜੋੜ ਕੋਈ ਨਹੀਂ। ਆਮ ਆਦਮੀ ਪਾਰਟੀ ਨਾਲ ਕੋਈ ਉਹਨਾਂ ਨੇ ਕਿਹਾ ਵਿਰੋਧ ਕਰੇ, ਸਟੈਂਡ ਸਪਸ਼ਟ ਨਹੀਂ ਕੀਤਾ। ਉਹਨਾਂ ਨੇ ਕਿਹਾ ਵਿਰੋਧ ਕਰੇ, ਤੁਹਾਨੂੰ ਕਰਨਾ ਪਿਆ। ਸਟੈਂਡ ਸਪਸ਼ਟ ਤੇ ਕੀਤਾ, ਉਹਨਾਂ ਮੰਗਿਆ। ਠੀਕ ਹੈ, ਜੇ ਦੇਸ਼ ਦੇ ਡੈਮੋਕ੍ਰੇਸੀ ਨੂੰ ਤੋੜਨ ਦੀ ਗੱਲ ਹੋਊਗੀ ਕਾਂਗਰਸ ਖੜੇਗੀ। ਤੇ ਪੰਜਾਬ 'ਚ ਡੈਮੋਕ੍ਰੇਸੀ ਨਹੀਂ ਤੋੜ ਰਹੀ। ਪੰਜਾਬ 'ਚ ਵਿਜੀਲੈਂਸ ਦਾ ਇੰਡੀਆ ਫਰੰਟ ਇਹੀ ਗੱਲ ਕਹਿ ਰਿਹਾ ਕਿ ਆਓ ਭਾਈ ਇਕੱਠੇ ਹੋ ਕੇ ਲੜੀਏ। ਅੱਜ ਨਵਜੋਤ ਦੀ ਦਿਲ ਤੇ ਹੱਥ ਰੱਖ ਕੇ ਕਹਿ ਦਿਓ, ਪੰਜਾਬ ਦੇ ਲੋਕ ਵੇਖ ਰਹੇ ਆ ਕਿ ਪੰਜਾਬ ਦੇ ਵਿੱਚ ਅੱਜ ਮੀਡੀਆ ਨੂੰ ਆਜ਼ਾਦੀ ਹੈ। ਜਿਹੜਾ ਪੱਤਰਕਾਰ ਸਰਕਾਰ ਉਲਟ ਬੋਲਦਾ ਚੱਕ ਕੇ ਅੰਦਰ ਕਰ ਦਿੰਦੇ ਆ, ਜਿਹੜਾ ਪੋਲੀਟੀਸ਼ੀਅਨ ਸਰਕਾਰ ਉਲਟ ਬੋਲਦਾ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ। ਕਿ ਪੰਜਾਬ 'ਚ ਮੀਡੀਆ 'ਚ ਨੂੰ ਆਜ਼ਾਦੀ ਹੈ ਕਿ ਵਿਜੀਲੈਂਸ ਪੂਰੇ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਗੱਲ ਵੱਡੀ ਕਰਦਾ, ਚਲੋ ਠੀਕ ਹੈ, ਤੁਸੀਂ ਕਹਿੰਦੇ ਲੋਕ ਦੇਖ ਰਹੇ ਨੇ, ਤੁਹਾਡੀ ਗੱਲ ਵੱਡੀ ਕਰਦਾ ਵੀ ਤੁਹਾਡੀ ਗੱਲ ਸਹੀ ਹੈ। ਫਿਰ ਮੈਂ ਕਹਿੰਦਾ ਇਹਨਾਂ ਨਾਲ ਕਿਉਂ ਖੜੇ ਹੋ? ਇਸ ਕਿੱਥੇ ਖੜੇ ਆ? ਅਸੀਂ ਸਿਰਫ ਆਰਡੀਨੈਂਸ ਦੇ ਮੁੱਦੇ ਤੇ ਖੜੇ ਹਾਂ। ਮਾਲੀ ਸਾਹਿਬ ਜਵਾਬ ਦਿਓ ਜੀ। ਪੰਜਾਬ ਕਾਂਗਰਸ ਮੇਰਾ ਤਰਕ ਫਿੱਕਾ ਪੈ ਰਿਹਾ ਹੈ। ਇਹ ਕਹਿੰਦੇ ਅਸੀਂ ਨਾਲ ਨਹੀਂ ਖੜੇ, ਤੇ ਜਿਹੜੇ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਹੋ ਰਹੀ ਸੀ, ਜਦੋਂ ਉੱਥੇ ਖੜਗੇ ਸਾਹਿਬ ਸੀ, ਹੋਰ ਲੀਡਰ ਸੀ, ਇਹਦਾ ਮਤਲਬ ਕੀ ਆ? ਦੇਖੋ ਜੀ, ਅਸਲ ਗੱਲ ਆ ਨਾ, ਜਿਹੜਾ ਆਰਡੀਨੈਂਸ ਹੈ ਇਹਦੀ ਤਲਵਾਰ ਐਵੇਂ ਚਲਾਈ ਜਾਂਦੀਆਂ ਨੇ ਇਹ ਦੋਹੇ ਧਿਰਾਂ। ਪਹਿਲਾਂ ਕੇਜਰੀਵਾਲ ਨੇ ਆਰਡੀਨੈਂਸ ਦੀ ਤਲਵਾਰ ਰਹੀ ਉੱਥੇ ਰੌਲਾ ਗੋਲਾ ਪਾਉਣ ਦਾ ਯਤਨ ਕੀਤਾ, ਉਹ ਰਿਜੈਕਟ ਕਰਤਾ ਪਟਨੇ ਦੇ ਵਿੱਚ ਵੀ ਇਹ ਮੀਟਿੰਗ ਦਾ ਕੋਈ ਏਜੰਡਾ ਨਹੀਂ ਹੈ। ਦੂਜੀ ਗੱਲ, ਜਿਹੜਾ ਕਾਂਗਰਸ ਨੇ ਹੁਣ ਸਮਰਥਨ ਦਿੱਤਾ ਨਾ, ਇਹ ਪੰਜਾਬ ਕਾਂਗਰਸ ਵਾਲਿਆਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਹਾਈ ਕਮਾਂਡ ਕੀ ਕਹਿ ਰਹੀ ਹੈ। ਮੈਂ ਤਾਂ ਹੈਰਾਨ ਆ। ਉਹੀ ਗੱਲ ਉਹਨਾਂ ਨੇ ਇੱਕ ਜਨਰਲ ਬਿਆਨ ਦਿੱਤਾ
ਕਿ ਮੁਲਕ ਦੇ ਵਿੱਚ ਗਵਰਨਰਾਂ ਰਾਹੀਂ ਜਿਹੜੀਆਂ ਵਿਰੋਧੀ ਪਾਰਟੀਆਂ ਸਰਕਾਰਾਂ ਨੂੰ ਤੰਗ ਕੀਤਾ ਜਾਂਦਾ, ਦਖਲ ਦਿੱਤਾ ਜਾਂਦਾ, ਅਸੀਂ ਹਰ ਇੱਕ ਇਹੋ ਜਿਹੀ ਕਾਰਵਾਈ ਦਾ ਵਿਰੋਧ ਕਰਾਂਗੇ। ਆਰਡੀਨੈਂਸ ਦਾ ਉਹਨਾਂ ਨੇ ਨਾਮ ਹੀ ਨਹੀਂ ਲਿਆ। ਉਹ ਮੀਟਿੰਗ ਦਾ ਏਜੰਡਾ ਫੇਰ ਨਹੀਂ ਆਰਡੀਨੈਂਸ ਬਣਿਆ ਇਕੱਠੇ ਹੋਣ ਦਾ ਜੀ, ਨਾ ਪਹਿਲੀ 'ਚ ਬਣਿਆ ਨਾ ਦੂਜੀ 'ਚ ਬਣਿਆ। ਤੀਜੀ ਗੱਲ, ਹੁਣ ਅਸੀਂ ਗੱਲ ਧਲਕਾਉਂਦੇ ਬਹੁਤ ਆ। ਬੱਬੀ ਸਾਹਿਬ ਬਾਦਲ ਟੌੜਾ ਸਾਹਿਬ ਨੂੰ ਲੈ, ਕਿੱਥੇ ਕੇਂਦਰੀ ਹਾਈ ਕਮਾਂਡ ਦੀ ਗੱਲ, ਆਲ ਇੰਡੀਆ ਪਾਰਟੀ ਦੀ ਗੱਲ, ਕਿੱਥੇ ਪੰਜਾਬ ਦੇ ਵਿੱਚ ਬਾਦਲ ਟੌੜਾ ਦਾ ਕੀ ਚੱਲਦਾ ਰਿਹਾ। ਤੁਸੀਂ ਯਾਦ ਕਰੋ ਜੀ, ਜਦੋਂ ਵਾਜਪਾਈ ਦੀ ਸਰਕਾਰ ਚੁਣੀ ਸੀ, ਕੋਈ ਉਹਨੂੰ ਚਿਮਟੇ ਨਾਲ ਸੌਣ ਨੂੰ ਤਿਆਰ ਨਹੀਂ ਸੀ। ਤੇ ਬਾਦਲ ਸਾਹਿਬ ਤੇ ਟੌੜਾ ਸਾਹਿਬ ਨਾਲ ਮੈਂ ਸੀ, ਪੰਜਾਬ ਭਵਨ ਇਕੱਠੇ ਬੈਠੇ ਸੀ ਤੇ ਇਹ ਤੈਅ ਹੋਇਆ ਸੀ ਬਾਸ਼ਰਤ ਹਮਾਇਤ ਦੇਣੀ ਆ। ਬਾਹਰ ਮੀਟਿੰਗ ਕਰਨ ਗਈ, ਬਾਦਲ ਸਾਹਿਬ ਬਾਸ਼ਰਤ ਬਿਨਾਂ ਸ਼ਰਤ ਹਮਾਇਤ ਦੇ ਆਏ ਸੀ। ਮੈਂ ਪਰ ਇਹਨੂੰ ਇੱਧਰਲੇ ਪਾਸੇ ਧਲਕਾਉਣਾ ਨਹੀਂ ਚਾਹੁੰਦਾ, ਨਾ ਮੈਂ ਇਹ ਧਲਕਾਉਣਾ ਚਾਹੁੰਦਾ ਪੰਜਾਬ 'ਚ ਭ੍ਰਿਸ਼ਟਾਚਾਰ ਕੀ ਆ, ਹੈਗਾ ਨਹੀਂ। ਸਵਾਲ ਇਹ ਆ, ਇਹ ਸਾਰੇ ਅਲਾਇੰਸ ਦਾ ਅੰਤਮ ਨਤੀਜਾ ਕੀ ਆ? ਇੱਕ ਦੇ ਖਿਲਾਫ ਇੱਕ ਬੰਦਾ ਖੜਾ ਕਰਨਾ। ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਆਪਾਂ ਇਕੱਠੇ ਚਲੀ ਜਾਵਾਂਗੇ, ਚੋਣਾਂ ਆਪਣੀ ਮਰਜ਼ੀ ਨਾਲ ਲੜਾਂਗੇ। ਕਿੱਥੇ ਮੈਂ ਕਹਿੰਦਾ ਹੋ ਸਕਦਾ ਪੰਜਾਬ 'ਚ 13 ਦੀਆਂ 13 ਕਾਂਗਰਸ ਨੂੰ ਦੇ ਦੇਣ, ਹੋ ਸਕਦਾ ਪੰਜਾਬ 'ਚ 7-6 ਕਰ ਦੇਣ। ਇਹ ਤਾਂ ਪੋਸੀਬਲ ਆ ਨਾ, ਪਰ ਗੱਲ ਨਿਬੜਨੀ ਤਾਂ ਆ ਕੇ ਉੱਥੇ ਹੀ ਆ ਨਾ, ਇੱਕ ਦੇ ਖਿਲਾਫ ਇੱਕ। ਇਹ ਤਾਂ ਕਿਵੇਂ ਭੱਜ ਜਾਓਗੇ ਤੁਸੀਂ? ਹੁਣ ਜੇ ਰਾਹੁਲ ਅੱਛਾ ਮਾਨੀ ਸਾਹਿਬ, ਇਸ ਤੋਂ ਬਾਅਦ ਮੈਂ ਬਾਲ ਸਾਹਿਬ ਦਾ ਕਮੈਂਟ ਲੈਣਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਜਵਾਬ ਤੁਹਾਡੇ ਤੋਂ ਚਾਹੁੰਦਾ ਵੀ ਹੁਣ ਤੱਕ ਦੇਖੋ ਬਿਹਾਰ ਦੇਖ ਲਓ, ਉੱਤਰ ਪ੍ਰਦੇਸ਼ ਦੇਖ ਲਓ, ਦਿੱਲੀ ਦੇਖ ਲਓ, ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਭ੍ਰਿਸ਼ਟਾਚਾਰ ਕਹਿੰਦੇ ਰਹੀਆਂ ਨੇ। ਕੀ ਹੁਣ ਸਾਰੇ ਭ੍ਰਿਸ਼ਟਾਚਾਰੀ ਇੱਕ ਭ੍ਰਿਸ਼ਟਾਚਾਰੀ ਦੇ ਖਿਲਾਫ ਇਲੈਕਸ਼ਨ ਲੜ ਰਹੇ ਆ? ਦੇਖੋ ਜੀ, ਇੱਕ ਗੱਲ ਸਪਸ਼ਟ ਮੰਨ ਲੈਣੀ ਚਾਹੀਦੀ ਆ, ਸਾਰੀਆਂ ਪਾਰਟੀਆਂ ਕਰਪਸ਼ਨ ਕਰਦੀਆਂ ਨੇ, ਮਿਲ ਕੇ ਕਰਦੀਆਂ ਨੇ, ਅੱਡ-ਅੱਡ ਹੋ ਕੇ ਵੀ ਕਰਦੀਆਂ ਨੇ। ਤੇ ਕੇਜਰੀਵਾਲ ਤਾਂ ਜੰਮੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਚੋਂ ਆ। ਤੇ ਕਹਿੰਦਾ ਸੀ 2 ਹਥਿਆਰ ਨੇ, ਚੋਣ ਫੰਡਾਂ ਦਾ ਹਿਸਾਬ ਦਿੱਤਾ ਜਾਊ ਪਾਰਦਰਸ਼ਤਾ ਨਾਲ, ਇੱਕ ਲੋਕਪਾਲ ਬਣਾਇਆ ਜਾਊ ਜਿਹੜਾ ਪੂਰਾ ਸ਼ਕਤੀਸ਼ਾਲੀ ਹੋਊ। ਕਿਤੇ ਸੁਣਿਆ ਮੁੜ ਕੇ ਉਹ? ਕਿਤੇ ਸਵਰਾਜ ਦੀ ਗੱਲ ਸੁਣੀ ਆ? ਪਾਰਟੀਆਂ ਇੱਕ ਦੂਜੇ ਨੂੰ ਭ੍ਰਿਸ਼ਟ ਕਹਿੰਦੀਆਂ ਰਹੀਆਂ ਨੇ, ਪਰ ਪਾਰਟੀਆਂ ਜੁੜਦੀਆਂ ਵੀ ਰਹੀਆਂ। ਮੈਂ ਤੁਹਾਨੂੰ ਇਹੀ ਕਹਿੰਦਾ ਸੀ, ਵਾਜਪਾਈ ਸਾਹਿਬ ਨੂੰ ਕੋਈ ਸਮਰਥਨ ਦੇਣ ਨੂੰ ਤਿਆਰ ਨਹੀਂ ਸੀ, ਫਿਰ 22 ਜੁੜੀਆਂ ਨਾਲ, ਜਿਹਦੇ ਬਾਰੇ ਮਸ਼ਹੂਰ ਹੋਇਆ, ਮੈਂ ਕਹੀਂ ਕਿ ਈਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ। ਸੋ ਇਸ ਕਰਕੇ ਇਕੱਠੇ ਹੋਣੀ ਪੈਣਾ, ਇਕੱਠੇ ਹੋਣਗੇ। ਇਹ ਪੰਜਾਬ ਕਾਂਗਰਸ ਵਾਲਿਆਂ ਨੂੰ ਗੱਲ ਸਪਸ਼ਟ ਹੈ ਨਹੀਂ ਵੀ ਗੱਲ ਕੀ ਆ, ਜਿਹਦੇ ਕਰਕੇ ਟ੍ਰਿਪਲ ਅਸੀਂ ਹੱਥ ਮਾਰਦੇ ਨੇ, ਹੋ ਜਾਣਗੇ ਸੈੱਟ, ਕਿੱਧਰ ਨਹੀਂ ਜਾਣਾ ਇਹਨਾਂ ਨੇ। ਠੀਕ ਹੈ ਬਾਦਲ ਸਾਹਿਬ, ਗੱਲ ਹੁਣ ਇਹ ਆ ਵੀ ਰੂਬੀ ਗਿੱਲ ਜੀ ਨੇ ਕਹਿਤਾ, ਪ੍ਰਤਾਪ ਬਾਜਵਾ ਨੇ ਕਹਿਤਾ, ਵੜਿੰਗ ਸਾਹਿਬ ਨੇ ਕਹਿਤਾ ਵੀ ਅਸੀਂ ਇਹਨਾਂ ਦੇ ਨਾਲ ਚੱਲਦੇ ਨਹੀਂ, ਇਹ ਲੋਟੂਆਂ ਦੀ ਸਰਕਾਰ ਹੈ, ਇਹ ਭ੍ਰਿਸ਼ਟਾਚਾਰ ਕਰਦੀ ਹੈ, ਇਹ ਮੀਡੀਆ ਦਾ ਗਲ ਘੋਟਦੀ ਹੈ, ਇਹ ਆਜ਼ਾਦੀ ਦਾ ਗਲ ਘੋਟਦੀ ਹੈ, ਵੀ ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ। ਹੁਣ ਕੀ ਸਟੈਂਡ ਅੱਗੇ ਤੁਹਾਡੀ ਪਾਰਟੀ ਦਾ? ਦੇਖੋ ਜੀ, ਮੈਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਸਟੈਂਡ ਬਾਜਵਾ ਸਾਹਿਬ ਦੇ ਕਹਿਣ ਤੇ ਇਹ ਲੈ ਰਹੇ ਆ, ਰੂਬੀ ਗਿੱਲ ਜੀ ਜਾਂ ਰਾਹੁਲ ਗਾਂਧੀ ਜਾਂ ਖੜਗੇ ਸਾਹਿਬ ਦੇ ਕਹਿਣ ਤੇ ਲੈ ਰਹੇ ਆ। ਮੈਂ ਜਿਹੜਾ ਗੱਲ ਕਹਿਣਾ ਚਾਹੁੰਦਾ ਉਹ ਇਹੀ ਕਹਿਣਾ ਚਾਹੁੰਦਾ ਹੈ ਕਿ ਦੇਖੋ, ਵਿਜੀਲੈਂਸ ਜਿਹੜੀ ਕਾਰਵਾਈ ਕਰਦੀ ਹੈ, ਪਹਿਲਾਂ ਲੋਕ ਫੜਨ ਵਾਸਤੇ ਸਿੱਧਾ ਵਿਜੀਲੈਂਸ ਦੀ ਰੇਡ ਪਾ ਕੇ ਬੰਦਾ ਚੱਕ ਲੈਂਦੇ ਸੀ। ਅਸੀਂ ਤਹਿਕੀਕਾਤ ਕਰਦੇ ਆਂ, ਪਹਿਲਾਂ ਡਾਕੂਮੈਂਟ ਮੰਗਦੇ ਆਂ। ਹੁਣ ਭ੍ਰਿਸ਼ਟਾਚਾਰੀਆਂ ਨੂੰ ਛੱਡ ਤਾਂ ਸਕਦੇ ਨਹੀਂ। ਹੁਣ ਦੂਸਰੀ ਗੱਲ ਇਹ ਹੈ ਵੀ ਵਾਜਪਾਈ ਦੀ ਭਾਜਪਾ ਦੇ ਵਿੱਚ ਤੇ ਮੋਦੀ ਦੀ ਭਾਜਪਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਵਾਜਪਾਈ ਜੀ ਕੰਸੈਂਸਸ ਬਿਲਡਰ ਸੀ, ਜਦ ਕਿ ਮੋਦੀ ਆਟੋਕਰੈਟ ਹੈ। ਮੋਦੀ ਸਾਹਿਬ ਤਾਂ ਜੇ ਲੈ ਗਏ ਤਾਂ ਇਹਨਾਂ ਨੇ ਤਾਂ ਮਾਰਸ਼ਲ ਲਾਅ ਲਾ ਦੇਣਾ ਔਰ ਤੁਸੀਂ ਦੇਖੋ ਦੇਸ਼ ਖਤਰੇ ਵਿੱਚ ਆ ਜਾਊਗਾ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਤੁਸੀਂ ਬਾਰ-ਬਾਰ ਇਹ ਪੁੱਛਦੇ ਹੋ ਕਿ ਇੱਕ ਦੂਜੇ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਰਹੇ। ਦੇਖੋ, ਮੈਂ ਮੰਨਦਾ ਕਿ ਪਹਿਲਾਂ ਪਾਸਟ ਵਿੱਚ ਅਸੀਂ ਇਕੱਠੇ ਨਹੀਂ ਸੀ, ਲੇਕਿਨ ਅੱਜ ਜਿਹੜਾ ਸਾਹਮਣੇ ਖਤਰਾ ਦਿਸਦਾ, ਜਦੋਂ ਸਾਹਮਣੇ ਕੋਈ ਤੁਹਾਡੇ ਖਤਰਾ ਆ ਜੇ, ਕੋਈ ਦੁਸ਼ਮਣ ਆ ਜੇ, ਕੱਲ ਨੂੰ ਪਾਕਿਸਤਾਨ ਅਟੈਕ ਕਰ ਦੇ, ਹੁਣ ਅਸੀਂ ਇਹ ਦੇਖਾਂਗੇ ਵੀ ਸਾਡੇ ਦੇਸ਼ ਨੂੰ ਖਤਰਾ ਹੈ ਕਿ ਅਸੀਂ ਇਹ ਦੇਖਾਂਗੇ ਕਿ ਯਾਰ ਅਸੀਂ ਤਾਂ ਇੱਕ ਦੂਜੇ ਦੇ ਖਿਲਾਫ ਬੋਲਦੇ ਰਹੇ। ਹੁਣ ਅਸੀਂ ਪੰਜਾਬ ਰੈਜੀਮੈਂਟ ਬਿਹਾਰ ਰੈਜੀਮੈਂਟ ਨਾਲ ਕਿਵੇਂ ਲੜੂਗੀ, ਬਿਹਾਰ ਰੈਜੀਮੈਂਟ ਬੰਗਾਲ ਰੈਜੀਮੈਂਟ ਨਾਲ ਕਿਵੇਂ ਰਲੂਗੀ। ਸੋ ਇਸ ਕਰਕੇ ਮੌਕੇ ਦੀ ਲੋੜ ਪਛਾਣੋ, ਮੌਕੇ ਦੀ ਲੋੜ ਹੈ।
ਦੇਸ਼ ਦੇ ਨਹੀਂ ਫਿਰ ਮੌਕੇ ਦੀ ਲੋੜ ਲੋਕਤੰਤਰ ਨੂੰ ਮੌਕੇ ਦੀ ਲੋੜ ਤੁਹਾਡੇ ਹਮਰੁਤਬਾ ਭ੍ਰਿਸ਼ਟਾਚਾਰੀਆਂ ਨੂੰ ਕਿਉਂ ਨਹੀਂ ਸਮਝ ਆ ਰਹੀ? ਦੇਖੋ ਇਹਨਾਂ ਨੂੰ ਆਵੇ ਨਾ ਆਵੇ, ਇਹਨਾਂ ਨੂੰ ਆਪਦੀ ਹਾਈ ਕਮਾਂਡ ਨੂੰ ਸਮਝਾ ਦੇਣ। ਹਾਂਜੀ ਅਸੀਂ ਤਾਂ ਕਮਾਂਡਰ ਇਨ ਚੀਫ ਗੱਲ ਕਰਦਾ ਹੈ, ਕਮਾਂਡਰ ਇਨ ਚੀਫ ਨਾਲ। ਹੁਣ ਅਸੀਂ ਕਾਂਗਰਸ ਦੀ ਸਾਰੀਆਂ ਇਕਾਈਆਂ ਨਾਲ ਤਾਂ ਗੱਲ ਕਰਨੀ ਨਹੀਂ। ਯਾਨੀ ਕਿ ਇਹਨਾਂ ਦੀ ਗੱਲ ਬੇਮਾਇਨੇ ਹੈ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੀ। ਦੇਖੋ ਇਹ ਤਾਂ ਹੁਣ ਰਾਹੁਲ ਗਾਂਧੀ ਜੀ ਦੱਸਣ, ਉਹ ਵੀ ਬੋਲੇ, ਖੜਗੇ ਸਾਹਿਬ ਵੀ ਬੋਲੇ ਜੀ। ਠੀਕ ਹੈ, ਮਾਲੀ ਸਾਹਿਬ ਗੱਲ ਐਡ ਕਰ ਰਹੇ ਨੇ ਕੋਈ। ਹਾਂਜੀ ਆਨਾ ਰੂਬੀ ਜੀ। ਹਾਂਜੀ ਮਾਲੀ ਸਾਹਿਬ। ਮੈਨੂੰ ਅਸਲ 'ਚ ਲੱਗਦਾ ਇਹ ਆ ਜੀ ਵੀ ਇਹ ਜਿਹੜਾ ਅਲਾਇੰਸ ਆ ਇਹ ਤੋਂ ਕੇਜਰੀਵਾਲ ਨੇ ਭੱਜ ਜਾਣਾ ਜੀ ਤੇ ਪੰਜਾਬ ਕਾਂਗਰਸ ਨੇ ਇਹ ਕਹਿ ਦੇਣਾ ਸਾਡੀ ਗੱਲ ਮੰਨੀ ਗਈ। ਯਾਨੀ ਮੇਰਾ ਇਹ ਜਾਇਜ਼ਾ ਮੈਨੂੰ ਭਿੜਕੇ ਪੈਂਦੀ ਆ, ਕਿਉਂਕਿ ਅਲਾਇੰਸ ਦਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਆ ਉਹ ਕੇਜਰੀਵਾਲ ਦੇ ਇੱਕ ਨੁਕਤਾ ਵੀ ਕੋਈ ਫਿੱਟ ਨਹੀਂ ਆਉਂਦਾ। ਉਹ ਸਾਰੀ ਮਤਲਬ ਮੋਦੀ ਦੀ ਵਿਰੋਧ ਵਾਲਾ, ਮੋਦੀ ਦੇ ਖਿਲਾਫ ਆ ਉਹ ਸਾਰਾ ਪ੍ਰੋਗਰਾਮ। ਤੇ ਕੇਜਰੀਵਾਲ ਦਾ ਸਾਰਾ ਸਿਆਸੀ ਵਿਚਾਰਧਾਰਕ ਪ੍ਰਵਚਨ ਆ ਜਿਹੜਾ ਉਹ ਸਾਰਾ ਮੋਦੀ ਦੇ ਨਾਲ ਆ। ਸੋ ਮੁੜ ਕੇ ਮੈਨੂੰ ਐ ਲੱਗਦਾ ਪੰਜਾਬ ਵਾਲੇ ਕਹਿ ਦੇਣਗੇ ਆਹ ਦੇਖ ਲਓ ਸਾਡੇ ਕਰਕੇ ਭੱਜ ਗਿਆ ਉਹ ਕੋਈ ਬਹਾਨਾ ਲਾ ਕੇ ਭੱਜ ਸਕਦਾ ਇਸ ਤੋਂ। ਠੀਕ ਹੈ ਹਾਂਜੀ ਰੂਬੀ ਗਿੱਲ ਜੀ ਆਖਰੀ ਕਮੈਂਟ। ਮੇਰੀ ਬੇਨਤੀ ਹੈ ਬੱਬੀ ਬਾਦਲ ਜੀ ਨੂੰ ਵੀ ਅਮਰੂਦਾਂ ਵਾਲੇ ਕੇਸਾਂ ਦਾ ਆਈਐਸ ਅਫਸਰਾਂ ਦਾ ਕੀ ਬਣਿਆ? ਸਰਾਰੀ ਸਾਹਿਬ ਨੂੰ ਜੇ ਮੰਤਰੀ ਪਦ ਤੋਂ ਲਾਇਆ ਕੋਈ ਕਾਰਵਾਈ ਕੀਤੀ? ਕਟਾਰੂ ਚੱਕ ਜੀ ਦਾ 3 ਵਾਰੀ ਗਵਰਨਰ ਨੇ ਲਿਖ ਕੇ ਦੇਤਾ, ਕੀ ਕਾਰਵਾਈ ਕੀਤੀ? ਵਿਜੇ ਸਿੰਗਲਾ ਨੂੰ ਤੁਸੀਂ ਸੰਗਰੂਰ ਇਲੈਕਸ਼ਨ ਤੋਂ ਪਹਿਲਾਂ ਸਟੰਟ ਖੇਡਿਆ। ਦੇਖੋ ਗੱਲ ਇਹ ਨਹੀਂ ਕਿ ਗੱਲ ਸਿੱਧੀ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਜੀ ਜਦੋਂ ਪਟਨਾ ਉੱਥੇ ਮੀਟਿੰਗ ਹੋਈ, ਪਟਨਾ ਸਾਹਿਬ ਮੀਟਿੰਗ ਹੋਈ ਤੇ ਅਰਵਿੰਦ ਕੇਜਰੀਵਾਲ ਨੇ ਸਿੱਧੇ ਤੌਰ ਤੇ ਕਿਹਾ ਕਿ ਆਰਡੀਨੈਂਸ ਤੇ ਕਾਂਗਰਸ ਆਪਦਾ ਸਟੈਂਡ ਸਪਸ਼ਟ ਕਰੇ। ਆਰਡੀਨੈਂਸ ਦਾ ਸਿੱਧਾ ਨਵਜੋਤ ਜੀ ਕਿ ਜੇਕਰ ਉੱਥੋਂ ਦੀ ਚੁਣੀ ਸਰਕਾਰ ਨੂੰ ਕੰਮ ਕਰਨ ਦਿੱਤਾ ਨਹੀਂ ਜਾਊਗਾ, ਉਹ ਇੱਕ ਫਰਜ਼ ਬਣਦਾ ਸਾਰੀਆਂ ਪਾਰਟੀਆਂ ਦਾ। ਜੇ ਰਾਜ ਸਭਾ ਦੇ ਵਿੱਚ ਸਾਡੇ ਕੋਲ ਉੱਥੇ ਰਾਜ ਸਭਾ ਮੈਂਬਰ ਨੇ, ਅਸੀਂ ਉਹਨਾਂ ਦਾ ਸਮਰਥਨ ਕੀਤਾ। ਅੱਜ 1 ਸਾਲ ਚੋਣਾਂ ਦੇ ਵਿੱਚ ਪਿਆ, ਅਜੇ ਕਿਸ ਤਰੀਕੇ ਨਾਲ ਹੋਊਗਾ? ਮਾਲੀ ਸਾਹਿਬ ਦੀ ਗੱਲ ਵੀ ਸਹੀ ਹੈ, ਇਹ ਭੱਜਣਗੇ। ਪਰ ਜੇ ਇੰਨਾ ਹੀ ਇਹਨਾਂ ਦਾ ਸਟੈਂਡ ਸੀ, ਕੋਰਟ 'ਚ ਲੜਾਈ ਲੜਦੇ, ਕਾਂਗਰਸ ਤੋਂ ਸਮਰਥਨ ਕਿਉਂ ਮੰਗਿਆ? ਸਵਾਲ ਦੇ ਵਿੱਚ ਇਹ ਗੱਲ ਪੁੱਛੀ ਸੀ ਕਾਂਗਰਸ ਨੇ ਸਮਰਥਨ ਕਿਉਂ ਮੰਗਿਆ? ਇਹ ਆਪ ਤੋਂ ਅੰਦਰੋਂ ਬੋਲ ਰਹੇ ਆ ਜਾਂ ਇਹਨਾਂ ਦੇ ਅੰਦਰੋਂ ਕੋਈ ਬੁਲਵਾ ਰਿਹਾ? ਮੈਂ ਤਾਂ ਹੀ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ, ਜਿਹੜੀ ਗੱਲ ਹੁਣ ਤੁਸੀਂ ਕਹਿ ਰਹੇ ਹੋ ਵੀ ਇਹ ਭੱਜਣਗੇ, ਯਾਨੀ ਕਿ ਅੰਦਰੋਂ ਤੁਹਾਨੂੰ ਹਾਈ ਕਮਾਂਡ ਨੇ ਥਾਪੜਾ ਦਿੱਤਾ ਹੋਣਾ ਵੀ ਥੱਲੇ ਵਿਰੋਧ ਕਰੀ ਚੱਲੋ, ਉੱਤੋਂ ਅਸੀਂ ਜੱਫੀਆਂ ਪਾਈ ਜਾਂਦੇ ਆ ਵੀ ਨਾਲੇ ਖੰਡੇ ਖੜਕਾਵਾਂਗੇ ਨਾਲੇ ਫੁੱਲ ਬਰਸਾਵਾਂਗੇ। ਇੱਕ ਮਿੰਟ ਨਵਜੋਤ ਜੀ, ਅਸੀਂ ਇਹਨਾਂ ਦੇ ਘਰੇ ਨਹੀਂ ਗਏ, ਇਹ ਆਏ ਆ ਵੀ ਸਾਨੂੰ ਸਮਰਥਨ ਦਿਓ। ਇਹਨਾਂ ਨੇ ਜਿੱਦ ਕੀਤੀ ਉੱਥੇ ਵੀ ਅਸੀਂ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ। ਮਲਿਕ-ਅਰਜੁਨ ਖੜਗੇ ਨੇ ਇਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਪਰ ਜੋ ਸਾਡੇ ਸਿਧਾਂਤ ਨੇ, ਕਾਂਗਰਸ ਪਾਰਟੀ ਦੀ ਜੋ ਆਈਡੀਓਲੋਜੀ ਹੈ, ਡੈਮੋਕ੍ਰੇਸੀ ਹੈ, ਵੀ ਸਾਡਾ ਫਰਜ਼ ਬਣਦਾ ਹੈ ਵੀ ਜਿੱਥੇ ਗਲਤ ਹੋ ਰਿਹਾ ਉੱਥੇ ਉਹਨਾਂ ਦੇ ਨਾਲ ਖੜਨਾ। ਪਰ ਇਲੈਕਸ਼ਨ ਦਾ ਮੁੱਦਾ ਅਲੱਗ ਮੁੱਦਾ ਹੈ। ਜਦੋਂ ਇਲੈਕਸ਼ਨ ਹੋਊਗਾ ਤੁਹਾਡੇ ਰਾਜ ਦੇ ਵਿੱਚ ਬਹੁਤ ਕੁਝ ਗਲਤ ਹੋਇਆ, ਫਿਰ ਉਦੋਂ ਸਿਧਾਂਤ ਕਿੱਥੇ ਗਏ ਸੀਗੇ? ਡਾਕਟਰ ਮਨਮੋਹਨ ਸਿੰਘ ਵਰਗਾ ਪ੍ਰਾਈਮ ਮਿਨਿਸਟਰ ਜਿਹਨੇ ਦੇਸ਼ ਦੀ ਅਰਥ ਵਿਵਸਥਾ ਕਿੱਥੇ ਕਰਤੀ, ਜਿੱਥੇ ਆਕਸਫੋਰਡ ਯੂਨੀਵਰਸਿਟੀਆਂ ਉਹਦੇ ਨਾਲ ਰਿਸਰਚਾਂ ਕਰਦੀਆਂ ਉਹਨਾਂ ਤੇ ਤੁਸੀਂ ਕਹਿ ਦੋ ਵੀ ਗਲਤ ਹੋਇਆ ਕਾਂਗਰਸ ਦੇ ਰਾਜ ਤੇ? ਕੀ ਗਲਤ ਹੋਇਆ? ਆ ਕਿੰਨੀਆਂ ਸੜਕਾਂ, ਕਿੱਡਾ ਸਿਸਟਮ ਤਾਮਜਾਮ 70 ਸਾਲਾਂ ਚ ਸਾਰਾ ਕੁਝ ਕਾਂਗਰਸ ਹੀ ਲੈ ਕੇ ਆਈ ਹੈ। ਹੁਣ ਇਹ ਦੇਖ ਲਾਂਗੇ ਇਹਨਾਂ ਕੀ ਕਰਤਾ। ਮੋਦੀ ਜੀ ਨੇ ਤਾਂ ਰਾਮ ਮੰਦਿਰ ਦੇ ਨਾਮ ਤੇ ਵੋਟਾਂ ਲਈਆਂ ਜਾਂ ਦੇਸ਼ ਨੂੰ ਕਿੰਨਾ ਕਰਜ਼ਾਈ ਕਰਤਾ। ਜੇ 70,000 ਕਰੋੜ ਰੁਪਈਆ 5 ਸਾਲਾਂ ਦੇ ਵਿੱਚ ਕਰਜ਼ਾ ਸਾਡੇ ਸਟੇਟ ਸਰਕਾਰ ਦੇ ਉੱਤੇ ਚੜਿਆ ਤੇ ਇਹਨਾਂ ਤਾਂ 1.5 ਸਾਲ ਚ ਚੜਾਤਾ, 35,000 ਕਰੋੜ ਚੜਾਤਾ ਤੇ 30-35,000 ਦੀ ਹੋਰ ਪੇਸ਼ਕਸ਼ ਕਰਤੀ। ਸਪੀਡ ਤੁਹਾਡੇ ਨਾਲ ਦੁੱਗਣੀ ਫੜ ਲਈ। ਗੱਲ ਤਾਂ ਰਾਹ ਰਸਤੇ ਤਾਂ ਉਹੀ ਨੇ। ਮੈਂ ਉਹੀ ਕਹਿਣਾ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਰੋਜ਼ ਭਗਵੰਤ ਮਾਨ ਜੀ ਕਦੇ ਅਕਾਲੀ ਦਲ ਖਿਲਾਫ ਬੋਲਦੇ ਆ, ਬੀਜੇਪੀ ਖਿਲਾਫ ਬੋਲਦੇ ਆ, ਸਿਰਫ ਕਾਂਗਰਸ। ਫਿਰ ਸਮਰਥਨ ਕਿਉਂ ਮੰਗਦੇ ਹੋ? ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਖਿਲਾਫ ਦਿੱਲੀ 'ਚ ਸਾਡੇ ਖਿਲਾਫ ਬੋਲਦੇ ਰਹੇ, ਅਸੀਂ ਸਮਰਥਨ ਦਿੱਤਾ ਆਰਡੀਨੈਂਸ ਤੇ। ਗੱਲ ਕਲੀਅਰ ਕੱਟ ਹੈ, ਇਲੈਕਸ਼ਨ ਬਿਲਕੁਲ ਕਾਂਗਰਸ ਇਕੱਲਿਆਂ ਲੜੂਗੀ ਪੰਜਾਬ ਦੇ ਵਿੱਚ। ਬਾਕੀ ਜੋ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਆਉਣਗੀਆਂ ਵੀ ਜਿਹੜੇ ਵਾਕਈ ਕਹਿਣ ਦਾ ਬਹੁਤ ਹੈ ਬੱਬੀ ਆਪਣਾ ਰੂਬੀ ਜੀ, ਹੁਣ ਗੱਲ ਉਹ ਹੋਰ ਵਾਲੇ ਪਾਸੇ ਜਾ ਰਹੀ ਹੈ। ਇਸ ਮੁੱਦੇ ਤੇ ਵੱਖਰੀ ਡਿਬੇਟ ਰੱਖ ਲਾਂਗੇ। ਤੁਸੀਂ ਕਹਿ ਰਹੇ ਹੋ ਨਾ ਕਿ ਵੀ ਸਾਨੂੰ ਕੀਤਾ ਨਹੀਂ, ਮੈਨੂੰ ਗੱਲ ਇਹ ਹੈ ਵੀ ਜਿਹੜੀ 70 ਸਾਲ ਤੋਂ ਪਾਰਟੀ ਰਾਜ ਕਰ ਰਹੀ ਸੀ ਉਹਨੂੰ 70 ਸੀਟਾਂ ਜੋਗਾ ਵੀ ਨਹੀਂ ਛੱਡਿਆ, ਜਿਹੜੇ 78 ਤੇ ਸੀ ਉਹਨਾਂ ਨੂੰ 18 ਜੋਗਾ ਵੀ ਨਹੀਂ ਛੱਡਿਆ। ਤੇ ਫਿਰ ਜਨਤਾ ਦਲ ਦੇ 2 MP ਹੁੰਦੇ ਸੀ, ਅੱਜ ਬਹੁਮਤ ਹੈ। 18 MLA ਸੀ ਆਮ ਆਦਮੀ ਪਾਰਟੀ ਦੇ, ਰਹਿ ਖੂ ਕੇ 8-9 ਰਹਿ ਗਏ ਸੀ, ਅੱਜ 92 ਆ। ਫਿਰ ਕੀ ਹੋ ਗਿਆ? ਤੁਸੀਂ ਵੀ 2 ਵਾਲਾ ਸਵਾਦ ਦੇਖਣਾ ਹੈ। ਮੈਂ ਕਿਹਾ 2 ਵਾਲਾ ਕਿਉਂ ਸਵਾਦ ਵੇਖਣਾ? ਕਾਂਗਰਸ ਦੇ 100 ਆਉਣਗੇ ਅਗਲੀ ਵਾਰੀ MLA, ਕੀ ਪਤਾ 13 ਦੀਆਂ 13 ਸੀਟਾਂ ਜਿੱਤ ਜੀਏ। ਇਹ ਤਾਂ ਇਹਨਾਂ ਨੂੰ ਲੋਕ ਦੱਸਣਗੇ ਨਾ, ਇਕੱਲੇ ਮੀਡੀਆ ਦੀਆਂ ਰੋਜ਼ ਐਡਵਰਟਾਈਜ਼ਿੰਗ। ਠੀਕ ਹੈ, ਦਿਲ ਬਹਿਲਾਣੇ ਕੇ ਲਈ ਗਾਲਿਬ ਖਿਆਲ ਅੱਛਾ ਹੈ। ਮੈਂ ਕਿਹਾ ਬਹਿਲਾਉਣ ਵਾਲੀ ਕਿਹੜੀ ਗੱਲ ਆ? ਕੌਨਫੀਡੈਂਸ ਆ, ਇਲੈਕਸ਼ਨ ਲੜਾਂਗੇ, ਹਰਾਵਾਂਗੇ ਇਹਨਾਂ ਨੂੰ। ਨਹੀਂ ਪਰ ਗੱਲ ਰੂਬੀ ਜੀ ਇਹ ਆ, ਜੇ FDI ਦੀ ਹਿਸਟਰੀ ਦੇ ਵਿੱਚ ਜਾਈਏ ਨਾ, ਜੇ ਕੱਚੇ
ਕੱਚੇ ਤੇਲ ਦੀਆਂ ਕੀਮਤਾਂ ਨੂੰ ਕੌਮਾਂਤਰੀ ਮੰਡੀ ਨਾਲ ਜੋੜਨ ਦੀ ਹਿਸਟਰੀ ਦੇ ਵਿੱਚ ਜਾਈਏ ਨਾ ਤਾਂ ਗੱਲਾਂ ਬਹੁਤ ਕੁਝ ਨੇ। ਸੋ ਮੈਂ ਉਸ ਵਾਲੇ ਪਾਸੇ ਜਾਣਾ ਨਹੀਂ ਚਾਹੁੰਦਾ। ਤੇ ਚਲੋ ਬੱਬੀ ਜੀ ਕੁਝ ਕਹਿਣਾ ਚਾਹ ਰਹੇ। ਹਾਂਜੀ, ਛੋਟੀ ਜੀ ਗੱਲ ਹੈ ਜੀ, ਫਿਰ ਮੈਂ ਬਸ ਮੈਂ ਇੱਕੋ ਹੀ ਗੱਲ ਕਹਿਣੀ ਹੈ ਨਵਜੋਤ ਜੀ, ਔਰ ਮੈਂ ਇੱਕ ਬੇਨਤੀ ਕਰਨੀ ਹੈ ਵੀ ਇਹ ਵਾਰ-ਵਾਰ ਕਹਿੰਦੇ ਆ ਸਾਡੇ ਕੋਲ ਮੰਗਣ ਆਏ ਸੀ, ਅਸੀਂ ਥੋੜਾ ਗਏ ਸੀ। ਅਸੀਂ ਤਾਂ ਇੱਕੋ ਗੱਲ ਕਹੀ ਵੀ ਜੇ ਤੁਸੀਂ ਕਹਿੰਦੇ ਹੋ ਮੋਦੀ ਤੋਂ ਖਤਰਾ ਹੈ ਦੇਸ਼ ਨੂੰ, ਤੇ ਜਿਹੜਾ ਮੋਦੀ ਆਰਡੀਨੈਂਸ ਪਾਸ ਕਰਦਾ ਹੈ ਤੁਸੀਂ ਉਹਦੇ ਹੱਕ ਚੋਂ ਕਿ ਉਹਦੇ ਖਿਲਾਫ ਹੋ, ਆਹ ਗੱਲ ਕਲੀਅਰ ਕਰ ਦਿਓ। ਬਾਕੀ ਇਲੈਕਸ਼ਨ ਦਾ ਇਕੱਲੇ ਲੜਾਂਗੇ ਅਸੀਂ ਤਾਂ ਆਰਡੀਨੈਂਸ ਤੇ ਗੱਲ ਕਲੀਅਰ ਕਰਤੀ। ਤੁਸੀਂ ਐਂ ਕਰੋ, ਬਾਜਵੇ ਨੂੰ ਪ੍ਰਧਾਨ ਬਣਾ ਲਓ, ਪੰਜਾਬ ਕਾਂਗਰਸ ਨੂੰ ਅੱਡ ਪਾਰਟੀ ਬਣਾ ਲਓ ਤੇ ਲੜ ਲਓ ਯਾਰ, ਜੇ ਤੁਹਾਡੀ ਹਾਈ ਕਮਾਂਡ ਮੰਨਦੀ ਹੈ। ਮੈਂ ਕਹਿੰਦਾ ਤੁਹਾਡੇ ਕਿਹੜਾ ਗਰੁੱਪ ਨਹੀਂ, ਅੱਜ ਦੇਵਮਾਨ ਨੇ ਕਹਿਤਾ ਡਿਪਟੀ ਸੀਐਮ ਬਣਾਓ, ਇਹ ਤਾਂ ਹੌਲੀ ਹੌਲੀ ਸਾਰਾ ਕੁਝ ਹੋਊਗਾ। ਦੇਵਮਾਨ ਜੀ ਨੇ ਕਹਿਤਾ ਦਲਿਤ ਡਿਪਟੀ ਸੀਐਮ ਬਣਨਾ ਚਾਹੀਦਾ, ਤੁਸੀਂ ਵਾਅਦਾ ਕੀਤਾ ਸੀ ਬਣਾ ਦਿਓ, 1.5 ਸਾਲ ਟੱਪ ਗਿਆ, ਸਵਾ ਸਾਲ ਟੱਪ ਗਿਆ, ਬਣਾਓ। ਕੋਈ ਨਹੀਂ, ਬਥੇਰਾ ਟਾਈਮ ਪਿਆ, ਬਣ ਜੂਗਾ। ਬਥੇਰਾ ਕਿਉਂ ਟਾਈਮ ਪਿਆ, ਬਣਾਉਣਾ ਚਾਹੀਦਾ, ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ। ਅਸੀਂ ਭਾਈਚਾਰੇ ਨੂੰ ਵੀ ਮਾਨ ਸਨਮਾਨ ਮਿਲਣਾ ਚਾਹੀਦਾ। ਸਾਰੇ ਵਾਅਦੇ ਪੂਰੇ ਕਰ ਰਹੇ ਆ, ਤੁਹਾਡੇ ਵਾਂਗੂ ਆਖਰੀ ਸਾਲ 'ਚ ਨਹੀਂ ਕਰਦੇ, ਅਸੀਂ ਤਾਂ ਕੰਮ ਕਰਨ ਲੱਗੇ। 1000 ਰੁਪਇਆ ਵੀ ਦੇ ਦਿਓ, ਭੈਣਾਂ ਨੂੰ ਉਡੀਕਦੀਆਂ ਪਈਆਂ, ਕਿੰਨਾ ਕਿੰਨਾ ਜੁੜ ਗਿਆ। ਲੈਂਡ ਕਰੂਜ਼ਰਾਂ ਜਿਹੜੀ ਲੈਂਡ ਕਰੂਜ਼ਰਾਂ ਦੀ ਗੱਲ ਕਰਦੇ ਸੀ, 2-2 ਕਰੋੜ ਦੀਆਂ ਗੱਡੀਆਂ। ਸਾਡਾ ਆਰਡੀਐਫ ਰੋਕੀ ਬੈਠੀ ਹੈ 3200 ਕਰੋੜ ਦਾ ਗ੍ਰਹਿ ਵਿਭਾਗ। ਹੋਮ ਮਿਨਿਸਟਰ ਵਾਲੀ ਕੋਠੀ ਰਾਘਵ ਚੱਡਾ ਜੀ ਕੋਲ ਹੈ, ਹੋਮ ਮਿਨਿਸਟਰ ਵਾਲੀ ਕੋਠੀ ਰਾਘਵ ਚੱਡਾ ਜੀ ਦੇ ਕੋਲ ਹੈ। ਲੈਂਡ ਕਰੂਜ਼ਰਾਂ ਮੁੱਖ ਮੰਤਰੀ ਵਾਲੀਆਂ ਉਹਨਾਂ ਦੇ ਕੋਲ ਹੈ, 4-4 ਲੈਂਡ ਕਰੂਜ਼ਰਾਂ ਸੀਐਮ ਸਾਹਿਬ ਨਾਲ ਚੱਲਦੀਆਂ। ਕਰ ਦੋ ਵੀ ਖਤਮ। ਰਾਜਸਥਾਨ ਨੂੰ ਪਾਣੀ ਦੇਣ ਦੀ ਤਿਆਰੀ ਤੁਸੀਂ ਕਰਦੇ ਹੋ, ਪੰਜਾਬ ਰੁੜੀ ਜਾਂਦਾ ਤੇ ਨਹਿਰਾਂ 'ਚ ਪਾਣੀ ਛੱਡ ਦੋ। ਮੈਂ ਤਾਂ ਕਹਿੰਦਾ ਵੀ ਬੋਲ ਕਬੋਲ ਵੀ ਹੈ ਅਜਿਹਾ ਬੋਲੀਏ ਵੀ ਜੇ ਇਕੱਠੇ ਹੋਣ ਦੀ ਸੰਭਾਵਨਾ ਹੋਈ ਅੱਖ ਮਿਲਾਉਣ ਜੋਗੇ ਰਹੀਏ। ਵੀ ਜਿਵੇਂ ਮਾਲੀ ਸਾਹਿਬ ਨੇ ਕਿਹਾ ਵੀ ਮੈਨੂੰ ਤਾਂ ਇਹ ਲੱਗਦਾ ਵੀ ਇਕੱਠੇ ਨਹੀਂ ਰਹਿਣਾ, ਪਰ ਮੈਂ ਇਹ ਮਹਿਸੂਸ ਕਰ ਰਿਹਾ ਵੀ ਜੇ ਇਕੱਠੇ ਚੱਲਣਾ ਹੋਇਆ ਵੀ ਲੋਕ ਅੱਜ ਕੱਲ ਬੜੇ ਜਾਗਰੂਕ ਹੈ, ਸੁਚੇਤ ਹੈ। ਫਿਰ ਇਹ ਗੱਲਾਂ ਜੇ ਦਰ ਵੋਟ ਜਾਂਦਿਆਂ ਨੂੰ ਆਹ ਦਿਖਾਤਾ ਭਾਈ ਤੁਸੀਂ ਤਾਂ ਆਹ ਕੁਝ ਕਹਿੰਦੇ ਸੀ, ਔਖਾ ਹੋ ਜਾਊਗਾ। ਫਿਲਹਾਲ ਆਪਾਂ ਇਹ ਚਰਚੇ ਨੂੰ ਇੱਥੇ ਵਿਰਾਮ ਦਿੰਦੇ ਹਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦਿਲੋਂ ਰਹਿਣੀਆਂ ਬੜਾ ਮਸ਼ਕੂਰ ਹਾਂ, ਤੁਸੀਂ ਆਏ, ਸਮਾਂ ਕੱਢਿਆ। ਸਤਿ ਸ਼੍ਰੀ ਅਕਾਲ ਜੀ। ਸੋ ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।